ਪ੍ਰੋਗਰਾਮ ਦਿਲ ਆਪਣਾ ਪੰਜਾਬੀ ਤੇ ਦਿਲ ਆਪਣਾ ਪੰਜਾਬੀ 'ਚ ਹੁਣ ਸਮਾਂ ਹੋ ਚੁੱਕਾ ਹੈ ਤੁਹਾਡੇ ਨਾਲ ਸਿਹਤ ਸੰਬੰਧੀ ਗੱਲਬਾਤ ਕਰਨੀ ਤੇ ਜਾਂ ਫਿਰ ਦੂਜੇ ਸ਼ਬਦਾਂ 'ਚ ਇਹ ਕਹਿ ਸਕਦੇ ਕਿ ਤੁਹਾਨੂੰ ਤੰਦਰੁਸਤ ਰੱਖਣ ਵਾਸਤੇ ਜਾਂ ਫਿਰ ਅਸੀਂ ਆਪਣੇ ਆਪ ਤੰਦਰੁਸਤ ਕਿਵੇਂ ਰਹਿਣਾ ਹੈ। ਜਦ ਤੱਕ ਸਾਡੇ ਕੋਲ ਤੰਦਰੁਸਤੀ ਨਹੀਂ ਤੇ ਤੰਦਰੁਸਤੀ ਤੋਂ ਬਿਨਾਂ ਸਾਡਾ ਕੋਈ ਵੀ ਕੰਮ ਸਿਰੇ ਨਹੀਂ ਚੜ੍ਹਦਾ। ਜੇ ਕੰਮ ਸਿਰੇ ਚੜ੍ਹਨਾ ਵੀ ਹੋਵੇ ਤੇ ਤੰਦਰੁਸਤੀ ਸਹੀ ਹੋਵੇ ਜਾਂ ਕਹ ਲਓ ਸਰੀਰ ਸਹੀ ਹੋਵੇ ਤੇ ਜਲਦੀ ਸਿਰੇ ਚੜ੍ਹ ਜਾਂਦਾ। ਜੇਕਰ ਤੰਦਰੁਸਤੀ ਪੱਲੇ ਨਹੀਂ ਤੇ ਫਿਰ ਉਸੇ ਤਰੀਕੇ ਦੇ ਨਾਲ ਸਾਡੀ ਲਾਈਫ ਵੀ ਸਾਡੇ ਕੰਮਕਾਰ ਵੀ ਅੱਗੇ ਨੂੰ ਵੱਧਦੇ ਨੇ। ਇਸ ਕਰਕੇ ਆਪਣੇ ਸਰੀਰ ਨੂੰ ਆਪਣੇ ਆਪ ਨੂੰ ਤੰਦਰੁਸਤ ਰੱਖਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਜਿਵੇਂ ਅਸੀਂ ਪਹਿਲਾਂ ਵੀ ਗੱਲਾਂ ਬਾਤਾਂ ਕਰਦੇ ਕਿ ਸਰੀਰ ਤੁਹਾਡਾ ਗੱਲਾਂ ਕਰਦਾ ਹੈ। ਗੱਲਾਂ ਕਰੋ, ਇਸ ਨੂੰ ਸੁਣੋ, ਸਮਝੋ, ਵਿਚਾਰੋ ਤੇ ਜੇਕਰ ਤੁਹਾਨੂੰ ਕੋਈ ਚੀਜ਼ ਸਮਝ ਨਹੀਂ ਆਉਂਦੀ ਤੇ ਫਿਰ ਤੁਸੀਂ ਰੂਬਲ ਸਾਹਿਬ ਨਾਲ ਗੱਲਬਾਤ ਕਰ ਸਕਦੇ ਹੋ, ਆਪਣੇ ਡਾਕਟਰ ਸਾਹਿਬ ਨਾਲ ਗੱਲਬਾਤ ਕਰ ਸਕਦੇ ਹੋ ਤੇ ਜਾਂ ਫਿਰ ਆਪ ਆਪਣੇ ਸਰੀਰ ਦੀ ਕੋਈ ਨਾ ਕੋਈ ਜਿਹੜੀ ਤੁਸੀਂ ਕਹ ਲਓ ਵੀ ਰੈਮਡੀ ਰੈਡੀ ਕਰ ਸਕਦੇ ਹੋ। 905 874 3333 ਰੂਬਲ ਸਾਹਿਬ ਦਾ ਫੋਨ ਨੰਬਰ ਹੈ। ਦੇਸੀ ਖਾਓ, ਰੋਗ ਭਜਾਓ ਤੇ ਤੰਦਰੁਸਤੀ ਪਾਓ। ਤੰਦਰੁਸਤੀ ਦਾ ਰਾਜ ਜੜੀ ਬੂਟੀਆਂ ਦੇ ਵਿੱਚ ਛੁਪਿਆ ਪਿਆ ਹੈ। ਜੜੀ ਬੂਟੀਆਂ ਤੁਹਾਡੇ ਲਈ ਕਿਵੇਂ ਕੰਮ ਕਰਦੀਆਂ ਨੇ, ਕਿਵੇਂ ਸਹੀ ਸਾਬਤ ਹੁੰਦੀਆਂ ਨੇ, ਕਿਵੇਂ ਤੁਹਾਡੀ ਦੀ ਜੜ ਤੋਂ ਬਿਮਾਰੀ ਨੂੰ ਬਾਹਰ ਕੱਢ ਦਿੰਦੀਆਂ ਨੇ, ਇਹ ਜੜੀ ਬੂਟੀਆਂ ਦਾ ਹੀ ਕਮਾਲ ਹੈ। ਇਹਦੀ ਤਸੀਰ ਕਿਹੋ ਜਿਹੀ ਹੁੰਦੀ ਹੈ, ਇਹ ਜੜੀ ਬੂਟੀਆਂ ਤੁਹਾਡੇ ਲਈ ਤਸੀਰ ਕਿਵੇਂ ਲੱਭ ਕੇ ਉਸ ਦੇ ਉੱਤੇ ਕੰਮ ਕਰਦੀਆਂ ਨੇ, ਇਹਦੀ ਜ਼ਿੰਮੇਵਾਰੀ ਸਭ ਰੂਬਲ ਸਾਹਿਬ ਦੀ ਹੈ। ਕਿਉਂਕਿ ਪ੍ਰੋਪਰ ਜਾਣਕਾਰੀ ਹੋਣ ਦੇ ਕਰਕੇ ਤੁਹਾਡੇ ਸਰੀਰ ਦੀ ਜਾਣਕਾਰੀ ਦੇ ਨਾਲ ਮੈਚ ਕਰਕੇ ਪੂਰੀ ਮੈਚ ਜਦੋਂ ਚੀਜ਼ ਹੋ ਜਾਂਦੀ ਉਸ ਹਿਸਾਬ ਨਾਲ ਤੁਹਾਨੂੰ ਦੁਆਵਾਂ ਦਿੰਦੇ ਨੇ ਤੇ ਦੁਆ ਦੋਨੇ ਕਰਦੇ ਨੇ ਤੇ ਤੁਸੀਂ ਬਿਲਕੁਲ ਤੰਦਰੁਸਤ ਹੋ ਕੇ ਜਦੋਂ ਆਪਣੀ ਨੋਰਮਲ ਜ਼ਿੰਦਗੀ ਜਿਉਂਦੇ ਹੋ ਤੇ ਡੈਫੀਨੇਟਲੀ ਫਿਰ ਉਹ ਦੁਆਵਾਂ ਦੇ ਬਦਲੇ ਤੁਸੀਂ ਥੈਂਕਸ ਕਰਨਾ ਜ਼ਰੂਰ ਆਪਣੇ ਡਾਕਟਰ ਦਾ ਜਿੱਥੋਂ ਵੀ ਤੁਹਾਨੂੰ ਟ੍ਰੀਟਮੈਂਟ ਦੇ ਜ਼ਰੀਏ ਸਹੀ ਫਾਇਦਾ ਹੁੰਦਾ ਹੈ। 905 874 3333 ਨਹੀਂ ਤੇ ਆਮ ਸਾਡੀ ਜ਼ਿੰਦਗੀ ਚੱਲਦਿਆਂ ਫਿਰਦਿਆਂ ਵਿੱਚ ਪਤਾ ਨਹੀਂ ਲੱਗਦਾ ਕਦੋਂ ਸਟ੍ਰੋਕ ਹੋ ਜਾਂਦੇ ਨੇ, ਕਿੱਥੇ ਸਟ੍ਰੋਕ ਹੋ ਜਾਂਦੇ ਨੇ ਤੇ ਕਈ ਵਾਰ ਬੰਦਾ ਸੋਚਦਾ ਐਵੇਂ ਸੀ ਮਾੜਾ ਮੋਟਾ ਚੱਕਰ ਆ ਗਿਆ ਉਹਦੇ ਕਰਕੇ, ਕੱਚੀ ਤੇਲੀ ਜੀ ਉੱਦਾਂ ਹੀ ਆ ਗਈ ਉਹਦੇ ਕਰਕੇ, ਜਾਂ ਕਈ ਵਾਰ ਸੁੱਤੇ ਪਿਆ ਨੂੰ ਕਈ ਵਾਰ ਤੁਹਾਨੂੰ ਸਟ੍ਰੋਕ ਹੋ ਜਾਂਦਾ ਜਾਂ ਅਟੈਕ ਹੋ ਜਾਂਦਾ, ਨਾਰਮਲ ਅਟੈਕ। ਇਹਨਾਂ ਚੀਜ਼ਾਂ ਨਿੱਕੀਆਂ ਸਾਨੂੰ ਪਤਾ ਨਹੀਂ ਲੱਗਦਾ ਪਰ ਪਤਾ ਉਦੋਂ ਲੱਗਦਾ ਜਦੋਂ ਇਹ ਬਿਮਾਰੀ ਵੱਧ ਜਾਂਦੀ ਹੈ। ਡਿਟੇਲ 'ਚ ਗੱਲਬਾਤ ਕਰਦੇ ਹਾਂ ਰੂਬਲ ਸਾਹਿਬ ਦੇ ਨਾਲ। 905 874 3333 ਰੂਬਲ ਸਾਹਿਬ ਰੇਡੀਓ ਪ੍ਰੋਗਰਾਮ ਦਿਲ ਆਪਣਾ ਪੰਜਾਬੀ ਦੇ ਆਪਣੇ ਵਿਹੜੇ ਵਿੱਚ ਤੁਹਾਡਾ ਨਿੱਘਾ ਸਵਾਗਤ ਹੈ। ਬਹੁਤ ਬਹੁਤ ਸ਼ੁਕਰੀਆ ਗੁਰਪਾਲ ਜੀ, ਮੇਰੇ ਵੱਲੋਂ ਤੁਹਾਨੂੰ ਤੇ ਰੇਡੀਓ ਪ੍ਰੋਗਰਾਮ ਦਿਲ ਆਪਣਾ ਪੰਜਾਬੀ ਸੁਣ ਰਹੇ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਗੁੱਡ ਮਾਰਨਿੰਗ ਜੀ। ਐਂਡ ਜਿਵੇਂ ਤੁਸੀਂ ਗੱਲ ਹੁਣੇ ਕੀਤੀ ਹੈਗੀ ਆ ਕਿ ਜਦੋਂ ਬਾਡੀ ਦੇ ਅੰਦਰ ਜਿਹੜੀਆਂ ਕੁਛ ਤਰੁੱਟੀਆਂ ਜਿਹੜੀਆਂ ਉਹ ਪੈਦਾ ਹੋਣੀਆਂ ਸ਼ੁਰੂ ਹੋ ਜਾਂਦੀਆਂ ਨਾ, ਉਹ ਤਰੁੱਟੀਆਂ ਜਿਹੜੀਆਂ ਹੈਗੀਆਂ ਚਾਹੇ ਤੁਸੀਂ ਉਹ ਰੋਟੀ ਪਾਣੀ ਜਿਹੜਾ ਆ ਬਹੁਤ ਅਸੀਂ ਸਮਝਦੇ ਸਾਰੇ ਜਾਣੇ ਕਿ ਅਸੀਂ ਤਾਂ ਬਹੁਤ ਵਧੀਆ ਰੋਟੀ ਪਾਣੀ ਖਾਂਦੇ ਹਾਂ। ਘਰ ਦੇ ਵਿੱਚ ਜਿਹੜੇ ਆ ਜੇ 6 ਜੀਅ ਆ ਅਤੇ 6 ਦੇ 6 ਜੀਅ ਜਿਹੜੇ ਆ ਉਹ ਸੇਮ ਹੀ ਰੋਟੀ ਪਾਣੀ ਜਿਹੜਾ ਉਹ ਅਸੀਂ ਖਾ ਰਹੇ ਹੁੰਦੇ ਹੈਗੇ ਆ। ਪਰ ਬਹੁਤੀ ਵਾਰੀ ਜਿਹੜਾ ਸਾਨੂੰ ਪਤਾ ਹੀ ਨਹੀਂ ਲੱਗਦਾ ਕਿ ਜਿਹੜਾ ਰੋਟੀ ਪਾਣੀ ਅਸੀਂ ਖਾ ਰਹੇ ਹਾਂ ਸਾਡੀ ਸਿਹਤ ਦੇ ਇਹ ਅਨੁਕੂਲ ਹੈ ਜਾਂ ਨਹੀਂ, ਜਾਂ ਸਾਡੀ ਜਿਹੜੀ ਪ੍ਰਕਿਰਤੀ ਦੇ ਅਨੁਕੂਲ ਹੈ ਜਾਂ ਨਹੀਂ। ਅਤੇ ਪ੍ਰੋਬਲਮ ਜਿਹੜੀ ਹੈ ਉਹ ਸਭ ਤੋਂ ਵੱਡੀ ਇੱਥੋਂ ਸ਼ੁਰੂ ਹੁੰਦੀ ਹੈਗੀ ਹੈ ਕਿ ਜੋ ਅਸੀਂ ਖਾ ਰਹੇ ਹਾਂ ਸਾਨੂੰ ਲੱਗਦਾ ਇਹ ਹੈ ਕਿ ਹਰ ਇੱਕ ਚੀਜ਼ ਸਾਡੇ ਵਾਸਤੇ ਹੈਗੀ ਬਣੀ ਹੋਈ, ਜਾਂ ਹਰ ਇੱਕ ਚੀਜ਼ ਹਰ ਇੱਕ ਦੇ ਵਾਸਤੇ ਜਿਹੜੀ ਉਹ ਚੰਗੀ ਹੈ। ਸੋ ਜੇ ਘਰ ਦੇ ਵਿੱਚ ਅਸੀਂ ਫੋਰ ਐਗਜ਼ਾਮਪਲ ਦੇ ਤੌਰ ਦੇ ਉੱਤੇ ਬੈਂਗਣ ਬਣਾਏ ਹੋਏ ਆ ਅਤੇ ਉਹ ਕੋਈ ਜ਼ਰੂਰੀ ਨਹੀਂ ਹੈ ਕਿ ਉਹ ਸਾਰਿਆਂ ਦੇ ਵਾਸਤੇ ਜਿਹੜੇ ਉਹ ਚੰਗੇ ਹੋਣ। ਹੋ ਸਕਦਾ ਹੈ ਕਿ ਕੁਛ ਪਰਿਵਾਰ ਦੇ ਮੈਂਬਰ ਜਿਹੜੇ ਆ ਉਹਨਾਂ ਨੂੰ ਉਹ ਐਸਿਡ ਕਰਨ, ਹੋ ਸਕਦਾ ਹੈ ਕਿ ਕਿਸੇ ਦੀ ਜਿਹੜੀ ਹੈਗੀ ਉਹ ਬਾਏ ਨੂੰ ਵਧਾ ਦੇਣ। ਸੋ ਇਹ ਜਿਹੜੀ ਇੱਕ ਚੀਜ਼ ਹੈਗੀ ਹੈ ਇਹ ਸਾਨੂੰ ਸਾਰਿਆਂ ਨੂੰ ਸਮਝਣ ਦੀ ਜ਼ਰੂਰਤ ਹੈ ਕਿ ਹਰ ਇੱਕ ਦੀ ਬਾਡੀ ਜਿਹੜੀ ਹੈ ਉਹ ਵੱਖਰੀ ਹੈ ਅਤੇ ਜਿੰਨਾ ਚੱਕਰ ਅਸੀਂ ਇਸ ਚੀਜ਼ ਨੂੰ ਜਿਹੜੀ ਉਹ ਨਹੀਂ ਸਮਝਦੇ ਉਨਾ ਚੱਕਰ ਉਹੀ ਸੇਮ ਬਿਮਾਰੀਆਂ ਜਿਹੜੀਆਂ ਆ ਉਹ ਫਿਰ ਇਸੇ ਕਰਕੇ ਜਿਹੜੀ ਸਾਡੀ ਪਰਿਵਾਰ ਦੇ ਵਿੱਚ ਜਿਹੜੀਆਂ ਉਹ ਚੱਲਦੀਆਂ ਰਹਿੰਦੀਆਂ। ਬਹੁਤੀ ਵਾਰੀ ਜਿਹੜਾ ਅਸੀਂ ਸੁਣਦੇ ਹਾਂ ਕਿ ਸਾਡੇ ਡਾਕਟਰ ਨੇ ਕਿਹਾ ਕਿ ਜੀ ਬਲੱਡ ਪ੍ਰੈਸ਼ਰ ਆ ਜੀ ਤੁਹਾਨੂੰ ਤਾਂ ਹੋਇਆ ਕਿਉਂਕਿ ਤੁਹਾਡੇ ਮੰਮੀ ਡੈਡੀ ਨੂੰ ਸੀ, ਜਾਂ ਹਾਰਟ ਦੀ ਪ੍ਰੋਬਲਮ ਸੀਗੀ ਉਹ ਤਾਂ ਕਰਕੇ ਤੁਹਾਨੂੰ ਹੋ। ਪਰ ਇਹ ਜਿਹੜੀਆਂ ਚੀਜ਼ਾਂ ਹਾਂ ਕੁਛ ਕੰਡੀਸ਼ਨਸ ਹੁੰਦੀਆਂ ਬਹੁਤ ਛੋਟੇ ਪਰਸੈਂਟੇਜ ਦੇ ਉੱਤੇ ਜਿਹੜੀਆਂ ਕਿ ਜੈਨੇਟਿਕਲੀ ਤੌਰ ਦੇ ਉੱਤੇ ਇੱਕ ਜਨਰੇਸ਼ਨ ਤੋਂ ਦੂਸਰੀ ਜਨਰੇਸ਼ਨ ਦੇ ਵਿੱਚ ਜਾਂਦੀਆਂ ਆ, ਨੋ ਡਾਊਟ। ਪਰ ਮੈਜੋਰਟੀ ਆਫ ਦਾ ਟਾਈਮ ਜਿਹੜੀਆਂ ਇਹ ਚੀਜ਼ਾਂ ਜਿਹੜੀਆਂ ਇੱਕ ਪਰਿਵਾਰ ਤੋਂ ਦੂਜੇ ਨੂੰ ਜਾਂਦੀਆਂ ਆ ਇਹ ਐਕਚੁਅਲੀ ਜੈਨੇਟਿਕ ਹੁੰਦੀਆਂ ਨਹੀਂ ਆ, ਇਹ ਸਾਡੀ ਡਾਇਟ ਦੇ ਨਾਲ ਰਿਲੇਟਡ ਹੁੰਦੀਆਂ। ਕਿਉਂਕਿ ਪੂਰੀ ਪਰਿਵਾਰ ਦੇ ਵਿੱਚ ਜਦੋਂ ਸਾਰਿਆਂ ਨੇ ਇੱਕੋ ਹੀ ਤਰ੍ਹਾਂ ਦਾ ਫੂਡ ਖਾਣਾ ਆ ਅਤੇ ਉਹ ਆਬਵੀਅਸਲੀ ਉਸੇ ਤਰ੍ਹਾਂ ਦੀਆਂ ਜਿਹੜੀਆਂ ਬਿਮਾਰੀਆਂ ਉਹ ਸਾਰਿਆਂ ਬੰਦਿਆਂ ਨੂੰ ਜਿਹੜੀਆਂ ਉਹ ਲੱਗਣਗੀਆਂ। ਸੋ ਇਸੇ ਕਰਕੇ ਦੇਖੋ ਕਿ ਆਮ ਕਰਕੇ ਕਹਿੰਦੇ ਆ ਕਿ ਜੇ ਸ਼ੂਗਰ ਹੈ, ਹਾਂਜੀ ਤੁਹਾਡੇ ਪੇਰੈਂਟਸ ਨੂੰ ਸ਼ੂਗਰ ਸੀਗੀ ਇਸ ਕਰਕੇ ਤੁਹਾਨੂੰ ਬਹੁਤ ਚਾਂਸ ਹੈ ਕਿ ਤੁਹਾਨੂੰ ਅੱਗੇ ਜਾ ਕੇ ਸ਼ੂਗਰ ਹੋ ਸਕਦੀ ਹੈ।
ਪਰ ਜਿਵੇਂ ਜੈਨੇਟਿਕਲੀ ਇੱਥੇ ਵਾਲੇ ਜਿਹੜੇ ਡਾਕਟਰਸ ਆ ਉਹ ਕਹਿੰਦੇ, ਪਰ ਅਸੀਂ ਇਹ ਕਹਿੰਦੇ ਹੈਗੇ ਆ ਕਿ ਜੇ ਫॉर ਐਗਜ਼ਾਮਪਲ ਜੇ ਸ਼ੂਗਰ ਹੈ ਤੁਹਾਨੂੰ ਘਰ ਦੇ ਪਰਿਵਾਰ ਦੇ ਵਿੱਚ ਚੱਲ ਰਹੀ ਹੈ, ਇਹਦਾ ਜ਼ਰੂਰੀ ਨਹੀਂ ਮਤਲਬ ਕਿ ਇਹ ਜੈਨੇਟਿਕਲੀ ਹੈ, ਜਾਂ ਇਹ ਜ਼ਰੂਰੀ ਨਹੀਂ ਹੈ ਕਿ ਤੁਹਾਡੇ ਪੈਰੈਂਟਸ ਨੂੰ ਹੈ ਅਤੇ ਤਾਂ ਹੀ ਤੁਹਾਨੂੰ ਹੋਈ ਹੈਗੀ ਹੈ। ਹਾਂ, ਜੇ ਤੁਹਾਡੀ ਪਰਿਵਾਰ ਦੇ ਵਿੱਚ ਉਹ ਸਾਰੇ ਖੁਰਾਕ ਇੱਕੋ ਤਰ੍ਹਾਂ ਦੀ ਖਾ ਰਹੇ ਹੈਗੇ ਆ ਅਤੇ ਉਹਦੇ ਨਾਲ ਡੈਫੀਨੇਟਲੀ ਜਿਹੜੀਆਂ ਉਹ ਤੁਹਾਨੂੰ ਪ੍ਰੋਬਲਮਸ ਆ ਸਕਦੀਆਂ। ਸੋ ਲੱਗਦਾ ਇੱਦਾਂ ਆ ਕਿ ਹਾਂ ਇਹ ਪਰਿਵਾਰ ਦੇ ਵਿੱਚ ਚੱਲ ਰਹੀ ਹੈ, ਸਾਡੇ ਸ਼ਾਇਦ ਜੀਨ ਦੇ ਵਿੱਚ ਹੋਏਗੀ, ਪਰ ਇਹ ਜੀਨਸ ਦੇ ਵਿੱਚ ਨਹੀਂ ਹੁੰਦੀਆਂ ਹੈਗੀਆਂ ਬਹੁਤੀ ਵਾਰੀ। ਇਹ ਜ਼ਿਆਦਾਤਰ ਤੁਹਾਡੀ ਖੁਰਾਕ ਦੇ ਨਾਲ ਜਿਹੜੀਆਂ ਰਿਲੇਟਡ ਹੁੰਦੀਆਂ ਚੀਜ਼ਾਂ। ਜਿਵੇਂ ਤੁਸੀਂ ਗੱਲ ਕੀਤੀ ਇੱਕ ਹੋਰ ਬੜੀ ਗੱਲ, ਇੱਕ ਪੁਆਇੰਟ ਵਾਲੀ ਕਿ ਸਟ੍ਰੋਕ ਦੀ ਤੁਸੀਂ ਗੱਲ ਕੀਤੀ। ਹੁਣ ਸਟ੍ਰੋਕ ਦੇ ਵਿੱਚ ਵੀ ਤੁਸੀਂ ਦੇਖੋ ਕਿ ਉਹਨੇ ਗੱਲ ਕਰਦੇ ਤੋਂ ਪਹਿਲਾਂ ਮੈਂ ਤਾਂ ਗੱਲ ਕਰਨੀ ਚਾਹੁੰਦਾ ਕਿ ਸਾਡੇ ਕਲੋਜ਼ ਫੈਮਿਲੀ ਦੇ ਵਿੱਚ ਇਸ ਤਰੀਕੇ ਨਾਲ ਸਾਰਾ ਕੁਝ ਠੀਕ ਆ, ਨੋਰਮਲ ਹੈ ਐਵਰੀਥਿੰਗ। ਸਡਨਲੀ ਜਿੱਦਾਂ ਮਾੜਾ ਜਿਹਾ ਚੱਕਰ ਆਉਂਦਾ, ਚੱਕਰ ਆਉਣ ਤੋਂ ਬਾਅਦ ਕਹਿੰਦੇ ਜੀ ਕੋਈ ਨਹੀਂ, ਖੱਟੀ ਜਿਹੇ ਢਕਾਰ ਆ ਗਏ, ਖੱਟੇ ਜਿਹੇ ਢਕਾਰ ਆ ਗਏ ਤੇ ਠੀਕ ਠਾਕ ਹੈ ਜੀ, ਕੋਈ ਨਹੀਂ। ਕੇਅਰ ਨਹੀਂ ਕੀਤੀ, ਤੜਕੇ 4 ਵਜੇ ਜਾ ਕੇ ਫੇਰ ਜ਼ਿਆਦਾ ਹੋ ਗਏ। ਜਦੋਂ ਹਸਪੀਟਲ ਲੈ ਕੇ ਗਏ ਉਹ ਕਹਿੰਦੇ ਇਹ ਤਾਂ ਵੱਡਾ ਅਟੈਕ ਸੀ ਇਸ ਤਰੀਕੇ ਨਾਲ। ਉਹ ਜਦੋਂ ਫਿਰ ਪ੍ਰੋਬਲਮ ਵੱਡੀ ਵੱਧਦੀ ਤਾਂ ਫੇਰ ਬੰਦੇ ਜਾਣ ਕੇ ਪਛਤਾਉਂਦੇ ਨੇ ਜੀ। ਗੱਲ ਉਹੀ ਹੈਗੀ ਹੈ ਕਿ ਹੁਣ ਸਟ੍ਰੋਕ ਵਗੈਰਾ ਹੋਣ ਤੱਕ ਵੀ ਜਿਹੜੀਆਂ ਆ ਉਹ ਬੜੀਆਂ ਸਾਡੀ ਇਹ ਇੱਦਾਂ ਨਹੀਂ ਹੈ ਕਿ ਰਾਈਟ ਵੇ ਜਿਹੜਾ ਆ ਉਹ ਕਲੌਟ ਬਣਨੇ ਸ਼ੁਰੂ ਹੋ ਗਏ ਬਲੱਡ ਦੇ ਵਿੱਚ ਅਤੇ ਨਾਲ ਹੀ ਆਊਟ ਆਫ ਸਡਨ ਜਿਹੜਾ ਉਹ ਤੁਹਾਨੂੰ ਸਟ੍ਰੋਕ ਹੋ ਗਿਆ। ਇਸ ਚੀਜ਼ 'ਤੇ ਪਹੁੰਚਣ ਤੱਕ ਜਿਹੜੀ ਆ ਉਹ ਬਹੁਤ ਤੁਹਾਡੀ ਬਾਡੀ ਜਿਹੜੀ ਆ ਉਹ ਕਹਿ ਲਓ ਕਿ ਇੱਕ ਜ਼ੋਰ ਲਗਾਉਂਦੀ ਹੈ ਕਿ ਇਸ ਲੈਵਲ ਤੱਕ ਨਾ ਪਹੁੰਚੇ। ਗਲਤੀਆਂ ਜਿਹੜੀਆਂ ਐਕਚੁਅਲੀ ਸਾਡੀਆਂ ਹੁੰਦੀਆਂ, ਜਿਹਦੀ ਵਜ੍ਹਾ ਦੇ ਕਰਕੇ ਅਸੀਂ ਗਲਤ ਡਾਇਟ ਖਾ ਰਹੇ ਹੈਗੇ ਹਾਂ। ਹੁਣ ਤੁਸੀਂ ਦੇਖੋ ਕਿ ਹੁਣ ਜਿਹੜਾ ਕਲੌਟ ਹੀ ਚਲੋ ਅਸੀਂ ਗੱਲ ਕਰਦੇ ਹੈਗੇ, ਹੁਣ ਉਹਦੇ ਵਿੱਚ ਜਿਹੜਾ ਜ਼ਿਆਦਾਤਰ ਕਲੌਟਿੰਗ ਜਿਹੜੀ ਹੁੰਦੀ ਹੈਗੀ ਆ ਉਹ ਪੈਚ ਹੁੰਦੇ ਹੈਗੇ ਆ ਕੋਲੈਸਟਰੋਲ ਦੇ ਬਣੇ, ਜਿਹੜੇ ਕਿ ਬਾਡੀ ਨੇ ਜਿਹੜੀ ਸਾਡੀ ਆਰਟਰੀਜ਼ ਦੇ ਅੰਦਰ ਜਦੋਂ ਕੱਟ ਲੱਗ ਜਾਂਦੇ ਹੈਗੇ ਆ ਸਾਡੇ ਗਲਤ ਖਾਣ ਪੀਣ ਦੀ ਵਜ੍ਹਾ ਦੇ ਕਰਕੇ, ਅਤੇ ਉਹ ਕੱਟਾਂ ਨੂੰ ਪੈਚ ਕਰਨ ਦੇ ਵਾਸਤੇ ਸੋ ਦੈਟ ਕਿ ਉਹ ਜਿਹੜੀ ਸਾਡੇ ਬਲੱਡ ਦੀ ਜਿਹੜੀ ਆਰਟਰੀਜ਼ ਹੈਗੀ ਉਹ ਫਟ ਨਾ ਜਾਣ ਕਿਤੇ, ਅਤੇ ਉਹ ਅੰਦਰ ਜਿਹੜੇ ਪੈਚ ਲਗਾਏ ਜਾਂਦੇ ਆ ਕੋਲੈਸਟਰੋਲ ਦੇ। ਹੁਣ ਉਹ ਕੋਲੈਸਟਰੋਲ ਤਾਂ ਬੜੀ ਚੰਗੀ ਚੀਜ਼ ਹੈਗੀ ਸਾਡੀ ਬਾਡੀ ਦੇ ਵਾਸਤੇ, ਹੈ ਨਾ। ਅਤੇ ਉਹ ਪ੍ਰੋਬਲਮ ਕੀ ਆਉਂਦੀ ਹੈਗੀ ਹੈ ਕਿ ਜਦੋਂ ਉਹ ਅਸੀਂ ਉਹ ਚੀਜ਼ਾਂ ਜਿਹੜੀਆਂ ਆ ਉਹ ਲਗਾਤਾਰ ਬਾਡੀ ਦੇ ਅੰਦਰ ਖਾਈ ਜਾ ਰਹੇ ਹੈਗੇ ਆ, ਜਿਹੜੀਆਂ ਕਿ ਉਹ ਕੱਟਾਂ ਨੂੰ ਪ੍ਰਮੋਟ ਕਰਦੀ, ਅਤੇ ਫਿਰ ਉਹ ਬਾਡੀ ਉਹਨਾਂ ਨੂੰ ਉਹ ਦੁਬਾਰਾ ਤੋਂ ਉਹਨੂੰ ਪੈਚ ਕਰਨ ਵਾਸਤੇ ਉਹ ਲਗਾਤਾਰ ਪੈਚ ਜਿਹੜੇ ਅੰਦਰ ਲਾਈ ਜਾਂਦੀ। ਅਤੇ ਉਹ ਇੱਕ ਦਿਨ ਇੱਦਾਂ ਦਾ ਆਉਂਦਾ ਆ ਕਿ ਉਹ ਪੈਚ ਜਿਹੜਾ ਆ ਉੱਥੋਂ ਟੁੱਟ ਜਾਂਦਾ ਹੈਗਾ ਆ, ਅਤੇ ਉਹ ਟੁੱਟਣ ਦੀ ਵਜ੍ਹਾ ਦੇ ਕਰਕੇ ਫਿਰ ਉਹ ਅੱਗੇ ਜਾ ਕੇ ਫਸ ਜਾਂਦਾ, ਫਸਣ ਕਰਕੇ ਫਿਰ ਸਟ੍ਰੋਕ ਦੀ ਪ੍ਰੋਬਲਮ ਜਿਹੜੀ ਉਹ ਆਉਂਦੀ ਹੈ। ਹੁਣ ਤੁਸੀਂ ਦੇਖੋ ਕਿ ਕਿੰਨੇ ਸਾਲਾਂ ਤੋਂ ਬਾਡੀ ਜਿਹੜੀ ਆ ਉਸ ਚੀਜ਼ ਨੂੰ ਸੰਭਾਲ ਕੇ ਬੈਠੀ ਸੀਗੀ, ਉਸ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੀ ਸੀਗੀ, ਉਹਨੂੰ ਪੈਚ ਲਗਾ ਕੇ ਜਾਂ ਉਹਨੂੰ ਹੋਰ ਤਰੀਕੇ ਦੇ ਨਾਲ ਉਹਨੂੰ ਕਰਨ ਦੀ ਕੋਸ਼ਿਸ਼ ਕਰ ਰਹੀ ਸੀ। ਸੋ ਗਲਤੀ ਜਿਹੜੀ ਆ ਉਹ ਬਾਡੀ ਦੀ ਥੋੜ੍ਹੀ ਆ, ਗਲਤੀ ਤਾਂ ਸਾਡੇ ਫੂਡ ਦੀ ਹੈ ਜੋ ਅਸੀਂ ਖਾ ਰਹੇ ਸੀਗੇ। ਹੁਣ ਦੇਖੋ ਕਿ ਹੁਣ ਕਿੰਨੇ ਲੋਕ ਹੈਗੇ ਆ ਜਿਹੜੇ ਕਿ ਆਮ ਅਸੀਂ ਜਦੋਂ ਅਸੀਂ ਵੀ ਪੇਸ਼ੈਂਟਸ ਦੇ ਕੋਲੋਂ ਪੁੱਛਦੇ ਹਾਂ ਕਿ ਤੁਸੀਂ ਤੜਕੇ ਦੇ ਵਿੱਚ ਕਿਹੜਾ ਜਿਹੜਾ ਤੇਲ ਆ ਇਸਤੇਮਾਲ ਕਰਦੇ ਹੋ, ਅਤੇ ਉਹ ਆਮ ਕਰਕੇ ਸਾਰੇ ਇਹੀ ਸਾਨੂੰ ਕਹਿੰਦੇ ਜੀ ਤੜਕੇ ਦੇ ਵਿੱਚ ਅਸੀਂ ਤਾਂ ਜੀ ਸਰੋਂ ਦਾ ਤੇਲ ਇਸਤੇਮਾਲ ਕਰਦੇ ਹਾਂ, ਜਾਂ ਕੋਈ ਕਹਿ ਰਿਹਾ ਜੀ ਅਸੀਂ ਤਾਂ ਜੀ ਓਲਿਵ ਆਇਲ ਇਸਤੇਮਾਲ ਕਰਦੇ ਹਾਂ, ਅਤੇ ਕੋਈ ਕੁਛ ਅਤੇ ਕੋਈ ਕੁਛ। ਸੋ ਮਜੋਰਟੀ ਆਫ ਦਾ ਟਾਈਮ ਜਿਹੜਾ ਅਸੀਂ ਈਵਨ ਕਿ ਤੜਕਿਆਂ ਦੇ ਵਿੱਚ ਵੀ ਜਿਹੜਾ ਕਿ ਇੱਕ ਫੰਡਾਮੈਂਟਲ ਚੀਜ਼ ਹੈ ਸਾਡੀ ਡਾਇਟ ਦੇ ਵਿੱਚ, ਕਿਉਂਕਿ ਅਸੀਂ ਜੇ 3 ਟਾਈਮ ਵੀ ਰੋਟੀ ਖਾਣੀ ਹੈਗੀ, ਸਬਜ਼ੀ ਖਾਣੀ ਹੈ, ਤਾਂ ਉਹਦੇ ਵਿੱਚ ਤੜਕਾ ਸਾਰਿਆਂ ਨੇ ਲਾਉਣਾ ਹੀ ਹੈ। ਤਾਂ ਉਹਦੇ ਵਿੱਚ ਜਿਹੜਾ ਉਹ ਤੇਲ ਹੀ ਅਸੀਂ ਗਲਤ ਤਰੀਕੇ ਦੇ ਨਾਲ ਇਸਤੇਮਾਲ ਕਰ ਰਹੇ ਹੁੰਦੇ ਹਾਂ। ਸੋ ਇਹ ਤੇਲ ਜਿਹੜੇ ਹੈਗੇ ਆ ਇਹ ਐਕਚੁਅਲੀ ਸਾਡੀ ਹਾਈ ਕੁਕਿੰਗ ਵਾਸਤੇ ਬਣੇ ਨਹੀਂ ਹੈ। ਸਾਨੂੰ ਲੱਗਦਾ ਇੱਦਾਂ ਆ ਕਿ ਅਸੀਂ ਤਾਂ ਜੀ ਮਹਿੰਗਾ ਤੇਲ ਲੈ ਕੇ ਆਉਂਦੇ ਹਾਂ। ਤੁਸੀਂ ਕਿਸੇ ਨੇ ਨੋਟ ਕੀਤਾ ਕਿ ਜਿਹੜਾ ਓਲਿਵ ਆਇਲ, ਐਕਸਟਰਾ ਵਰਜਿਨ ਓਲਿਵ ਆਇਲ ਜਿਹੜਾ ਸਾਡੇ ਗਰੋਸਰੀ ਸਟੋਰਾਂ 'ਚ ਪਿਆ ਹੁੰਦਾ ਆ, ਕਿ ਉਹ ਹਮੇਸ਼ਾ ਡਾਰਕ ਬੋਤਲ ਦੇ ਵਿੱਚ ਹੁੰਦਾ ਹੈਗਾ, ਕੱਚ ਦੀ ਬੋਤਲ ਦੇ ਵਿੱਚ। ਇਸੇ ਕਰਕੇ ਉਹ ਮਹਿੰਗਾ ਵੀ ਹੁੰਦਾ ਥੋੜ੍ਹਾ ਜਿਹਾ, ਪਰ ਉਹ ਡਾਰਕ ਦੇ ਵਿੱਚ ਹੁੰਦਾ। ਸੋ ਤੁਸੀਂ ਦੇਖੋ ਕਿ ਇਹ ਜਿਹੜਾ ਓਲਿਵ ਆਇਲ ਹੈ ਜਾਂ ਐਕਸਟਰਾ ਵਰਜਿਨ ਓਲਿਵ ਆਇਲ ਹੈ, ਇਹ ਕਿੰਨਾ ਕੁ ਵੋਲਾਟਾਈਲ ਹੋਏਗਾ ਜਾਂ ਕਿੰਨਾ ਕੁ ਇਹੋ ਸੈਂਸੀਟਿਵ ਹੈਗਾ ਆ ਈਵਨ ਕਿ ਲਾਈਟ ਤੋਂ, ਜਿਹੜੀ ਕਿ ਉਸ ਨੂੰ ਡਾਰਕ ਬੋਤਲ ਦੇ ਵਿੱਚ ਰੱਖਿਆ ਜਾਂਦਾ ਆ। ਅਤੇ ਉਹ ਅਸੀਂ ਕੀ ਕਰਦੇ ਹਾਂ, ਆਉਂਦਿਆਂ ਸਾਰੀ ਇੱਕ ਤਾਂ ਉਹਨੂੰ ਡਾਰਕ ਬੋਤਲ 'ਚ ਰੱਖਿਆ ਜਾਂਦਾ, ਦੂਸਰਾ ਜਿਹੜਾ ਆ ਉਹਨੂੰ ਹੀਟ ਨਹੀਂ ਮਿਲਣੀ ਚਾਹੀਦੀ। ਇਸੇ ਕਰਕੇ ਜਦੋਂ ਉਹਦੀ ਬੋਤਲ ਖੁੱਲ੍ਹ ਜਾਂਦੀ ਹੈ ਓਲਿਵ ਆਇਲ ਦੀ, ਉਹਨੂੰ ਫਰਿੱਜ ਦੇ ਵਿੱਚ ਰੱਖਿਆ ਜਾਣਾ ਚਾਹੀਦਾ ਆ। ਅਸੀਂ ਕੀ ਕਰਦੇ ਹੈਗੇ, ਅਸੀਂ ਪਹਿਲਾਂ ਤਾਂ ਉਹਦੇ ਉੱਤੇ ਡੱਟ ਖੋਲ੍ਹ ਕੇ ਅਤੇ ਪਹਿਲਾਂ ਤਾਂ ਉਹਦੇ ਨਾਲ ਤੜਕੇ ਲਾਉਂਦੇ ਉਹਨੂੰ ਗਰਮ ਕਰ ਰਹੇ ਹੈਗੇ ਹਾਂ। ਦੂਸਰਾ ਉਹਨੂੰ ਉੱਦਾਂ ਹੀ ਅਸੀਂ ਜਿਹੜਾ ਹੈਗਾ ਉਹ ਥੱਲੇ ਰੱਖਿਆ ਹੋਇਆ,
ਤੇ ਉਹ ਤੇਲ ਤੇ ਐਕਚੁਅਲੀ ਰਿਹਾ ਹੀ ਨਹੀਂ ਹੈਗਾ। ਜਿਸ ਤੇਲ ਨੇ ਸਾਨੂੰ ਠੀਕ ਕਰਨਾ ਸੀਗਾ ਉਹਨੂੰ ਤੇ ਅਸੀਂ ਖਰਾਬ ਕਰ ਲਿਆ, ਬਿਮਾਰ ਕਰ ਦਿੱਤਾ ਪਹਿਲਾਂ ਹੀ। ਤੇ ਉਸ ਬਿਮਾਰ ਤੇਲ ਨੇ ਅੰਦਰ ਜਾ ਕੇ ਸਾਡੀ ਬੋਡੀ ਨੂੰ ਕੋਈ ਵੀ ਚੰਗੀ ਚੀਜ਼ ਨਹੀਂ ਕਰਨੀ, ਉਹਨੇ ਵੀ ਅੱਗੋਂ ਖਰਾਬ ਹੀ ਕਰਨਾ। ਸੋ ਜੇ ਤੁਸੀਂ ਓਲੀਵ ਆਇਲ ਲੈਂਦੇ ਹੈਗੇ ਹੋ ਤਾਂ ਕਦੀ ਵੀ ਤੜਕਾ ਨਾ ਲਾਓ। ਜੇ ਤੁਸੀਂ ਸਰੋਂ ਦਾ ਤੇਲ ਇਸਤੇਮਾਲ ਕਰਦੇ ਹੈਗੇ ਹੋ ਤਾਂ ਕਦੀ ਵੀ ਤੜਕਾ ਨਾ ਲਾਓ। ਇਹ ਜਿਹੜੇ ਤੇਲ ਹੁੰਦੇ ਹੈਗੇ ਆ, ਇਹਨਾਂ ਦੇ ਨਾਲ ਜਦੋਂ ਤੁਸੀਂ ਉਹਨੂੰ ਹੀਟ ਕਰ ਦਿੱਤਾ, ਇੱਕ ਕਹਿ ਲਓ ਤੁਸੀਂ ਕਿ ਇੱਕ 100 ਡਿਗਰੀ ਟੈਂਪਰੇਚਰ ਦੇ ਉੱਤੇ ਜਦੋਂ ਹੁਣ ਆਮ ਕਰਕੇ ਤੜਕਾ ਲਾਵਾਂਗੇ 100 ਡਿਗਰੀ ਤਾਂ ਆਮ ਹੋ ਜਾਂਦਾ ਨਾ, ਇਸੇ ਕਰਕੇ ਜਿਹੜੀ ਉਹ ਤੜਕਾ ਜਿਹੜਾ ਤੁਹਾਡਾ ਭੁੰਨੇਗਾ। ਸੋ ਉਹ ਜਦੋਂ ਤੁਸੀਂ ਉਹਨੂੰ ਹੀਟ ਕਰ ਦਿੱਤਾ ਤੇ ਉਹਦੇ ਵਿੱਚ ਜਿੰਨੇ ਵੀ ਉਹਦੇ ਐਂਟੀਆਕਸੀਡੈਂਟ ਸੀਗੇ ਉਹ ਸਾਰੇ ਦੇ ਸਾਰੇ ਖਤਮ ਹੋ ਗਏ, ਜਿੰਨੀਆਂ ਉਹਦੀਆਂ ਸਾਹਿਬ ਇਹਦੇ ਵਿੱਚ ਹੀ ਫਿਰ ਡੈਫੀਨਿਟਲੀ ਲੋਕ ਸਾਡੇ ਸੱਜਣ ਮਿੱਤਰ ਸੁਣਦੇ ਹੋਣਗੇ, ਉਹ ਕਹਿਣਗੇ ਵੀ ਤੜਕਾ ਅਸੀਂ ਲਾਈਏ ਕਿਵੇਂ, ਫਿਰ ਕਿਵੇਂ ਕੀਤਾ ਜਾਵੇ, ਕਿਵੇਂ ਦਾਲਾਂ ਸਬਜ਼ੀਆਂ ਬਣਾਈਆਂ ਜਾਣ, ਕਿਉਂਕਿ ਸਾਡੇ ਆਮ ਲੋਕ ਜਿਹੜੇ ਤੜਕੇ ਤੋਂ ਬਿਨਾਂ ਦਾਲ ਸਬਜ਼ੀ ਕੋਈ ਵੀ ਖਾਂਦੇ ਨੇਗੇ, ਉਹਦੇ ਬਿਨਾਂ ਸਵਾਦ ਲੱਗਦੀ ਵੀ ਨਹੀਂ, ਤੇ ਜੇ ਸਵਾਦ ਵੀ ਬਣੇ ਤੇ ਤੜਕਾ ਵੀ ਲੱਗ ਜਾਵੇ ਤਾਂ ਕਿਹੜਾ ਤਰੀਕਾ ਹੋ ਸਕਦਾ, ਜੇਕਰ ਹੈ ਤਾਂ ਉਹ ਵੀ ਨਾਲ ਦੱਸ ਦਿਓ। ਦੇਖੋ ਜਿਹੜੇ ਤੇਲ ਹੈਗੇ ਆ ਜਿੰਨੇ ਅਸੀਂ ਅਨਫੋਰਚੂਨੇਟਲੀ ਇਸਤੇਮਾਲ ਕਰ ਰਹੇ ਹੈਗੇ ਆ, ਭਾਵੇਂ ਉਹ ਓਲੀਵ ਆਇਲ ਦੀ ਗੱਲ ਕੀਤੀ ਹੈ ਜਾਂ ਹੋਰ ਵੀ ਕਈ ਲੋਕ ਕਈ ਤਰ੍ਹਾਂ ਦੇ ਇਸਤੇਮਾਲ ਕਰਦੇ, ਕਨੋਲਾ ਆਇਲ ਇਸਤੇਮਾਲ ਦੇਖੋ ਲੋਕ ਕਿੰਨਾ ਕਰ ਰਹੇ ਆ, ਸਨਫਲਾਵਰ ਆਇਲ ਜਿਹੜਾ ਲੋਕ ਬਹੁਤ ਇਸਤੇਮਾਲ ਕਰ ਰਹੇ ਹੈਗੇ ਆ, ਸੈਫਰਨ ਆਇਲ ਜਿਹੜਾ ਉਹ ਬਹੁਤ ਇਸਤੇਮਾਲ ਮਤਲਬ ਜਿੰਨੇ ਤੇਲ ਹੈਗੇ ਆ ਜੋ ਅਸੀਂ ਗਰੋਸਰੀ ਸਟੋਰਾਂ ਤੋਂ ਲਿਆ ਰਹੇ ਹਾਂ ਉਹਨਾਂ ਦੇ ਵਿੱਚੋਂ ਕੋਈ ਵੀ ਇੱਕ ਤੇਲ ਹੈ ਨਹੀਂ ਹੈ ਜਿਹਦਾ ਅਸੀਂ ਤੜਕਾ ਲਾ ਸਕਦੇ ਹਾਂ। ਉਹ ਅਸੀਂ ਧੱਕੇ ਨਾਲ ਹੀ ਲਾ ਰਹੇ ਹਾਂ ਕਿਉਂਕਿ ਸਾਨੂੰ ਕਹਿ ਲਓ ਕਿ ਵੀ ਕਈ ਵਾਰੀ ਦੱਸਿਆ ਨਹੀਂ ਜਾਂਦਾ ਪ੍ਰੋਪਰ। ਸੋ ਦੇਖੋ ਸਭ ਤੋਂ ਮੇਨ ਜਿਹੜੀ ਗੱਲ ਹੈਗੀ ਉਹ ਇਹ ਹੈ ਕਿ ਜੇ ਤੁਸੀਂ ਤੇਲ ਕਿਸੇ ਨੂੰ ਗਰਮ ਕਰਨਾ ਹੈਗਾ ਆ ਅਤੇ ਉਸ ਸ਼੍ਰੇਣੀ ਦੇ ਵਿੱਚ ਜਿਹੜੇ ਤੇਲਾਂ ਨੂੰ ਤੁਸੀਂ ਗਰਮ ਕਰ ਸਕਦੇ ਹੋ ਉਹਨਾਂ ਦੀ ਜਿਹੜੀ ਇੱਕ ਗਿਣਤੀ ਜਿਹੜੀ ਉਹ ਬਹੁਤ ਘੱਟ ਹੈ। ਸਾਰੇ ਤੇਲਾਂ ਨੂੰ ਗਰਮ ਨਹੀਂ ਕੀਤਾ ਜਾ ਸਕਦਾ, ਪਹਿਲੀ ਗੱਲ ਤਾਂ ਸਾਨੂੰ ਇਹ ਸਮਝਣ ਦੀ ਜ਼ਰੂਰਤ ਹੈ। ਹਰ ਇੱਕ ਤੇਲ ਗਰਮ ਨਹੀਂ ਕੀਤਾ ਜਾ ਸਕਦਾ। ਸੋ ਜਿਹੜੇ ਗਰਮ ਕੀਤੇ ਜਾ ਸਕਦੇ ਆ ਉਹ ਤੇਲਾਂ ਦੇ ਵਿੱਚ ਜਿਹੜੀ ਆ ਇੱਕ ਤਾਂ ਆਉਂਦਾ ਸਾਡਾ ਸਭ ਤੋਂ ਵਧੀਆ ਵੱਡਾ ਦੇਸੀ ਘਿਓ। ਦੇਸੀ ਘਿਓ ਜਿਹੜਾ ਹੈ ਉਸ ਨੂੰ ਗਰਮ ਕੀਤਾ ਜਾ ਸਕਦਾ ਹੈਗਾ ਆ, ਔਰ ਉਹ ਜਦੋਂ ਉਹਨੂੰ ਗਰਮ ਕਰਦੇ ਆ ਤਾਂ ਉਹ ਆਪਣੀ ਨਿਊਟ੍ਰੀਸ਼ਨਲ ਵੈਲਿਊ ਜਿਹੜੀ ਹੈ ਉਹ ਲੂਜ਼ ਨਹੀਂ ਕਰਦਾ ਹੈਗਾ। ਉਹਦਾ ਜਿਹੜਾ ਮੈਲਟਿੰਗ ਪੁਆਇੰਟ ਵੀ ਜਿਹੜਾ ਉਹ ਹਾਈ ਹੈਗਾ ਆ ਅਤੇ ਉਹ ਹੀਟ ਨੂੰ ਜ਼ਿਆਦਾ ਸਸਟੇਨ ਕਰ ਸਕਦਾ ਹੈਗਾ। ਸੋ ਇੱਕ ਤਾਂ ਦੇਸੀ ਘਿਓ ਜਿਹੜਾ ਆ ਉਹ ਬਹੁਤ ਵਧੀਆ ਹੈਗਾ ਆ, ਉਸ ਦਾ ਤੜਕਾ ਲਗਾਇਆ ਜਾ ਸਕਦਾ। ਦੂਸਰੇ ਨੰਬਰ ਦੇ ਉੱਤੇ ਆਉਂਦਾ ਆ ਸਾਡਾ ਕੋਕੋਨਟ ਆਇਲ। ਸੋ ਜਿਹੜਾ ਗਿਰੀ ਦਾ ਤੇਲ ਜਾਂ ਜਿਹਨੂੰ ਅਸੀਂ ਖੋਪੇ ਦਾ ਤੇਲ ਕਹਿੰਦੇ ਹੈਗੇ ਆ, ਮੇਕ ਸ਼ੋਰ ਕਿ ਉਹ ਔਰਗੈਨਿਕ ਜੇ ਉਹ ਹੋ ਜਾਵੇ ਸਭ ਤੋਂ ਬੈਸਟ ਹੈਗਾ, ਖਾਣ ਵਾਲਾ ਹੋਣਾ ਚਾਹੀਦਾ। ਕਈ ਵਾਰੀ ਜਿਹੜਾ ਹੈ ਉਹ ਅਸੀਂ ਨਾਰੀਅਲ ਦਾ ਤੇਲ ਲੈ ਕੇ ਆਉਂਦੇ ਆ ਪਰ ਉਹ ਹੁੰਦਾ ਹੈਗਾ ਵਾਲਾਂ 'ਤੇ ਲਾਉਣ ਵਾਸਤੇ। ਵਾਲਾਂ 'ਤੇ ਲਾਉਣ ਵਾਲਾ ਜਿਹੜਾ ਤੇਲ ਆ ਉਹ ਕਦੀ ਵੀ ਖਾਣਾ ਨਹੀਂ ਚਾਹੀਦਾ ਕਿਉਂਕਿ ਉਹਦੇ ਵਿੱਚ ਵੈਕਸ ਵਗੈਰਾ ਉਹਨਾਂ ਨੇ ਪਾਈ ਹੁੰਦੀ ਹੈਗੀ ਹੈ। ਸੋ ਉਹ ਖਾਣ ਵਾਸਤੇ ਨਹੀਂ ਹੁੰਦਾ। ਪਰ ਜਿਹੜਾ ਸਾਡਾ ਜਿਹੜਾ ਨੋਰਮਲ ਜਿਹੜਾ ਔਰਗੈਨਿਕ ਕੋਕੋਨਟ ਆਇਲ ਹੈਗਾ ਆ ਉਸ ਨੂੰ ਇਸਤੇਮਾਲ ਕੀਤਾ ਜਾ ਸਕਦਾ ਆ। ਐਂਡ ਤੁਸੀਂ ਦੇਖੋ ਕਿ ਔਰ ਜਿਹੜਾ ਸਾਡਾ ਇਹ ਤੇਲ ਹੈਗਾ ਆ ਕੋਕੋਨਟ ਦਾ, ਇਹ ਇੰਨੀ ਵਧੀਆ ਇਹੋ ਫੈਟ ਹੈਗੀ ਆ ਕਿ ਇਹ ਅੰਦਰ ਜਦੋਂ ਜਾਂਦਾ ਹੈਗਾ ਆ ਅਤੇ ਇਹ ਸਗੋਂ ਐਕਚੁਅਲੀ ਜਿਹੜੀ ਸਾਡੀ ਸਟੋਰਡ ਫੈਟ ਹੈ ਬੋਡੀ ਦੇ ਵਿੱਚ ਉਸ ਨੂੰ ਇਹ ਖੋਰਦਾ ਆ। ਹੁਣ ਤੁਸੀਂ ਦੇਖੋ ਕਿ ਉਹ ਵੇਟ ਲੋਸ ਕਰ ਰਿਹਾ ਇੱਕ ਹਿਸਾਬ ਦਾ, ਕਿਉਂਕਿ ਸਾਡੀ ਬੋਡੀ ਦਾ ਜਿਹੜਾ ਫੈਟ ਮੈਟਾਬੋਲਿਜ਼ਮ ਹੈ ਇਹ ਕੋਕੋਨਟ ਆਇਲ ਦੇ ਨਾਲ ਫਾਸਟ ਹੁੰਦਾ। ਤੁਸੀਂ ਦੇਖੋ ਕਿ ਜਿਨ੍ਹਾਂ ਲੋਕਾਂ ਨੇ ਵੀ ਕੋਕੋਨਟ ਆਇਲ ਜਿਹੜਾ ਜਦੋਂ ਤੁਸੀਂ ਖਾਂਦੇ ਹੈਗੇ ਹੋ ਤੁਸੀਂ ਨੋਟ ਕਰੋ ਕਿ ਜਿੱਦਾਂ ਹੀ ਤੁਸੀਂ ਖਾਣਾ ਸ਼ੁਰੂ ਕਰਦੇ ਹੋ ਅਤੇ ਉਹ ਤੁਹਾਨੂੰ ਆਪਣੇ ਆਪ ਦੇ ਵਿੱਚ ਹੀ ਬਹੁਤ ਵਧੀਆ ਮਹਿਸੂਸ ਹੋਣਾ ਸ਼ੁਰੂ ਹੋ ਜਾਂਦਾ। ਸਕਿਨ ਵੀ ਜਿਹੜੀ ਹੈ ਉਹ ਤੁਹਾਡੀ ਵਧੀਆ ਹੋਣੀ ਸ਼ੁਰੂ ਹੋ ਜਾਂਦੀ ਹੈ, ਝੁਰੜੀਆਂ ਖਤਮ ਹੋਣੀਆਂ ਸ਼ੁਰੂ ਹੋ ਜਾਂਦੀਆਂ ਕਿਉਂਕਿ ਇਹਦੇ ਵਿੱਚ ਜਿਹੜਾ ਇੱਕ ਕੋਕੋਨਟ ਆਇਲ ਦੇ ਵਿੱਚ ਕੋਲੇਜਨ ਪ੍ਰਮੋਟਿੰਗ ਇੱਕ ਫੈਕਟਰ ਹੈ। ਸਾਡੀ ਸਕਿਨ ਦੇ ਵਿੱਚ ਜਿਹੜਾ ਕੋਲੇਜਨ ਹੁੰਦਾ ਕਿ ਜਦੋਂ ਉਹ ਸੁੰਗੜਨਾ ਸ਼ੁਰੂ ਹੋ ਜਾਂਦਾ ਇਸੇ ਕਰਕੇ ਸਾਨੂੰ ਝੁਰੜੀਆਂ ਪੈਣੀਆਂ ਸ਼ੁਰੂ ਹੋ ਜਾਂਦੀਆਂ ਜਾਂ ਡਾਰਕ ਸਰਕਲਸ ਵਗੈਰਾ ਆਉਣੇ ਸ਼ੁਰੂ ਹੋ ਜਾਂਦੇ ਆ ਜਾਂ ਹੋਰ ਕਈ ਤਰ੍ਹਾਂ ਦੀਆਂ ਪ੍ਰੋਬਲਮਸ ਆਉਣੀਆਂ ਸ਼ੁਰੂ ਹੋ ਜਾਂਦੀਆਂ। ਸੋ ਕੋਕੋਨਟ ਆਇਲ ਜਿਹੜਾ ਆ ਇਹ ਇੱਦਾਂ ਦਾ ਤੇਲ ਹੈ ਕਿ ਜਿਸ ਨਾਲ ਅਸੀਂ ਤੜਕਾ ਜੇ ਲਗਾਉਂਦੇ ਹਾਂ ਔਰ ਗੁਰਪਾਲ ਜੀ ਉਹਦੇ ਨਾਲ ਐਕਚੁਅਲੀ ਉਹਦੀ ਟੇਸਟ ਵੀ ਬਹੁਤ ਵਧੀਆ ਹੋ ਜਾਂਦਾ ਸਬਜ਼ੀ ਦਾ, ਕਿਉਂਕਿ ਜਦੋਂ ਉਹ 'ਚ ਟੇਸਟ ਪੈਂਦਾ ਹੈ ਨਾ ਕੋਕੋਨਟ ਦਾ ਕਿਸੇ ਵੀ ਸਬਜ਼ੀ ਦੇ ਵਿੱਚ ਉਹਦਾ ਟੇਸਟ ਹੀ ਡਿਫਰੈਂਟ ਹੋ ਜਾਂਦਾ, ਵਧੀਆ ਹੋ ਜਾਂਦਾ ਜਿੱਦਾਂ ਦੇਸੀ ਘਿਓ ਦੇ ਨਾਲ ਹੈ ਨਾ। ਜਦੋਂ ਦੇਸੀ ਘਿਓ ਨੂੰ ਵੀ ਤੜਕਾ ਲਾਵਾਂਗੇ ਤੇ ਉਹਦਾ ਟੇਸਟ ਹੀ ਇਨਹਾਂਸ ਹੋ ਜਾਂਦਾ। ਤੁਸੀਂ ਕਹਿ ਰਹੇ ਤੇ ਮੈਂ ਸਵਾਦ ਲੈ ਰਿਹਾ ਸੀ, ਮੈਂ ਕਿਹਾ ਕਿਹੜੀ ਸਬਜ਼ੀ 'ਚ ਪਾਇਆ ਜਾਵੇ ਕਿੱਦਾਂ ਦਾ ਸਵਾਦ ਲੱਗਦਾ ਦੱਸਣ ਦਾ। ਤੁਸੀਂ ਕਹਿੰਦੇ ਵੀ ਜਾਣੀ ਕਿ ਉਹਦਾ ਤੜਕਾ ਵੀ ਲਾਇਆ ਜਾ ਸਕਦਾ, ਵੈਸੇ ਜੇ ਦਾਲ ਸਬਜ਼ੀ ਕਿਸੇ 'ਚ ਪਾਉਣਾ ਹੋਵੇ ਪਾਇਆ ਜਾ ਸਕਦਾ, ਪਰ ਉਹ ਕੋਕੋਨਟ ਆਇਲ ਉਹ ਹੋਣਾ ਚਾਹੀਦਾ ਜਿਹੜਾ ਤੁਸੀਂ ਸਿਰਫ ਕੁਕਿੰਗ ਵਾਸਤੇ ਯੂਜ਼ ਕਰ ਸਕਦੇ ਹੋ। ਵਾਲਾ ਤੁਸੀਂ ਯੂਜ਼ ਨਹੀਂ ਕਰਨਾ, ਉਹਦੇ ਵਿੱਚ ਵਿਕਸ ਪਾਈ ਹੁੰਦੀ ਆ, ਉਸ ਚੀਜ਼ਾਂ ਤੋਂ ਬੇਖਬਰ ਜਾਣੀ ਕਿ ਨਹੀਂ ਹੋਣਾ। ਉਹ ਚੰਗੀ ਤਰ੍ਹਾਂ ਤੈਨੂੰ ਪਤਾ ਲੱਗਣਾ ਚਾਹੀਦਾ ਵੀ ਇਹਦੇ ਵਿੱਚ ਕਿਹੜਾ ਯੂਜ਼ ਕਰਦਾ ਕਿਹੜਾ ਨਹੀਂ, ਕਿਹੜੀ ਚੀਜ਼ ਵਾਸਤੇ ਯੂਜ਼ ਕੀਤਾ ਜਾ ਸਕਦਾ।
ਤੇ ਰੂਬਲ ਸਾਹਿਬ ਕੰਟੀਨਿਊ ਆਪਾਂ ਕਰਦੇ ਹਾਂ। ਦੱਸਦੀ ਉਸ ਤੋਂ ਪਹਿਲਾਂ ਕਿ ਪ੍ਰੋਗਰਾਮ ਦਾ ਹਿੱਸਾ A1 ਟੈਕਸੀ ਦੇ ਸਹਿਯੋਗ ਨਾਲ ਪੇਸ਼ ਕੀਤਾ ਜਾ ਰਿਹਾ। 905 453 66 ਆਨੰਦ ਤਹਿਤ 416 829 82 81 ਤੇ ਏਸ ਰੇਟਿੰਗ ਅਮਰੀਕ ਸੰਧੂ 416 803 80 53 ਭੁੱਲਰ ਆਫਿਸ 905 564 32 30 ਤੇ ਲਵ ਤੰਦੂਰੀ 905 450 0000 ਤੇ ਸਾਨੂੰ ਅੱਜ ਰੀਲ ਸੇਲ ਵਿੱਚੋਂ ਜੁਆਇਨ ਕੀਤਾ ਜੀ ਪਰਜਿੰਦਰ ਸਿੰਘ ਜੀ ਨੇ। ਇਹ ਹੋਮ ਲਾਈਫ ਹਾਈ ਸਟੈਂਡਰਡ G1 ਰਿਐਲਟੀ ਦੇ ਨਾਲ ਕੰਮ ਕਰਦੇ ਨੇ। ਰੈਜ਼ੀਡੈਂਸ਼ੀਅਲ ਕਮਰਸ਼ੀਅਲ ਜਾਂ ਇਨਵੈਸਟਮੈਂਟ ਜਾਂ ਪ੍ਰੀ ਕੰਸਟਰਕਸ਼ਨ ਦੀਆਂ ਕੋਈ ਪ੍ਰੋਜੈਕਟ ਲੈਣੇ ਚਾਹੁੰਦੇ ਹੋ ਤੇ ਕਾਲ ਕਰਨੀ ਹੈ ਜੀ 416 697 9306 ਦੇ ਉੱਤੇ ਇਹਨਾਂ ਦੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਕੰਟੀਨਿਊ ਜੀ ਆਪਣੇ ਕੋਕੋਨਟ ਆਇਲ ਤੋਂ ਜੀ। ਹਾਂਜੀ, ਦੇਖੋ ਕੋਕੋਨਟ ਆਇਲ ਜਿਹੜਾ ਹੈਗਾ ਆ, ਤੁਸੀਂ ਨੋਟ ਕਰਿਓ ਕਿ ਜਿਹੜੇ ਲੋਕ ਸਾਊਥ ਦੇ ਵਿੱਚ ਰਹਿੰਦੇ ਆ ਬੀਚ ਦੇ ਆਲੇ ਦੁਆਲੇ, ਤੁਸੀਂ ਦੇਖਿਆ ਕਿ ਬਹੁਤ ਲੋਕ ਮੱਛੀ ਖਾਂਦੇ ਹੈਗੇ ਆ ਜਾਂ ਉਹ ਕੋਕੋਨਟ ਆਇਲ ਕੋਕੋਨਟ ਜਿਹੜਾ ਆ ਉਹ ਖਾਂਦੇ ਆ, ਉਹਦਾ ਪਾਣੀ ਪੀਂਦੇ ਹੈਗੇ ਆ। ਤੁਸੀਂ ਦੇਖੋ ਕਿ ਉਹ ਲੋਕ ਜਿਹੜੇ ਸਾਡੇ ਪੰਜਾਬੀਆਂ ਦੇ ਨਾਲੋਂ ਕਿੰਨੇ ਦੁਬਲੇ ਪਤਲੇ ਹੁੰਦੇ ਆ, ਉਹਨਾਂ ਦਾ ਸਰੀਰ ਬੜਾ ਵਧੀਆ ਹੁੰਦਾ ਹੈਗਾ। ਸੋ ਕੋਕੋਨਟ ਆਇਲ ਜਿਹੜਾ ਹੈਗਾ ਆ ਇਹ ਖਾਣ ਵਾਸਤੇ ਬਹੁਤ ਵਧੀਆ ਹੈਗਾ, ਬਹੁਤ ਲਾਭਦਾਇਕ ਹੈ ਔਰ ਉਸਨੂੰ ਹਾਈ ਟੈਂਪਰੇਚਰ ਦੇ ਉੱਤੇ ਅਸੀਂ ਇਸਤੇਮਾਲ ਕਰ ਸਕਦੇ ਹੈਗੇ ਆ, ਬਹੁਤ ਵਧੀਆ ਹੈਗਾ। ਫਿਰ ਤੀਸਰੇ ਨੰਬਰ ਦੇ ਉੱਤੇ ਐਵਾਕਾਡੋ ਆਇਲ। ਹੁਣ ਸਾਡੀ ਕਮਿਊਨਿਟੀ ਦੇ ਵਿੱਚ ਐਵਾਕਾਡੋ ਐਕਚੁਅਲੀ ਬਹੁਤ ਘੱਟ ਖਾਧਾ ਜਾਂਦਾ। ਅਸੀਂ ਆਮ ਕਰਕੇ ਜਦੋਂ ਮੈਂ ਪੇਸ਼ੈਂਟਸ ਨੂੰ ਕਈ ਵਾਰੀ ਕਹਿੰਦਾ ਕਿ ਐਵਾਕਾਡੋ ਫਰੂਟ ਜਿਹੜਾ ਉਹ ਖਾਇਆ ਕਰੋ, ਸਭ ਤੋਂ ਪਹਿਲਾ ਜਵਾਬ ਇਹੀ ਹੁੰਦਾ ਕਿ ਯਾਰ ਇਹ ਤਾਂ ਬੜਾ ਫਿੱਕਾ ਜਿਹਾ ਆ, ਇਹ ਤਾਂ ਖਾਧਾ ਹੀ ਨਹੀਂ ਜਾਂਦਾ ਹੈਗਾ, ਇਹਦੇ 'ਚ ਤਾਂ ਕੋਈ ਸਵਾਦ ਤਾਂ ਕੋਈ ਹੈ ਨਹੀਂ। ਕਿਉਂਕਿ ਅਸੀਂ ਜਿਹੜੇ ਆ ਹਰ ਇੱਕ ਚੀਜ਼ ਨੂੰ ਅਸੀਂ ਸਵਾਦ ਦੇ ਨਾਲ ਜਿਹੜਾ ਹੈਗਾ ਉਹ ਕਰਦੇ ਪਏ ਆ। ਮੈਟਰ ਆਫ ਫੈਕਟ ਪਰ ਖੰਡ ਅੰਦਰ ਜਾਵੇ ਤੇ ਮੂੰਹ ਭਰ ਕੇ ਲੂਣ ਮਸਾਲਾ ਅੰਦਰ ਜਾਵੇ ਤਾਂ ਚੰਗਾ ਲੱਗਦਾ, ਤਾਂ ਸਾਨੂੰ ਚੰਗਾ ਲੱਗਦਾ। ਪਰ ਨਹੀਂ, ਜਿਹੜੀ ਸਾਡੀ ਐਵਾਕਾਡੋ ਫਰੂਟ ਹੈਗਾ ਆ ਉਹ ਬਹੁਤ ਵਧੀਆ ਇੱਕ ਫਰੂਟ ਹੈਗਾ ਆ। ਉਹ ਇੰਨਾ ਵਧੀਆ ਆ ਕਿ ਸਭ ਤੋਂ ਜ਼ਿਆਦਾ ਗੁੱਡ ਫੈਟ ਜਿਹੜੀ ਆ ਸਾਡੀ ਬਾਡੀ ਦੇ ਵਿੱਚ ਜਿਹੜੀ ਜਾਣੀ ਚਾਹੀਦੀ ਹੈਗੀ ਆ ਉਹ ਸਾਨੂੰ ਐਵਾਕਾਡੋ ਤੋਂ ਮਿਲਦੀ ਹੈਗੀ ਆ। ਸੋ ਐਵਾਕਾਡੋ ਦਾ ਆਇਲ ਤੇਲ ਜਿਹੜਾ ਆ ਇਸ ਨੂੰ ਵੀ ਹਾਈ ਟੈਂਪਰੇਚਰ ਦੇ ਉੱਤੇ ਅਸੀਂ ਉਹਨੂੰ ਹੀਟ ਕਰ ਸਕਦੇ ਹਾਂ। ਔਰ ਐਵਾਕਾਡੋ ਆਇਲ ਦੇ ਨਾਲ ਜੇ ਤੁਸੀਂ ਸਬਜ਼ੀ ਬਣਾਉਂਦੇ ਹੋ ਅਤੇ ਤੁਸੀਂ ਬਹੁਤ ਵਧੀਆ ਆਪਣੀ ਬਾਡੀ ਦੇ ਵਿੱਚ ਜਿਹੜਾ ਆ ਫੈਟਸ ਜਿਹੜੀਆਂ ਉਹ ਭੇਜ ਰਹੇ ਹੋ। ਔਰ ਇਹੋ ਜਿਹੀਆਂ ਇਹ ਫੈਟਸ ਹੈਗੀਆਂ ਕਿ ਜਿਹੜੀਆਂ ਅੰਦਰ ਜਾ ਕੇ ਜਿਹੜੀਆਂ ਅਨਨੈਸੈਸਰੀ ਫੈਟ ਹੈ ਉਹਨਾਂ ਨੂੰ ਇਹ ਬਰਨ ਕਰਦੀਆਂ, ਅਨਨੈਸੈਸਰੀ ਫੈਟ ਨੂੰ ਇਹੋ ਮੈਲਟ ਕਰਦੀਆਂ ਹੈਗੀਆਂ। ਸੋ ਐਂਡ ਉਹੀ ਗੱਲ ਫਿਰ ਕਿ ਵੀ ਜੇ ਆਰਟਰੀਜ਼ ਦੇ ਅੰਦਰ ਜੇ ਤੁਹਾਡੇ ਪੈਚ ਲੱਗ ਰਹੇ ਹੈਗੇ ਆ ਅਤੇ ਅੱਗੇ ਜਾ ਕੇ ਸਟ੍ਰੋਕ ਦੇ ਚਾਂਸਿਸ ਹੈ ਅਤੇ ਤੁਸੀਂ ਫਿਰ ਤਾਂ ਬਹੁਤ ਜ਼ਰੂਰੀ ਹੈ ਕਿ ਤੁਸੀਂ ਇਹੋ ਜਿਹੀਆਂ ਫੈਟਸ ਜਿਹੜੀਆਂ ਉਹ ਖਾਓ ਜਿਹੜੀਆਂ ਕਿ ਇਹਨਾਂ ਨੂੰ ਅੰਦਰ ਜਿਹੜੇ ਤੁਹਾਡੇ ਬਲੋਕੇਜ ਹੋ ਰਹੀ ਹੈ ਉਹਨਾਂ ਨੂੰ ਇਹੋ ਮੈਲਟ ਕਰਨ, ਤਾਂ ਕਿ ਜਿਹੜਾ ਤੁਹਾਡਾ ਕਾਰਡੀਓਵੈਸਕੂਲਰ ਸਿਸਟਮ ਹੈ ਉਹ ਪ੍ਰੋਪਰ ਜਿਹੜਾ ਤੁਹਾਡਾ ਠੀਕ ਹੋਵੇ। ਰੈਦਰ ਦੈਨ ਕਿ ਅਸੀਂ ਇੱਕ ਸੌਰੀ ਟੂ ਸੇ ਪਰ ਚੀਪ ਆਇਲ ਜਿਹੜੇ ਹੈਗੇ ਆ ਉਹ ਅਸੀਂ ਘਰੇ, ਸਾਡੀ ਕੋਸ਼ਿਸ਼ ਇਹੀ ਹੁੰਦੀ ਹੈ ਕਿ ਜਦੋਂ ਅਸੀਂ ਗਰੋਸਰੀ ਸਟੋਰ 'ਤੇ ਜਾਂਦੇ ਹਾਂ ਸਭ ਤੋਂ ਪਹਿਲਾਂ ਇਹ ਦੇਖਦੇ ਹਾਂ ਕਿ ਕਿਹੜਾ ਸੇਲ 'ਤੇ ਲੱਗਾ, ਸੇਲ ਕਿਹੜਾ ਲੱਗਾ, ਕਿਹੜੀ 'ਤੇ ਲੱਗੀ ਹੈਗੀ ਹੈ, ਅਤੇ ਫਿਰ ਅਸੀਂ ਉਹੀ ਚੱਕ ਕੇ ਲਿਆਉਂਦੇ ਹਾਂ। ਅਸੀਂ ਦੇਖਦੇ ਹੀ ਹੈ ਨਹੀਂ ਹੈਗੇ ਕਿ ਉਹ ਤੇਲ ਐਕਚੁਅਲੀ ਜਿਹੜਾ ਅਸੀਂ ਲਿਆ ਰਹੇ ਹਾਂ ਉਹ ਐਕਚੁਅਲੀ ਤੇਲ ਨਹੀਂ, ਉਹ ਅਸੀਂ ਤਾਂ ਬਿਮਾਰੀਆਂ ਘਰੇ ਲਿਆ ਰਹੇ ਹੈਗੇ ਹਾਂ। ਜੇ ਤੁਸੀਂ ਉਹ ਤੇਲ ਲੈਂਦੇ ਹੈਗੇ ਹੋ, ਖਾਂਦੇ ਹੋ, ਉਹਨਾਂ ਦਾ ਤਰੀਕਾ ਡਿਫਰੈਂਟ ਹੈਗਾ ਆ। ਹੁਣ ਐਕਸਟਰਾ ਵਰਜਿਨ ਆਇਲ ਜਿਹੜੀ ਓਲਿਵ ਆਇਲ ਦੀ ਅਸੀਂ ਗੱਲ ਕੀਤੀ ਹੈ ਉਹ ਕੋਈ ਮਾੜਾ ਥੋੜ੍ਹਾ ਆ ਤੇਲ, ਉਹ ਤੇਲ ਚੰਗਾ ਹੈਗਾ। ਉਹ ਪ੍ਰੋਬਲਮ ਇਜ਼ ਕਿ ਜਿਹੜੀ ਅਸੀਂ ਉਹਨੂੰ ਕੁਕਿੰਗ ਕਰ ਰਹੇ ਹੈਗੇ ਹਾਂ ਪ੍ਰੋਬਲਮ ਉਹਦੇ 'ਤੇ ਹੈ। ਤੁਸੀਂ ਉਹਨੂੰ ਖਾਓ ਜੀ, ਸਦਕੇ ਖਾਓ ਉਹਨੂੰ, ਪਰ ਉਹ ਖਾਣ ਦਾ ਤਰੀਕਾ ਇਹ ਹੈ ਕਿ ਜਦੋਂ ਤੁਸੀਂ ਕੌਲੀ ਦੇ ਵਿੱਚ ਸਬਜ਼ੀ ਪਾ ਲਈ ਆਪਣੀ ਅਤੇ ਉਹ ਸਬਜ਼ੀ ਜਿਹੜੀ ਹੈ ਉਹ ਤੁਸੀਂ ਜਦੋਂ ਤੁਸੀਂ ਮਤਲਬ ਟੇਬਲ ਦੇ ਉੱਤੇ ਪਾ ਲਈ ਅਤੇ ਉਸ ਟਾਈਮ ਉਹਦੇ ਉੱਤੇ ਜਿਹੜਾ ਤੁਸੀਂ ਤੇਲ ਪਾਉਣਾ ਹੁੰਦਾ। ਜਾਂ ਜਦੋਂ ਤੁਸੀਂ ਸੈਲਡ ਖਾ ਰਹੇ ਹੈਗੇ ਹੋ ਅਤੇ ਉਹ ਸੈਲਡ ਦੇ ਵਿੱਚ ਮੁੜ ਕੇ ਉੱਤੋਂ ਦੀ ਤੇਲ ਜਿਹੜਾ ਉਹ ਤੁਸੀਂ ਪਾ ਸਕਦੇ ਹੈਗੇ ਹੋ। ਇਹ ਬੈਸਟ ਤਰੀਕਾ ਹੈ। ਔਰ ਉਹਨੂੰ ਤੁਹਾਨੂੰ ਸਟੋਰ ਵੀ ਫਰਿੱਜ 'ਚ ਕਰਨਾ ਹੁੰਦਾ। ਕਿੰਨੇ ਕੁ ਲੋਕ ਹੈ ਕਿ ਜਿਹੜੇ ਐਕਸਟਰਾ ਓਲਿਵ ਵਰਜਿਨ ਜਿਹੜਾ ਤੇਲ ਲੈ ਕੇ ਆ ਰਹੇ ਹੈਗੇ ਆ ਪਰ ਉਹ ਫਰਿੱਜ ਦੇ ਵਿੱਚ ਰੱਖ ਰਹੇ ਆ। ਬਹੁਤ ਘੱਟ ਲੋਕ ਹੋਣਗੇ, ਕਈਆਂ ਨੂੰ ਤਾਂ ਪਤਾ ਵੀ ਹੈ ਨਹੀਂ। ਉਹ ਤਾਂ ਛੱਡੋ, ਤੁਸੀਂ ਇੰਨਾ ਦੱਸੋ ਵੀ ਆਪਣੇ ਲੋਕ ਕਿੰਨੇ ਕੁ ਜਿਹੜੇ ਹੋਣਗੇ ਜਿਹੜੇ ਇੱਦਾਂ ਆਇਲ ਪਾ ਕੇ ਉੱਪਰ ਦੀ ਖਾਂਦੇ ਨੇ। ਉਹ ਤਾਂ ਕਹਿੰਦੇ ਵੀ ਪਹਿਲੇ ਸਾਡੇ ਜੀਭ ਦੇ ਵਿੱਚ ਤਿਲਕਣ ਜੀ ਹੋ ਜਾਂਦੀ ਤੇ ਖਾਣਾ ਪੀਣਾ ਕਿ ਬਾਕੀ ਖਾਣ ਨੂੰ ਦਿਲ ਨਹੀਂ ਕਰਦਾ, ਉਲਟੀ ਆਉਣ ਨੂੰ ਦਿਲ ਕਰੇਗਾ, ਦਿਸ ਐਂਡ ਦੈਟ, ਸੋ ਮੈਨੀ ਐਕਸਕਿਊਜ਼। ਜਦੋਂ ਤੁਸੀਂ ਇਹ ਚੀਜ਼ ਦੀ ਆਦਤ ਪਾ ਲਓਗੇ ਤਾਂ ਡੈਫੀਨੇਟਲੀ ਤੁਹਾਡੀ ਜਿੱਥੋਂ ਜੀਭ ਤੋਂ ਲੈ ਕੇ ਤੁਹਾਡੇ ਅੰਦਰ ਦੀਆਂ ਅੰਤੜੀਆਂ ਬਿਲਕੁਲ ਚੰਗੀ ਤਰ੍ਹਾਂ ਸਾਫ਼ ਹੋਣਗੀਆਂ ਤੇ ਤੁਹਾਡੀ ਪਾਚਨ ਸ਼ਕਤੀ ਵੀ ਉਸ ਤਰੀਕੇ ਦੇ ਨਾਲ ਤੁਹਾਡੀ ਸਟਰੋਂਗ ਹੋਵੇਗੀ। ਸੋ ਦੇਖੋ ਜਿਹੜੇ ਸਾਡੀ ਬਾਡੀ ਦੇ ਅੰਦਰ ਜਿਹੜੀ ਹੈ ਨਾ EFAs ਆਪਾਂ ਉਹਨੂੰ ਕਹਿੰਦੇ ਹੈਗੇ ਆ ਕਿ ਅਸੈਂਸ਼ੀਅਲ ਫੈਟੀ ਐਸਿਡਸ। ਸੋ ਅਸੈਂਸ਼ੀਅਲ ਫੈਟੀ ਐਸਿਡਸ ਇਹ ਕੁਛ ਚੀਜ਼ਾਂ ਹੁੰਦੀਆਂ ਹੈਗੀਆਂ ਕਿ ਜਿਹੜੀਆਂ ਸਾਡੀ ਬਾਡੀ ਨੂੰ ਜ਼ਰੂਰਤ ਹੈ ਔਰ ਉਹਦੇ ਤੋਂ ਬਗੈਰ ਸਾਡੀ ਬਾਡੀ ਜਿਹੜੀ ਉਹ ਵਰਕ ਨਹੀਂ ਕਰ ਸਕਦੀ। ਪਰ ਬਹੁਤੀ ਵਾਰੀ ਜਿਹੜਾ ਆ ਉਹ ਅਸੀਂ ਉਹਨਾਂ ਨੂੰ ਕੋਂਬੀਨੇਸ਼ਨ ਪ੍ਰੋਪਰ ਨਹੀਂ ਕੀਤਾ ਹੁੰਦਾ ਹੈਗਾ, ਜਾਂ ਸਾਡੀ ਕੁਕਿੰਗ ਕਰਨ ਦਾ ਤਰੀਕਾ ਜਿਹੜਾ ਉਹ ਗਲਤ ਹੁੰਦਾ।
ਜਿਹਦੇ ਕਰਕੇ ਉਹ ਫਿਰ ਤੇਲ ਜਿਹੜੇ ਆ ਉਹ ਸਾਰੇ ਦੇ ਸਾਰੇ ਕੁਕਿੰਗ ਦੇ ਦੌਰਾਨ ਖਰਾਬ ਹੋ ਜਾਂਦੇ ਆ। ਉਹਨਾਂ ਦੇ ਵਿੱਚ ਜਿਹੜੇ ਐਂਟੀਆਕਸੀਡੈਂਟਸ ਹੁੰਦੇ ਆ ਜਿਨ੍ਹਾਂ ਨੇ ਉਹਨੂੰ ਪਚਾਉਣਾ ਹੁੰਦਾ, ਉਹ ਸਾਰੇ ਦੇ ਸਾਰੇ ਜਿਹੜੇ ਹੈਗੇ ਆ ਅਸੀਂ ਨਸ਼ਟ ਕਰ ਦਿੰਦੇ ਹਾਂ। ਅਤੇ ਉਹਦੇ ਨਾਲ ਫਿਰ ਜਦੋਂ ਅਸੀਂ ਉਹ ਖਾਂਦੇ ਹਾਂ ਤਾਂ ਉਹ ਸਿਵਾਏ ਸਾਡੇ ਅੰਦਰ ਪਲੈਕ ਪੈਦਾ ਕਰਨ ਦੇ ਜਾਂ ਸਾਡੇ ਅੰਦਰ ਸਟਿੱਕੀਨੈਸ ਪੈਦਾ ਕਰਨ ਦੇ ਹੋਰ ਉਹ ਕੁਛ ਕੰਮ ਨਹੀਂ ਕਰਦੇ ਹੈਗੇ। ਅਤੇ ਉਹਦੇ ਨਾਲ ਅੱਗੋਂ ਸਾਨੂੰ ਜਿਹੜੀਆਂ ਬਿਮਾਰੀਆਂ ਲੱਗਦੀਆਂ ਆ, ਉਹਦੇ ਨਾਲ ਸਾਨੂੰ ਸਟ੍ਰੋਕ ਜਾਂ ਹਾਰਟ ਅਟੈਕ ਜਾਂ ਹੋਰ ਕਈ ਤਰ੍ਹਾਂ ਦੀਆਂ ਪ੍ਰੋਬਲਮਸ ਜਿਹੜੀਆਂ ਉਹ ਆਉਣੀਆਂ ਸ਼ੁਰੂ ਹੋ ਜਾਂਦੀਆਂ। ਸੋ ਜਿਵੇਂ ਤੁਸੀਂ ਗੱਲ ਕੀਤੀ ਕਿ ਇਹ ਸਾਡੀ ਸਟ੍ਰੋਕ ਦੀ ਤੁਸੀਂ ਇੱਕ ਗੱਲ ਕੀਤੀ ਸੀ, ਉਹਦੇ ਵਾਸਤੇ ਅਰਜੁਨਾ, ਸਾਰਿਆਂ ਨੂੰ ਪਤਾ ਹੈ ਕਿ ਆਯੁਰਵੈਦ ਦੇ ਵਿੱਚ ਅਰਜੁਨਾ ਦੀ ਜਿਹੜਾ ਇੱਕ ਦਰਖਤ ਹੈ, ਰੁੱਖ ਹੈ, ਔਰ ਉਹਦੀ ਛਾਲ, ਅਰਜਨ ਦੀ ਛਾਲ ਜਿਹੜੀ ਆ ਉਹ ਬਹੁਤ ਵਧੀਆ ਤਰੀਕੇ ਦੇ ਨਾਲ ਸਾਡੇ ਕਾਰਡੀਓਵੈਸਕੂਲਰ ਸਿਸਟਮ ਦੇ ਵਾਸਤੇ ਵਰਕ ਕਰਦੀ ਹੈ, ਸਾਡੇ ਹਾਰਟ ਦੇ ਵਾਸਤੇ ਬਹੁਤ ਵਧੀਆ ਵਰਕ ਕਰਦੀ ਹੈ, ਬਲੱਡ ਪ੍ਰੈਸ਼ਰ ਨੂੰ ਘਟਾਉਂਦੀ ਵੀ ਹੈਗੀ ਹੈ, ਉਹਨੂੰ ਨੋਰਮਲਾਈਜ਼ ਕਰਦੀ ਹੈ। ਐਕਚੁਅਲੀ ਜਿਨ੍ਹਾਂ ਦਾ ਘੱਟ ਹੈ ਉਹਨਾਂ ਨੂੰ ਥੋੜ੍ਹਾ ਜਿਹਾ ਸੈੱਟ ਕਰਦੀ ਹੈ, ਜਿਨ੍ਹਾਂ ਦਾ ਜ਼ਿਆਦਾ ਹੈਗਾ ਉਹਨਾਂ ਨੂੰ ਘਟਾਉਂਦੀ ਹੈ। ਫਿਰ ਉਹਦੇ ਨਾਲ ਕੋਲੈਸਟਰੋਲ ਦੇ ਜਿਹੜੇ ਅੰਦਰ ਪੈਚ ਲੱਗੇ ਹੁੰਦੇ ਆ ਉਹਨਾਂ ਨੂੰ ਉਹ ਖੋਰਦੀ ਹੈ। ਔਰ ਜਿਹੜੀ ਅਰਜੁਨਾ ਛਾਲ ਹੈ, ਜੇ ਉਹ ਤੁਸੀਂ ਉਹਨੂੰ ਐਜ਼ ਏ ਚਾਹ ਦੀ ਤਰ੍ਹਾਂ ਇਸਤੇਮਾਲ ਕਰ ਸਕਦੇ ਹੋ। ਉਹਦੇ ਵਿੱਚ ਤੁਸੀਂ ਉਹਨੂੰ ਜਦੋਂ ਉਬਾਲੋਗੇ ਉਹਦੀ ਛਾਲ ਨੂੰ, ਔਰ ਚਾਹ ਦਾ ਜਿਹੜਾ ਤੁਹਾਡਾ ਜਿਹੜਾ ਰੰਗ ਰੂਪ ਹੈ ਉਹ ਬਿਲਕੁਲ ਉੱਦਾਂ ਦਾ ਹੋ ਜਾਏਗਾ ਜਿੱਦਾਂ ਦਾ ਪੱਤੀ ਦਾ ਹੁੰਦਾ। ਸੋ ਹੁਣ ਤੁਸੀਂ ਪੱਤੀ ਵੀ ਨਹੀਂ ਪੀ ਰਹੇ, ਅਤੇ ਉਹ ਪੱਤੀ ਦੀ ਥਾਂ ਦੇ ਉੱਤੇ ਤੁਸੀਂ ਜਿਹੜਾ ਆ ਉਹ ਅਰਜੁਨਾ ਦੀ ਛਾਲ ਜਿਹੜੀ ਆ ਉਹ ਲੈ ਸਕਦੇ ਹੈਗੇ ਹੋ। ਅਤੇ ਉਹਦੇ ਨਾਲ ਤੁਸੀਂ ਆਪਣੀਆਂ ਆਰਟਰੀਜ਼ ਨੂੰ ਕਲੀਨ ਕਰ ਸਕਦੇ ਹੈਗੇ ਹੋ ਲਗਾਤਾਰ। ਰੂਬਲ ਸਾਹਿਬ, ਇਹ ਤਾਂ ਮੈਨੂੰ ਲੱਗਦਾ ਫਿਰ ਜਿਹੜੀ ਗ੍ਰੀਨ ਟੀ ਵਗੈਰਾ ਪੀਂਦੇ ਉਹਦੇ ਨਾਲ ਤਾਂ ਜ਼ਿਆਦਾ ਮੱਚ ਬੈਟਰ ਹੋਊਗੀ ਇਹ ਚੀਜ਼। ਜੀ, ਜਿਹੜੀ ਸਾਡੀ ਗ੍ਰੀਨ ਟੀਜ਼ ਹੈਗੀਆਂ ਆ ਉਹ ਡਿਫਰੈਂਟ ਤਰੀਕੇ ਦੇ ਨਾਲ ਉਹ ਵੀ ਕੰਮ ਕਰਦੀਆਂ। ਇਟਸ ਨਾਟ ਕਿ ਵੀ ਉਹ ਖਰਾਬ ਨਹੀਂ ਉਹ ਹੈਗੀਆਂ, ਕਹਿਣ ਦਾ ਮਤਲਬ ਵਧੀਆ ਜਾਣ ਕੇ ਅਰਜੁਨਾ ਛਾਲ ਦੇ ਤੇ ਕਾਫੀ ਜ਼ਿਆਦਾ ਫਿਰ ਬੈਨੀਫਿਟ ਜਿੱਦਾਂ। ਹਾਂਜੀ, ਮਤਲਬ ਉਹ ਆਪਣੇ ਤਰੀਕੇ ਦੇ ਨਾਲ ਠੀਕ ਕੰਮ ਕਰਦੀਆਂ ਹੈਗੀਆਂ, ਕਿਉਂਕਿ ਗ੍ਰੀਨ ਟੀਜ਼ ਦੇ ਵਿੱਚ ਜ਼ਿਆਦਾਤਰ ਫਾਈਬਰ ਕੰਟੈਂਟ ਜ਼ਿਆਦਾ ਹੁੰਦਾ, ਉਹਨਾਂ ਦੇ ਵਿੱਚ ਐਂਟੀਆਕਸੀਡੈਂਟਸ ਕੰਟੈਂਟਸ ਜ਼ਿਆਦਾ ਹੈਗੇ ਆ, ਉਹ ਆਪਣੇ ਹਿਸਾਬ ਦੇ ਨਾਲ ਉਹ ਵੀ ਠੀਕ ਹੈ। ਪਰ ਜਿਹੜੀ ਸਾਡੀ ਚਾਹ ਹੈਗੀ ਆ ਇਹ ਤਾਂ ਬਿਲਕੁਲ ਹੀ ਖਰਾਬ ਹੈ। ਤੁਸੀਂ ਫਿਰ ਕਹਿਣਾ ਕਿ ਫਿਰ ਚਾਹ ਦੇ ਉੱਤੇ ਤਵਾ ਲਾਉਣਾ ਸ਼ੁਰੂ ਕਰਤਾ ਸਵੇਰੇ ਸਵੇਰੇ। ਬਹੁਤ ਲੋਕਾਂ ਨੇ ਚਾਹ ਫੜੀ ਵੀ ਹੋਣੀ ਹੈਗੀ ਆ ਜਿਹੜੇ ਡਰਾਈਵ ਕਰ ਰਹੇ ਆ। ਫੜੀ ਵੀ ਹੋਣੀ, ਉਹਨੇ ਘੁੱਟ ਦੀ ਥਾਂ ਤੇ ਫਿਰ ਗਾਲੀ ਉਹਨਾਂ ਦੇ ਮੂੰਹ 'ਚ ਹੋਣੀ ਆ। ਜੀ ਜੀ ਜੀ, ਪੈਸੇ ਖਰਾਬ ਕਰਾ ਦਿੱਤੇ। ਗਾਲਾਂ ਮਿੱਠੀਆਂ ਸਾਨੂੰ ਚੰਗੀਆਂ ਲੱਗਣੀਆਂ ਜੇਕਰ ਉਹਨਾਂ ਦੀ ਤੰਦਰੁਸਤੀ ਵੱਲ ਨੂੰ ਤੁਹਾਡਾ ਸਰੀਰ ਵੱਧਦਾ ਹੈ, ਜੇਕਰ ਤੰਦਰੁਸਤ ਹੋਈ ਹੁੰਦੀ ਹੈ। ਜੇਕਰ ਚਾਹ ਦਾ ਕੱਪ ਤੁਸੀਂ ਇੱਦਾਂ ਦਾ ਪੀਣਾ ਛੱਡ ਕੇ ਇਹੋ ਜਿਹੀ ਚਾਹ ਪੀਣੀ ਸ਼ੁਰੂ ਕਰ ਦਿੰਦੇ ਹੋ ਤੇ ਡੈਫੀਨੇਟਲੀ ਸਾਨੂੰ ਤੁਹਾਡੀਆਂ ਗਾਲਾਂ ਵੀ ਮਨਜ਼ੂਰ ਹੈ। ਸਾਨੂੰ ਤੁਹਾਡੀ ਸਿਹਤ ਚਾਹੀਦੀ ਆ, ਤੰਦਰੁਸਤ ਚਾਹੀਦੇ ਆ। ਤੰਦਰੁਸਤ ਤੁਸੀਂ ਹੋਵੋਗੇ ਤੇ ਤੰਦਰੁਸਤ ਹੋ ਕੇ ਤੁਸੀਂ ਗਾਲ ਵਾਲੀ ਵੀ ਸਾਨੂੰ ਕੱਢ ਸਕਦੇ ਹੋ, ਤਾਂ ਸਾਨੂੰ ਐਪਰੀਸ਼ੀਏਟ ਕਰਾਂਗੇ ਤੁਹਾਡਾ। ਥੈਂਕ ਯੂ। ਬਿਲਕੁਲ। ਸੋ ਮਤਲਬ ਦੇਖੋ, ਬਾਡੀ ਦੇ ਵਿੱਚ ਜਿਹੜੀ ਹੈ ਨਾ, ਅਸੀਂ ਜਿਹੜੀ ਕੋਈ ਵੀ ਰੋਟੀ ਪਾਣੀ ਖਾਂਦੇ ਹਾਂ ਜੋ ਅਸੀਂ ਖਾਂਦੇ ਕਾਹਦੇ ਵਾਸਤੇ ਆ? ਐਨਰਜੀ ਦੇ ਵਾਸਤੇ। ਅਤੇ ਜੇ ਉਹੀ ਬਾਡੀ ਸਾਨੂੰ ਜਿਹੜੀ ਹੈ ਉਹ ਅੱਗੇ ਜਾ ਕੇ ਉਹ ਜਿਹੜੀ ਰੋਟੀ ਪਾਣੀ ਅੱਗੇ ਜਾ ਕੇ ਸਾਨੂੰ ਖਰਾਬ ਕਰ ਰਹੀ ਹੈ ਜਾਂ ਸਾਡੀ ਬਾਡੀ ਦੇ ਅੰਦਰ ਬਿਮਾਰੀਆਂ ਪੈਦਾ ਕਰ ਰਹੀ ਹੈ, ਅਤੇ ਉਹ ਸਾਨੂੰ ਸੋਚਣ ਦੀ ਜ਼ਰੂਰਤ ਹੈ ਕਿ ਜੋ ਅਸੀਂ ਖਾ ਰਹੇ ਹਾਂ ਲਗਾਤਾਰ, ਕਿ ਉਹ ਸਾਡੇ ਲਈ ਚੰਗਾ ਹੈ ਵੀ ਹੈ ਜਾਂ ਨਹੀਂ। ਹੁਣ ਮੇਰੇ ਕੋਲ ਰੀਸੈਂਟ ਇੱਕ ਐਗਜ਼ਾਮਪਲ ਹੈ ਕਿ ਇੱਕ ਫੀਮੇਲ ਪੇਸ਼ੈਂਟ ਮੇਰੇ ਕੋਲ ਆਏ, ਤਾਂ ਮੈਂ ਉਹਨਾਂ ਨੂੰ ਪੁੱਛਿਆ ਕਿ ਤੁਸੀਂ ਸਾਰੀ ਦਿਹਾੜੀ ਦੇ ਵਿੱਚ ਕੀ ਖਾਂਦੇ ਹੋ? ਅਤੇ ਤੁਸੀਂ ਦੇਖੋ ਕਿ ਸਵੇਰੇ ਉਹਨਾਂ ਨੇ ਉਹੀ ਚਾਹ ਦੇ ਨਾਲ ਅਤੇ ਕੁਕੀਆਂ, ਅਤੇ ਦੁਪਹਿਰ ਦਾ ਉਹਨੇ ਮਤਲਬ ਉਹ ਵੇਟ ਲੋਸ ਕਰ ਰਹੇ ਸੀਗੇ ਮਤਲਬ। ਅਤੇ ਉਹ ਆਪਣੇ ਆਪ ਨੂੰ ਤਾਂ ਉਹ ਵਧੀਆ ਕਰ ਰਹੇ ਆ ਕਿ ਵੀ ਮੈਂ ਉਹਨਾਂ ਨੂੰ ਕੱਟ ਕਰ ਰਿਹਾ ਡਾਊਨ, ਹੈ ਨਾ, ਕਰ ਰਹੀ ਹਾਂ। ਤਾਂ ਹੁਣ ਸਵੇਰੇ ਸਿਰਫ ਉਹ ਕਹਿੰਦੇ ਵੀ ਮੈਂ ਚਾਹ ਅਤੇ ਕੁੱਕੀ ਦੇ ਨਾਲ ਜਾ ਕੇ ਅਤੇ ਮੈਂ ਕੰਮ 'ਤੇ ਚਲੀ ਜਾਂਦੀ ਹਾਂ। ਦੁਪਹਿਰ ਦਾ ਜੀ ਮੈਂ ਇੰਟਰਮੀਟੈਂਟ ਫਾਸਟਿੰਗ ਜਿਹੜੀ ਅੱਜ ਕੱਲ੍ਹ ਚੱਲੀ ਹੋਈ ਆ, ਉਹ ਜਿਹੜੀ ਹੈ ਜੀ ਮੈਂ ਕਰਦੀ ਹਾਂ। ਦੁਪਹਿਰ ਨੂੰ ਮੈਂ ਉਹ ਨਹੀਂ ਖਾਣੀ, ਅਤੇ ਰਾਤ ਨੂੰ ਜਿਹੜੀ ਆ ਮੈਂ ਬਸ ਉਹ ਜਿਹੜੀ ਘਰੇ ਦਾਲ ਸਬਜ਼ੀ ਹੁੰਦੀ ਹੈ ਅਤੇ ਮੈਂ ਉਹ ਖਾਣੀ ਹੈ। ਅਤੇ ਮੈਨੂੰ ਕਾਫੀ ਚਿਰ ਹੋ ਗਿਆ ਕਰਦਿਆਂ ਇੱਦਾਂ, ਪਰ ਮੇਰਾ ਵੇਟ ਨਹੀਂ ਘਟ ਰਿਹਾ। ਸੋ ਹੁਣ ਤੁਸੀਂ ਦੇਖੋ ਕਿ ਇਸ ਡਾਇਟ ਦੇ ਵਿੱਚ ਜਦੋਂ ਤੁਸੀਂ ਡਾਇਰੈਕਟਲੀ ਦੇਖਦੇ ਹੋ, ਇਸ ਡਾਇਟ ਦੇ ਵਿੱਚ ਕੋਈ ਵੀ ਨਿਊਟ੍ਰੀਸ਼ਨ ਹੈ ਹੀ ਹੈ ਨਹੀਂ। ਸਵੇਰ ਦਾ ਫੂਡ ਜਿਹੜਾ ਉਹਦੇ ਵਿੱਚ ਸਿੰਪਲ ਕਾਰਬੋਹਾਈਡਰੇਟਸ ਆ ਜਿਹੜੇ ਖਾਧੇ ਜਾ ਰਹੇ, ਉਹਦੇ ਵਿੱਚ ਜ਼ੀਰੋ ਫਾਈਬਰ ਹੈਗਾ ਆ, ਉਹਦੇ ਵਿੱਚ ਜ਼ੀਰੋ ਮਿਨਰਲਸ ਹੈ, ਉਹਦੇ ਵਿੱਚ ਜ਼ੀਰੋ ਵਾਈਟਮਿਨਸ ਹੈ, ਕੁਛ ਵੀ ਹੈ ਨਹੀਂ ਜੋ ਤੁਸੀਂ ਉਹ ਐਮਪਟੀ ਕੈਲਰੀਜ਼ ਹੈ ਜਿਹੜੀਆਂ ਉਹ ਖਾ ਰਹੇ ਆ। ਫਿਰ ਦੁਪਹਿਰੇ ਜਿਹੜਾ ਉਹ ਫਿਰ ਉਹਨਾਂ ਨੇ ਸਕਿਪ ਕਰਤਾ ਸਭ ਕੁਝ ਖਾਧਾ ਹੀ ਨਹੀਂ। ਰਾਤ ਦੀ ਰੋਟੀ ਜਿਹੜੀ ਹੈ ਉਹਦੇ ਵਿੱਚ ਰੋਟੀ ਸਬਜ਼ੀ ਜਿਹੜੀ ਉਹ ਖਾ ਰਹੇ ਹੈਗੇ ਆ, ਜਿਹਦੇ ਵਿੱਚ ਵੀ ਉਹ ਤੇਲ ਵੀ ਜਿਹੜਾ ਉਹ ਗਲਤ ਇਸਤੇਮਾਲ ਕਰ ਰਹੇ ਹੈਗੇ ਆ। ਰਾਤ ਦੀ ਰੋਟੀ ਖਾਣ ਤੋਂ ਅਬਾਊਟ ਘੰਟੇ ਡੇਢ ਘੰਟੇ ਬਾਅਦ ਉਹ ਸੌਂ ਰਹੇ ਹੈਗੇ ਆ। ਸੋ ਉਹ ਸਾਰਾ ਲਾਈਫ ਸਟਾਈਲ ਹੀ ਦੇਖੋ ਗਲਤ ਹੈਗਾ ਆ। ਉਹਦੇ ਵਿੱਚ ਤੁਸੀਂ ਕਿੱਦਾਂ ਵੇਟ ਲੂਜ਼ ਜਿਹੜਾ ਉਹ ਕਰ ਸਕਦੇ ਹੋ? ਵੇਟ ਲੂਜ਼ ਕਰਨ ਦੇ ਵਾਸਤੇ ਵੀ ਬੋਡੀ ਨੂੰ ਐਨਰਜੀ ਚਾਹੀਦੀ ਹੈ। ਬਹੁਤੇ ਲੋਕ ਜਿਹੜੇ ਉਹ ਇਸ ਗਲਤ ਫਹਿਮੀ ਦੇ ਵਿੱਚ ਰਹਿੰਦੇ ਆ ਕਿ ਜੇ ਮੈਂ ਆਪਣਾ ਰੋਟੀ ਪਾਣੀ ਘਟਾ ਦਿਆਂਗਾ ਜਾਂ ਬੰਦ ਕਰ ਦਿਆਂਗਾ ਅਤੇ ਉਹਦੇ ਨਾਲ ਵੇਟ ਲੋਸ ਹੋਣਾ ਸ਼ੁਰੂ ਹੋ ਜਾਣਾ।
ਹਾਂ ਥੋੜ੍ਹਾ ਬਹੁਤਾ ਜ਼ਰੂਰ ਹੁੰਦਾ, ਵਾਟਰ ਵੇਟ ਜਿਹੜਾ ਹੈਗਾ ਉਹ ਵੀ ਲੂਜ਼ ਹੋਏਗਾ ਤੁਹਾਡਾ, ਜਾਂ ਹੋਰ ਛੋਟਾ ਮੋਟਾ, ਪਰ ਡਰਾਸਟਿਕ ਡਿਫਰੈਂਸ ਜਿਹੜਾ ਉਹ ਤੁਹਾਡੀ ਡਾਇਟ ਦੇ ਨਾਲ ਛੱਡਣ ਦੇ ਨਾਲ ਨਹੀਂ ਆਉਣਾ ਹੈਗਾ। ਹਾਂ ਅਨਲੈਸ ਜੇ ਤੁਸੀਂ ਕਿਤੇ ਕਿਤੇ ਰੱਬ ਨਾ ਕਰੇ ਕੁਛ ਇਹੋ ਜਿਹੀ ਚੀਜ਼, ਕੋਈ ਖੂਹ 'ਚ ਡਿੱਗ ਗਏ ਹੋ ਜਿੱਥੇ ਕੋਈ ਰੋਟੀ ਪਾਣੀ ਹੈ ਨਹੀਂ ਹੈਗਾ, ਹਾਂ ਫਿਰ ਉਸ ਹਿਸਾਬ ਦੇ ਨਾਲ ਤੁਹਾਡਾ ਵੇਟ ਹੋ ਜਾਣਾ ਲੂਜ਼, ਬਿਕੋਜ਼ ਉਹ 'ਚ ਕੁਛ ਹੈ ਹੀ ਨਹੀਂ ਤੁਹਾਡੇ ਕੋਲ ਹੋਰ ਖਾਣ ਲਈ। ਪਰ ਜਿਹੜੀ ਨੋਰਮਲ ਤੌਰ ਦੇ ਉੱਤੇ ਜਿਹੜੀ ਅਸੀਂ ਜਿਹੜੇ ਬੰਦੇ ਹੈਗੇ ਉਹ ਬਹੁਤੀ ਵਾਰੀ ਜਿਹੜਾ ਉਹ ਜਿੰਨਾ ਮਰਜ਼ੀ ਤੁਸੀਂ ਖਾਣਾ ਜਿਹੜਾ ਹੈਗਾ ਆ ਉਹ ਖਾਈ ਜਾਂਦੇ ਹੋ ਘਟਾ ਕੇ, ਪਰ ਉਹ ਤੁਸੀਂ ਗਲਤ ਬਾਡੀ ਨੂੰ ਸੰਕੇਤ ਦੇ ਰਹੇ ਹੈਗੇ। ਸੋ ਇੱਦਾਂ ਨਹੀਂ ਹੁੰਦਾ। ਜੇ ਬਾਡੀ ਨੇ ਫੈਟ ਮੈਟਾਬੋਲਿਜ਼ਮ ਨੇ ਕਿੱਕ ਇਨ ਹੋਣਾ, ਉਹਦੇ ਵਾਸਤੇ ਵੀ ਉਹਨੂੰ એનર્ਜੀ ਚਾਹੀਦੀ ਹੈ। ਉਹ એનર્ਜੀ ਉਹਨੂੰ ਫੂਡ ਤੋਂ ਮਿਲਣੀ ਹੈਗੀ ਜੋ ਅਸੀਂ ਖਾਣਾ ਆ, ਅਤੇ ਜੇ ਅਸੀਂ ਖਾਣਾ ਪ੍ਰੋਵਾਈਡ ਹੀ ਨਹੀਂ ਕਰ ਰਹੇ ਅਤੇ ਉਹ ਫਿਰ ਉੱਥੇ ਹੀ ਜਿਹੜੀ ਆ ਉਹ ਬਾਡੀ ਸਟੱਕ ਰਹਿੰਦੀ ਹੈ। ਮੈਟਰ ਆਫ ਫੈਕਟ ਉਹ ਹੋਰ ਫੈਟ ਹੋਣੀ ਸ਼ੁਰੂ ਹੋ ਜਾਂਦੀ ਹੈ ਬਾਡੀ। ਬਹੁਤ ਲੋਕ ਹੈ ਜਿਹੜੇ ਕਿ ਡਾਈਟਿੰਗ ਕਰਦੇ ਆ ਪਰ ਉਹ ਐਕਚੁਅਲੀ ਹੋਰ ਫੈਟ ਹੋਣਾ ਸ਼ੁਰੂ ਹੋ ਜਾਂਦੇ। ਉਹ ਇਸੇ ਕਰਕੇ ਕਿਉਂਕਿ ਤੁਸੀਂ ਉਹਨੂੰ ਪ੍ਰੋਪਰ ਨਿਊਟ੍ਰੀਸ਼ਨ ਦੇ ਹੀ ਨਹੀਂ ਰਹੇ ਬਾਡੀ ਨੂੰ, ਬਾਡੀ ਦੀ ਹੈਲਪ ਨਹੀਂ ਕਰ ਰਹੇ। ਜਿੱਦਾਂ ਅਸੀਂ ਕਹਿੰਦੇ ਹਾਂ ਕਿ ਬਾਡੀ ਤਾਂ ਜੀ ਮੰਗਦੀ ਆ, ਕਹਿੰਦੀ ਹੈ, ਤੁਹਾਡੇ ਨਾਲ ਗੱਲਬਾਤ ਕਰਦੀ ਹੈ, ਉਹ ਅਸੀਂ ਨਹੀਂ ਸੁਣਦੇ, ਅਸੀਂ ਕੰਨਾਂ 'ਚ ਉਂਗਲਾਂ ਪਾਈਆਂ ਹੁੰਦੀਆਂ। ਸੋ ਨੈਚੁਰਲ ਡਾਇਟ ਜਿਹੜੀ ਆ ਉਹ ਜਿੰਨੀ ਤੁਸੀਂ ਰੱਖਦੇ ਹੈਗੇ ਹੋ ਓਨਾ ਹੀ ਤੁਹਾਡੇ ਵਾਸਤੇ ਚੰਗਾ ਆ, ਓਨੀ ਤੁਹਾਡੀ ਬਾਡੀ ਜਿਹੜੀ ਆ ਉਹ ਵਧੀਆ ਵਰਕ ਕਰਦੀ ਹੈਗੀ ਆ। ਜਿੰਨਾ ਅਸੀਂ ਪ੍ਰੋਸੈਸਡ ਆਈਟਮਸ ਖਾਵਾਂਗੇ, ਤੁਸੀਂ ਦੇਖੋ ਕਿ ਕਿੰਨੀ ਪ੍ਰੋਸੈਸਡ ਆਈਟਮਸ ਜਿਹੜੀਆਂ ਉਹ ਹੋ ਚੁੱਕੀਆਂ। ਮੈਂ ਇੱਕ ਪਿੱਛੇ ਜੇ ਕਿਤਾਬ ਪੜ੍ਹ ਰਿਹਾ ਸੀਗਾ, ਉਹਦੇ ਵਿੱਚ ਦੱਸਿਆ ਬੜਾ ਇੰਟਰਸਟਿੰਗ ਪੁਆਇੰਟ ਜਿਹੜਾ ਸਾਹਮਣੇ ਆਇਆ ਕਿ ਪਿਛਲੇ 40,000 ਸਾਲ ਤੋਂ 40,000 ਸਾਲ ਦੇ ਉੱਤੋਂ ਜਿਹੜੀ ਸਾਡੀ ਹਿਊਮਨ ਜੀਨਸ ਹੈਗੇ ਆ ਨਾ, ਉਹ ਇੰਨੇ ਕੋਈ ਬਦਲੇ ਨਹੀਂ ਹੈਗੇ। ਮਤਲਬ ਜੀਨਸ ਸਾਡੇ ਉਹੀ ਆ, ਕਿਉਂਕਿ ਜੀਨਸ ਦੇ ਵਿੱਚ ਨੋ ਡਾਊਟ ਵੇਰੀਏਸ਼ਨ ਆਉਂਦੀ ਹੈਗੀ ਆ, ਸਾਡੇ ਬਦਲਦੇ ਰਹਿੰਦੇ ਆ। ਹਿਊਮਨਸ ਦੇ ਜੀਨਸ ਹੌਲੀ ਹੌਲੀ ਬਦਲਦੇ ਰਹਿੰਦੇ ਆ। ਪਿਛਲੇ 40,000 ਸਾਲਾਂ ਤੋਂ ਸਾਡੇ ਜੀਨਸ ਚੇਂਜ ਨਹੀਂ ਹੋਏ, ਅਤੇ ਦੈਟ ਮੀਨਸ ਕਿ ਜਿਹੜਾ 40,000 ਸਾਲ ਪਹਿਲਾਂ ਜਿਹੜਾ ਇਨਸਾਨ ਸੀਗਾ, ਉਹ ਸਾਡਾ ਫੂਡ ਜਿਹੜਾ ਸੀਗਾ ਉਹ ਫੂਡ ਜਦੋਂ ਉਹ ਖਾ ਰਹੇ ਸੀਗੇ ਅਤੇ ਉਹ ਜੀਨਸ ਜਿਹੜੇ ਸੀਗੇ ਉਹਨਾਂ ਨੂੰ ਪਤਾ ਸੀਗਾ। ਸੋ ਹੁਣ ਜੀਨਸ ਤਾਂ ਉਹੀ ਆ ਅੱਜ, ਪਰ ਉਹ ਫੂਡ ਸਾਰਾ ਚੇਂਜ ਹੋ ਗਿਆ। ਹੁਣ ਉਹ ਪ੍ਰੋਬਲਮ ਉਹੀ ਹੈ ਕਿ ਹੁਣ ਜੀਨਸ ਤਾਂ ਲੱਭ ਰਹੇ ਹੈਗੇ ਨੈਚੁਰਲ ਫੂਡ, ਅਸੀਂ ਉਹਨੂੰ ਦੇ ਰਹੇ ਹੈਗੇ ਪ੍ਰੋਸੈਸਡ ਆਈਟਮਸ। ਅਸੀਂ ਉਹਨਾਂ ਨੂੰ ਦੇ ਰਹੇ ਹੈਗੇ ਆ ਬਰਗਰ, ਪੀਜ਼ੇ, ਯੂ ਨੇਮ ਇਟ। ਕਿਹੜੀ ਚੀਜ਼ ਹੈਗੀ ਹੈ ਕਿ ਜਿਹੜੀ ਐਕਚੁਅਲੀ ਸਾਡੇ ਵਾਸਤੇ ਚੰਗੀ ਆ? ਕੋਈ ਵੀ ਚੀਜ਼ ਚੰਗੀ ਨਹੀਂ ਹੈਗੀ। ਤੁਸੀਂ ਭਾਵੇਂ ਉਹਦੇ ਵਿੱਚ ਗ੍ਰੇਨਸ ਦੀ ਗੱਲ ਕਰ ਲਓ, ਉਹਦੇ ਵਿੱਚ ਤੁਸੀਂ ਆਟੇ ਦੀ ਗੱਲ ਕਰ ਲਓ, ਹਾਂਜੀ ਹਾਂਜੀ। ਹੁਣ ਫਲਾਵਰ, ਇਨਰਿਚਡ ਫਲਾਵਰ ਅਸੀਂ ਸੋਚਦੇ ਹਾਂ ਕਿ ਜਦੋਂ ਵਰਡ ਇਨਰਿਚਡ ਲਿਖਿਆ ਹੁੰਦਾ ਕਿ ਸ਼ਾਇਦ ਇਹ ਰਿਚ ਕੋਈ ਚੀਜ਼, ਕੋਈ ਵਧੀਆ ਚੀਜ਼ ਹੋਏਗੀ, ਇਹੋ ਹੀ ਖਾਓ, ਪਰ ਉਹਦੇ ਵਿੱਚੋਂ ਤਾਂ ਸਭ ਕੁਝ ਕੱਢ ਲਿਆ ਗਿਆ ਹੁੰਦਾ। ਹੁਣ ਆਟਾ ਜਿਹੜਾ ਆਮ ਅਸੀਂ ਲੈ ਕੇ ਵੀ ਆਉਂਦੇ ਬੈਗਾਂ ਦੇ ਵਿੱਚ, ਕੀ ਪਤਾ ਕਦੋਂ ਉਹਨਾਂ ਨੇ ਪੀਸਿਆ। ਜਦੋਂ ਹੀ ਆਟਾ ਪੀਸਿਆ ਜਾਂਦਾ ਉਹ ਰਾਈਟ ਵੇ, ਉਹਦੀ ਜਿਹੜੀ ਤੁਸੀਂ ਦੇਖਿਆ ਨਾ, ਜਦੋਂ ਆਟਾ ਪੀਸਦੇ ਉਹ ਗਰਮ ਹੋ ਜਾਂਦਾ, ਉਹ ਗਰਮ ਆਟਾ ਜਿਹੜਾ ਆ ਉਹੀ ਉਸ ਟਾਈਮ ਦੇ ਉੱਤੇ ਉਹਨੂੰ ਪੀਸ ਕੇ ਖਾਧਾ ਜਾਣਾ ਚਾਹੀਦਾ। ਹੁਣ ਅਸੀਂ ਕੀ ਕਰਦੇ, ਸਾਨੂੰ ਪਤਾ ਹੀ ਕੁਛ ਨਹੀਂ ਹੈ ਕਿ ਕਦੋਂ ਉਹ ਪੀਸਿਆ, ਕਦੋਂ ਉਹਨੂੰ ਸਟੋਰ ਕੀਤਾ, ਕਿੱਥੋਂ ਉਹ ਆਇਆ। ਅਸੀਂ ਵੀ ਮੁੜ ਕੇ ਲੈ ਕੇ ਘਰੇ ਆਉਣੇ 3-3 4-4 ਬੈਗ, ਪਤਾ ਨਹੀਂ ਕਦੋਂ ਉਹਨਾਂ ਦੀ ਵਾਰੀ ਆਉਣੀ ਹੈਗੀ ਆ, ਕਿਉਂਕਿ ਉੱਤੇ ਐਕਸਪਾਇਰੀ ਡੇਟ ਤਾਂ ਕੋਈ ਐਡੀ ਹੈ ਨਹੀਂ ਲਿਖੀ। ਸੋ ਉਹ ਚੈੱਕ ਹੀ ਨਹੀਂ ਕਰਦੇ ਵੀ ਆਟਾ ਹੀ ਆ, ਕੋਈ ਚੱਕਰ ਨਹੀਂ। ਹਾਂ, ਤਾਂ ਉਹ ਮਤਲਬ ਤੁਸੀਂ ਦੇਖੋ ਕਿ ਅਸੀਂ ਕਿੰਨਾ ਮਤਲਬ ਆਪਣੀ ਬਾਡੀ ਨੂੰ ਇੱਕ ਅਨਨੈਚੁਰਲ ਜਿਹੀ ਚੀਜ਼ ਜਿਹੜੀ ਹੈਗੀ ਅਸੀਂ ਉਹ ਪਾ ਰਹੇ ਹੈਗੇ ਹਾਂ ਬਾਡੀਜ਼ ਦੇ ਵਿੱਚ, ਸਵੇਰ ਤੋਂ ਲੈ ਕੇ ਸ਼ਾਮ ਤੱਕ। ਅਤੇ ਫਿਰ ਅਸੀਂ ਕਹਿੰਦੇ ਹਾਂ ਕਿ ਯਾਰ ਮੈਂ ਤਾਂ ਬਹੁਤ ਵਧੀਆ ਖਾਂਦਾ ਆ, ਮੈਨੂੰ ਪਤਾ ਨਹੀਂ ਕਿਉਂ ਪ੍ਰੋਬਲਮ ਆ ਗਈ। ਮੈਂ ਤਾਂ ਜਿਹੜੀ ਹੈਗੀ ਆ ਉਹ ਤਾਂ ਸਾਡੀ ਤਾਂ ਜੇ ਰੋਟੀ ਪਾਣੀ ਬੜੀ ਵਧੀਆ, ਘਰ ਦਾ ਹੀ ਰੋਟੀ ਪਾਣੀ ਅਸੀਂ ਖਾਂਦੇ, ਅਸੀਂ ਤਾਂ ਬਾਹਰ ਦਾ ਖਾਂਦੇ ਹੀ ਕੁਛ ਨਹੀਂ। ਸੋ ਦੇਖੋ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਆ, ਇਹ ਨੈਚੁਰਲ ਜਿੰਨਾ ਅਸੀਂ ਆਪਣੀ ਬਾਡੀ ਦੇ ਵਿੱਚ ਰੱਖਾਂਗੇ, ਆਪਣੀ ਡਾਇਟ ਨੂੰ ਠੀਕ ਰੱਖਾਂਗੇ, ਬਾਡੀ ਨੇ ਉਸੇ ਹਿਸਾਬ ਦੇ ਨਾਲ ਹੀ ਚੱਲਣਾ। ਇਸੇ ਕਰਕੇ ਜਿੱਦਾਂ ਇੰਗਲਿਸ਼ ਦੀ ਕਹਾਵਤ ਹੈ, ਯੂ ਆਰ ਵਟ ਯੂ ਈਟ। ਜੋ ਤੁਸੀਂ ਖਾਂਦੇ ਹੋ ਤੁਸੀਂ ਉਹੀ ਰੈਪਰਜੈਂਟ ਕਰਦੇ ਹੈਗੇ ਹੋ। ਤੁਸੀਂ ਜੰਕ ਖਾਓਗੇ, ਤੁਹਾਡੀ ਬਾਡੀ ਨੇ ਜਿਹੜਾ ਉਹ ਜੰਕ ਦਿਖਣਾ ਹੈਗਾ। ਅਤੇ ਇਸੇ ਕਰਕੇ ਤੁਸੀਂ ਦੇਖੋ ਕਿ ਹੁਣ ਕਿੰਨੀਆਂ ਭਿਆਨਕ ਬਿਮਾਰੀਆਂ ਜਿਹੜੀਆਂ ਹੈਗੀਆਂ ਉਹ ਲੱਗਣੀਆਂ ਸ਼ੁਰੂ ਹੋ ਗਈਆਂ, ਕੈਂਸਰ ਤੱਕ ਲੱਗਣੀਆਂ ਸ਼ੁਰੂ ਹੋ ਗਈਆਂ। ਐਂਡ ਅਸੀਂ ਪਹਿਲਾਂ ਵੀ ਆਈ ਥਿੰਕ ਗੱਲ ਕੀਤੀ ਸੀਗੀ ਸ਼ੋਅ ਦੇ ਉੱਤੇ ਆਪਣੇ 'ਤੇ ਕਿ ਕਿੰਨੇ ਲੋਕ ਹੈ ਜਿਨ੍ਹਾਂ ਨੇ ਇੱਕ ਕਹਿ ਲਓ ਕਿ ਭਾਵਕ ਹੋ ਕੇ ਅਸੀਂ ਡੋਨੇਟ ਵੀ ਕਰਦੇ ਹਾਂ, ਭਾਵਕ ਹੋ ਕੇ ਅਸੀਂ ਕਈ ਰੇਸਾਂ ਦੇ ਵਿੱਚ ਵੀ ਭਾਗ ਲੈਂਦੇ ਹਾਂ, ਕਈ ਮੈਰਾਥਨ ਅਸੀਂ ਦੌੜਦੇ ਹੈਗੇ ਹਾਂ, ਕਈ ਤਰ੍ਹਾਂ ਦੇ ਰਨ ਹੈਗੇ, ਟੈਰੀ ਫੋਕਸ ਰਨ ਹੈ, ਜਾਂ ਹੋਰ ਕਈ ਤਰ੍ਹਾਂ ਦੇ। ਇੱਥੇ ਆਪਣੇ ਟੋਰਾਂਟੋ ਏਰੀਏ ਦੇ ਵਿੱਚ CN ਟਾਵਰ ਦੇ ਉੱਤੇ ਵੀ ਚੜ੍ਹਦੇ ਆ ਲੋਕ ਉਹ ਫੰਡ ਇਕੱਠਾ ਕਰਨ ਵਾਸਤੇ। ਮਤਲਬ ਚੰਗੀ ਗੱਲ ਹੈਗੀ, ਸੋਚ ਬੜੀ ਵਧੀਆ ਹੈਗੀ ਹੈ, ਬਟ ਪ੍ਰੋਬਲਮ ਇਸ ਕਿ ਜਿਹੜੇ ਉਹ ਡੋਨੇਟ ਕਰਕੇ ਦੇ ਰਹੇ ਹੈਗੇ ਆ ਜਿਹਨੂੰ, ਉਹ ਫਿਰ ਅਜੇ ਤੱਕ ਲੱਭਿਆ ਕਿਉਂ ਨਹੀਂ ਕੈਂਸਰ ਦਾ ਹੱਲ।
ਉਹ ਸਿਰਫ ਤੇ ਸਿਰਫ ਜਿਹੜੀ ਸਾਡੇ ਪੈਸੇ ਆ ਉਹ ਦਿੱਤੇ ਜਾਂਦੇ ਹੈਗੇ ਆ ਕਿ ਨਵੀਂ ਮਸ਼ੀਨਰੀ ਨੂੰ ਇਜਾਦ ਕਰਨ ਵਾਸਤੇ, ਕਿ ਕੈਂਸਰ ਨੂੰ ਡਿਟੈਕਟ ਕਿੱਦਾਂ ਕਰਨਾ। ਸਭ ਮਤਲਬ ਸਾਰੇ ਜਿਹੜੇ ਪੈਸੇ ਜਾ ਰਹੇ ਉਹ CEOs ਨੂੰ ਜਾ ਰਹੇ ਆ, ਪੈਸੇ ਜਿਹੜੇ ਜਾ ਰਹੇ ਆ ਜਿਹੜੇ EMPLOYEES ਅੰਡਰ ਕੰਮ ਕਰ ਰਹੇ ਆ ਉਹਨਾਂ ਨੂੰ ਜਾ ਰਹੇ ਆ, ਅਤੇ ਪੈਸੇ ਜਾ ਰਹੇ ਆ ਕਿ ਨਵੀਂ ਮਸ਼ੀਨਰੀ ਨੂੰ ਇਜਾਦ ਕਰਨ ਵਾਸਤੇ ਕਿ ਕੈਂਸਰ ਨੂੰ ਡਿਟੈਕਟ ਕਿੱਦਾਂ ਕਰਨਾ ਹੈਗਾ। ਤੁਸੀਂ ਦੇਖੋ ਕਿ ਕੈਂਸਰ ਨੂੰ ਡਿਟੈਕਟ ਕਰਨਾ ਇੰਪੋਰਟੈਂਟ ਹੈ ਕਿ ਉਸ ਨੂੰ ਰਿਵਰਸ ਕਰਨਾ ਇੰਪੋਰਟੈਂਟ ਹੈ। ਡਿਟੈਕਟ ਕੀ ਕਰੋਗੇ ਤੁਸੀਂ, ਕਿਉਂਕਿ ਕਿੰਨੇ ਤਰ੍ਹਾਂ ਦੇ ਕੈਂਸਰ ਹੈਗੇ ਆ, ਐਂਡ ਅੱਗੇ ਤੋਂ ਅੱਗੇ ਉਹ ਕੱਢੀ ਜਾ ਰਹੇ, ਉਹਨੂੰ ਡਿਟੈਕਟ ਕਰਕੇ ਨਵਾਂ ਕੈਂਸਰ ਬਣਾ ਦਿੱਤਾ, ਉਹਨੂੰ ਮੁੜ ਕੇ ਫਿਰ ਉਹਦੇ 'ਤੇ ਫਿਰ ਅੱਗੋਂ ਜਿਹੜੀਆਂ ਹੈਗੀਆਂ ਆ ਤੁਸੀਂ ਜੀ ਡੋਨੇਸ਼ਨ ਕਰਕੇ ਅਤੇ ਹੋਰ ਇਹਨਾਂ ਨੂੰ ਡੋਨੇਟ ਕਰੀ ਜਾਓ। ਮਤਲਬ ਕਿ ਸੱਚਾਂ ਗਾਹ ਨਿਕਲੀ ਆਉਣੀਆਂ ਕਿ ਬਿਮਾਰੀਆਂ ਸਰੀਰ ਦੇ ਵਿੱਚੋਂ ਹੀ ਨਿਕਲਣੀਆਂ। ਕਿਉਂ ਨਹੀਂ ਤੁਸੀਂ ਇਹ ਜਿਹੜਾ ਸਰੀਰ ਹੈ, ਸਰੀਰ ਨੂੰ ਪ੍ਰੋਪਰ ਵੇ ਦੇ ਨਾਲ ਉੱਦਾਂ ਦਾ ਬਣਾਓ ਜਿੱਥੇ ਬਿਮਾਰੀਆਂ ਲੱਗਣ ਹੀ ਨਾ। ਜਿੱਦਾਂ ਤੁਸੀਂ ਹੁਣ ਫੂਡ ਦੀ ਗੱਲਬਾਤ ਕਰਦੇ ਪਏ ਆ, ਫੂਡ ਪ੍ਰੋਪਰ ਵੇ ਦੇ ਨਾਲ ਖਾਧਾ ਜਾਵੇ, ਇਹਨਾਂ ਚੀਜ਼ਾਂ ਵੱਲ ਸਾਨੂੰ ਜਾਣਾ ਹੀ ਨਾ ਪਵੇ। ਅੱਜ ਇੱਕ ਮਸ਼ੀਨ ਲੈ ਲਈ, ਕੱਲ੍ਹ ਨੂੰ ਦੂਜੀ ਮਸ਼ੀਨ ਲੈਣੀ, ਅੱਜ ਡੋਨੇਟ ਕਰੋ, ਕੱਲ੍ਹ ਨੂੰ ਕਰੋ। ਚਲੋ ਡੋਨੇਟ ਕਰਨ ਵਾਲਿਆਂ ਦੇ ਅਸੀਂ ਐਪਰੀਸ਼ੀਏਟ ਕਰਦੇ ਹਾਂ, ਤੁਸੀਂ ਡੋਨੇਟ ਕਰਦੇ ਰਹੋ, ਲੇਕਿਨ ਮੇਨ ਚੀਜ਼ ਉਸ ਚੀਜ਼ ਮੁੱਦੇ ਨੂੰ ਸਮਝਣ ਦੀ ਕੋਸ਼ਿਸ਼ ਕਰੋ ਕਿ ਬਾਕੀ ਉਹ ਜੇ ਡੋਨੇਟ ਕੀਤੀ ਚੀਜ਼ ਉਹਦਾ ਸਾਨੂੰ ਕੁਝ ਫਾਇਦਾ ਹੋ ਰਿਹਾ ਜਾਂ ਨਹੀਂ ਹੋ ਰਿਹਾ, ਜਾਂ ਅਸੀਂ ਆਪਣਾ ਖਾਣ ਪੀਣ ਚੇਂਜ ਕਰ ਲਿਆ। ਤੁਸੀਂ ਆਪਣੇ ਆਪ ਤੋਂ ਕਿ ਡੋਨੇਟ ਵੀ ਕਰੋ, ਡੋਨੇਟ ਕਰਨ ਲੱਗੇ ਨਾਲ ਲੱਗਦਾ ਆਪਣੇ ਆਪ ਨੂੰ ਸੋਚੋ ਕਿ ਅਸੀਂ ਆਪਣੇ ਆਪ ਨੂੰ ਕਿੰਨਾ ਕੁ ਚੇਂਜ ਕੀਤਾ। ਫੂਡ ਪਰਪਸ ਦੇ ਹਿਸਾਬ ਨਾਲ ਜਿਹੜੀ ਚੀਜ਼ ਵਾਸਤੇ ਅਸੀਂ ਡੋਨੇਟ ਕਰਦੇ ਹਾਂ, ਕੀ ਅਸੀਂ ਆਪਣੇ ਆਪ ਨੂੰ ਚੇਂਜ ਕੀਤਾ, ਕਿ ਆਪਣੀ ਡਾਇਟ ਪਲਾਨ ਕੋਈ ਚੇਂਜ ਕੀਤਾ? ਨੋ, ਉਹ ਚੇਂਜ ਨਹੀਂ ਕੀਤਾ। ਬਸ ਇਹਦਾ ਡੋਨੇਟਾਂ ਕਰਕੇ ਸਾਡਾ ਕੁਝ ਜਿੰਨਾ ਮਰਜ਼ੀ ਤੁਸੀਂ ਕਰੀ ਜਾਓ। ਇਹ ਤਾਂ ਹਰ ਸਾਲ ਹਰ ਮੰਥ ਹਰ ਮਹੀਨੇ ਕੋਈ ਨਾ ਕੋਈ ਚੀਜ਼ਾਂ ਆਈ ਜਾਣੀਆਂ। ਇਹ ਤੁਹਾਨੂੰ ਆਪਣੇ ਆਪ ਨੂੰ ਅੱਗੇ ਹੋ ਕੇ ਅੱਗੇ ਵੱਧ ਕੇ ਆਪਣੀ ਡਾਇਟ ਦਾ ਆਪਣੇ ਆਪ ਦਾ ਖਿਆਲ ਕਰਨਾ ਪਵੇਗਾ ਜੀ। ਮੈਂ ਤਾਂ ਕਹਿੰਦਾ ਜੇ ਡੋਨੇਟ ਕਰਨਾ ਹੈਗਾ ਆ ਤੇ ਉਹ ਤੁਸੀਂ ਡੋਨੇਟ ਕਰੋ ਕਿ ਸਾਡੀ ਜਿਹੜੀ ਬੋਡੀ ਦੇ ਅੰਦਰ ਜਿਹੜੀਆਂ ਮਾੜੀਆਂ ਚੀਜ਼ਾਂ ਪਈਆਂ ਆ ਉਹਨਾਂ ਨੂੰ ਬਾਹਰ ਕੱਢੋ। ਉਹ ਜਿਹੜੀ ਚੀਜ਼ ਹੈਗੀ ਆ ਜੇ ਅਸੀਂ ਉਹਨੂੰ ਕਰਦੇ ਹਾਂ ਤਾਂ ਉਹ ਸਭ ਤੋਂ ਵਧੀਆ ਹੈਗੀ ਆ। ਨਹੀਂ ਤਾਂ ਅੱਗੇ ਤੋਂ ਅੱਗੇ ਤੁਸੀਂ ਦੇਖੋ ਕਿ ਬਿਮਾਰੀਆਂ ਆਈ ਜਾਣੀਆਂ, ਨਵੀਆਂ ਬਿਮਾਰੀਆਂ ਕਿੰਨੀਆਂ ਕੁ ਆ ਰਹੀਆਂ ਹੈਗੀਆਂ ਆ, ਅਨਬਲੀਵੇਬਲੀ। ਉਹ ਚੀਜ਼ਾਂ ਜਿਹੜੀਆਂ ਕਿ ਅਸੀਂ 100 ਸਾਲ ਪਹਿਲਾਂ ਕਦੀ ਸੁਣੀਆਂ ਵੀ ਨਹੀਂ ਸੀਗੀਆਂ, ਉਹ ਬਿਮਾਰੀਆਂ ਅੱਗੇ 3600 ਤਰ੍ਹਾਂ ਦੀਆਂ ਬਿਮਾਰੀਆਂ WHO ਨੇ ਕੱਢ ਦਿੱਤੀਆਂ ਕਿ ਜੀ ਉਹ ਬਿਮਾਰੀਆਂ ਉਹ ਮਤਲਬ ਚੀਜ਼ਾਂ ਉਹ ਹੈਗੀਆਂ। ਪਰ ਉਹ ਅਸੀਂ ਜਿਹੜਾ ਆ ਅਸੀਂ ਰੈਦਰ ਦੈਨ ਕਿ ਉਹਦੇ ਪ੍ਰੀਵੈਂਸ਼ਨ ਦੇ ਤੌਰ ਦੇ ਉੱਤੇ ਜਾਂ ਉਹਨੂੰ ਫਾਈਂਡ ਕੀਤਾ ਜਾਵੇ ਕਿ ਹੋ ਕਿਉਂ ਰਹੀਆਂ ਆ। ਸਾਡਾ ਧਿਆਨ ਹੈਗਾ ਆ ਕਿ ਉਹਨੂੰ ਠੀਕ ਕਿੱਦਾਂ ਕਰਨਾ ਹੈਗਾ, ਸਾਡਾ ਧਿਆਨ ਹੈਗਾ ਕਿ ਉਹਨਾਂ ਦਾ ਇਲਾਜ ਕਿੱਦਾਂ ਕੱਢਣਾ ਹੈਗਾ ਹੈ। ਇਹ ਬੜੀ ਗਲਤ ਅਪਰੋਚ ਹੈਗੀ ਹੈ, ਇਹ ਗਲਤ ਅਪਰੋਚ ਹੈ। ਇਸ ਅਪਰੋਚ ਜੇ ਅਸੀਂ ਰੱਖਾਂਗੇ ਤਾਂ ਸਾਨੂੰ ਕਦੀ ਵੀ ਕੈਂਸਰ ਦਾ ਜਿਹੜਾ ਉਹ ਹੱਲ ਲੱਭਣਾ ਹੀ ਹੈ ਨਹੀਂ ਹੈਗਾ। ਤੁਸੀਂ ਦੇਖ ਲਓ ਬਿਲੀਅਨ ਟ੍ਰਿਲੀਅਨਸ ਆਫ ਡਾਲਰਸ ਜਿਹੜੇ ਹੈਗੇ ਅਸੀਂ ਫਿਲਹਾਲ ਖਰਚ ਦਿੱਤੇ ਆ ਸਾਰਿਆਂ ਨੇ, ਅਤੇ ਉਹਦੇ ਵਿੱਚੋਂ ਨਿਕਲਿਆ ਅਜੇ ਤੱਕ ਵੀ ਕੋਈ ਹੈ ਨਹੀਂ ਹੈਗਾ। ਨਾ ਕੋਈ HIV ਦਾ ਹੱਲ ਲੱਭਿਆ, ਨਾ ਕੋਈ ਕੈਂਸਰ ਦਾ ਕੋਈ ਹੱਲ ਲੱਭਿਆ। ਬਸ ਇਹ ਹੈ ਕਿ ਅੱਗੇ ਤੋਂ ਅੱਗੇ ਨਵੇਂ ਕੈਂਸਰ ਜ਼ਰੂਰ ਸਾਨੂੰ ਲੱਭੀ ਜਾ ਰਹੇ ਆ ਕਿ ਅੱਜ ਹੁਣ ਆਹ ਕੈਂਸਰ ਲੱਭ ਗਿਆ ਅਤੇ ਉਹਦਾ ਆ ਟਿਊਮਰ ਜੀ ਇਸ ਜਗ੍ਹਾ 'ਤੇ ਲੱਭ ਗਿਆ ਅਤੇ ਟਿਊਮਰ ਉਹਨੂੰ ਅਸੀਂ ਆਹ ਨਾਮ ਦੇ ਦਿੱਤਾ। ਜੇ ਟਿਊਮਰ ਉੱਥੇ, ਟਿਊਮਰ ਜਿਹੜਾ ਆ ਉਹ ਪ੍ਰੋਬਲਮ ਨਹੀਂ ਆ, ਪ੍ਰੋਬਲਮ ਹੈਗੀ ਹੈ ਸਾਡੀ ਬਾਡੀ ਦੇ ਅੰਦਰ। ਟਿਊਮਰ ਪੈਦਾ ਹੋਇਆ ਜਿਹੜਾ ਹੈਗਾ ਉਹ ਵਜ੍ਹਾ ਦੇ ਕਰਕੇ ਹੋਇਆ, ਉਸ ਵਜ੍ਹਾ ਨੂੰ ਲੱਭਣ ਦੀ ਜ਼ਰੂਰਤ ਸੀਗੀ। ਅਸੀਂ ਲੱਭਣ ਤੁਰ ਪਏ ਕਿ ਜੀ ਹੁਣ ਟਿਊਮਰ ਹੋਇਆ, ਹੁਣ ਟਿਊਮਰ ਨੂੰ ਅਸੀਂ ਕੱਢ ਦੇਣਾ। ਟਿਊਮਰ ਤੁਸੀਂ ਇਹਦਾ ਟਰੀਟਮੈਂਟ ਕੀ ਹੋਏਗਾ, ਹੈ ਨਾ। ਉਹ ਅਸੀਂ ਤਾਂ ਗਲਤ ਚੱਕਰ 'ਚ ਪਏ ਹੋਏ ਹੈਗੇ। ਉਹ ਜੇ ਅਸੀਂ ਗਲਤ ਡਾਇਰੈਕਸ਼ਨ ਦੇ ਵਿੱਚ ਜਾਵਾਂਗੇ ਤਾਂ ਉਹਦੇ ਨਾਲ ਸਾਡਾ ਹੱਲ ਥੋੜ੍ਹਾ ਕੋਈ ਲੱਭਣਾ। ਇਸੇ ਕਰਕੇ ਜਦੋਂ ਆਯੁਰਵੈਦਿਕ ਤਰੀਕੇ ਦੇ ਨਾਲ ਵੀ ਜਦੋਂ ਅਸੀਂ ਟਰੀਟਮੈਂਟ ਕਰਦੇ ਹੈਗੇ ਹਾਂ ਕਿਸੇ ਤਰ੍ਹਾਂ ਦੇ ਵੀ, ਭਾਵੇਂ ਉਹ ਕੈਂਸਰ ਦੇ ਟਰੀਟਮੈਂਟਸ ਹੈਗੇ ਆ ਜਾਂ ਹੋਰ ਆ, ਸਾਡਾ ਜਿਹੜਾ ਆ ਉਹ ਮਕਸਦ ਇਹ ਨਹੀਂ ਹੈਗਾ ਕਿ ਅਸੀਂ ਜਿਹੜਾ ਆ ਕੀਮੋਥੈਰੇਪੀ ਕਰਕੇ ਜਾਂ ਸਰਜਰੀ ਕਰਕੇ ਜਾਂ ਰੇਡੀਏਸ਼ਨ ਕਰਕੇ ਉਹਨਾਂ ਚੀਜ਼ਾਂ ਦੇ ਉੱਤੇ ਹੋਰ ਫਰਦਰ ਅਸੀਂ ਡੈਮੇਜ ਕਰਨਾ। ਤੁਸੀਂ ਦੇਖੋ ਕਿ ਕਿੰਨੇ ਲੋਕ ਹੈਗੇ ਆ ਕਿ ਜਿਹੜੇ ਜਦੋਂ ਵੀ ਕਿਸੇ ਨੂੰ ਕੈਂਸਰ ਹੁੰਦਾ ਹੈਗਾ, ਸਭ ਤੋਂ ਪਹਿਲਾਂ ਉਹ ਕਹਿੰਦੇ ਜੀ ਇਹਦੇ 'ਤੇ ਆਪਾਂ ਹੁਣ 3 ਇਹਦੇ ਆਪਸ਼ਨ ਹੈ। ਜਾਂ ਤਾਂ ਜਿਹੜੀਆਂ ਇਹਨਾਂ ਦੀ ਸਰਜਰੀ ਕੀਤੀ ਜਾਏਗੀ, ਸਰਜਰੀ ਕਰਕੇ ਉਹ ਅੰਗ ਹੀ ਪੂਰੇ ਦਾ ਪੂਰਾ ਕੱਢ ਦਿੱਤਾ ਜਾਂਦਾ, ਜਾਂ ਰੇਡੀਏਸ਼ਨ ਕੀਤੀ ਜਾਂਦੀ ਹੈ, ਜਾਂ ਕੀਮੋ ਕੀਤੀ ਜਾਂਦੀ। ਉਹ ਤਿੰਨਾਂ ਚੀਜ਼ਾਂ ਦੇ ਵਿੱਚ ਜਿਹੜੀ ਆ ਬੋਡੀ ਸਫਰ ਕਰਦੀ ਹੈਗੀ ਆ। ਜੇ ਤੁਸੀਂ ਉਹਨੂੰ ਸਰਜੀਕਲੀ ਉਹਨੂੰ ਕੱਢਦੇ ਹੋ ਤਾਂ ਵੀ ਸਾਡੇ ਕੈਂਸਰ ਦੇ ਸੈੱਲ ਜਿਹੜੇ ਹੈਗੇ ਆ ਉਹ ਹੋਰ ਬੋਡੀ ਦੇ ਵਿੱਚ ਫੈਲਣ ਦਾ ਡਰ ਹੁੰਦਾ ਹੈਗਾ, ਐਂਡ ਹੋ ਹੀ ਜਾਂਦੇ ਹੁੰਦੇ। ਇਸੇ ਕਰਕੇ ਕਹਿੰਦੇ ਨਾ ਜਦੋਂ ਵੀ ਨਿਕਲ ਜਾਂਦਾ ਉਹ ਐਕਚੁਅਲੀ ਕੈਂਸਰ ਹੋਰ ਜ਼ਿਆਦਾ ਫਾਸਟ ਅਤੇ ਅਗਰੈਸਿਵ ਤਰੀਕੇ ਦੇ ਨਾਲ ਵਾਪਸ ਆ ਜਾਂਦਾ, ਕਿਉਂਕਿ ਅਸੀਂ ਉਹਦੇ ਹੱਲ ਤਾਂ ਲੱਭਿਆ ਹੈ ਨਹੀਂ, ਅਸੀਂ ਤਾਂ ਉਹਦੇ ਸਿੰਪਟਮਸ ਨੂੰ ਕੱਢ ਰਹੇ ਹੈਗੇ। ਕਿੰਨੇ ਲੋਕ ਹੈਗੇ ਆ ਕਿ ਜਿਨ੍ਹਾਂ ਨੂੰ ਕੈਂਸਰ ਹੁੰਦਾ ਦੁਬਾਰਾ ਤੋਂ ਰਿਮਿਸ਼ਨ ਜਿਹੜਾ ਉਹ ਹੁੰਦਾ ਹੈਗਾ, ਦੁਬਾਰਾ ਤੋਂ ਜਿਹੜਾ ਉਹ ਡਿਵੈਲਪਮੈਂਟ। ਤੁਸੀਂ ਲੀਵਰ ਦੀ ਗੱਲਬਾਤ ਕਰਦੇ ਹੋ ਵੀ ਲੀਵਰ ਨੂੰ ਕੱਟਿਆ ਜਾਵੇ ਤਾਂ ਜਦੋਂ ਕੱਟ ਦਿੰਦੇ ਜਦੋਂ ਵੱਧ ਜਾਂਦਾ, ਜਦੋਂ ਉਹ ਦੁਬਾਰਾ ਨਵੇਂ ਸਿਰੋਂ ਹੋਰ ਉੱਗ ਜਾਂਦਾ। ਇਸੇ ਤਰੀਕੇ ਨਾਲ ਕੈਂਸਰ ਵਰਗੀ ਬਿਮਾਰੀ ਦੇ
ਤੱਤ ਹੈਗੇ ਨੇ, ਜਿੰਨੀ ਇਹਦੀ ਤੁਸੀਂ ਸਰਜਰੀ ਕਰੋਗੇ ਉਨਾ ਸਗੋਂ ਗਾਂ ਤਾਂ ਗਾਂ ਜ਼ਿਆਦਾ ਵਧੋਗੇ। ਇਹਨੂੰ ਜੜ ਤੋਂ ਖਤਮ ਕਰਨ ਵਾਸਤੇ ਵੀ ਟ੍ਰੀਟਮੈਂਟ ਕੀ ਹੈ ਜਾਂ ਕਿਹੜੇ ਤਰੀਕੇ ਦਾ, ਉਹ ਸਾਡਾ ਫੂਡ ਹੀ ਹੈ। ਇਹਦੀ ਡਿਟੇਲ ਹੋਰ ਆਪਾਂ ਰੂਬਲ ਸਾਹਿਬ ਤੋਂ ਜਾਣਦੇ, ਲੇਕਿਨ ਇੱਕ ਕਮਰਸ਼ੀਅਲ ਬ੍ਰੇਕ ਤੋਂ ਬਾਅਦ ਸੁਣਦੇ ਰਹੋ ਰੇਡੀਓ ਪ੍ਰੋਗਰਾਮ ਦਿਲ ਆਪਣਾ ਪੰਜਾਬੀ। ਤੇ ਰੂਬਲ ਸਾਹਿਬ ਦਾ ਨੰਬਰ 905 874 3333। ਸਵੇਰੇ 9 ਵਜੇ ਤੋਂ ਬਾਅਦ ਤੁਸੀਂ ਇਹਨਾਂ ਨਾਲ ਕਾਲ ਕਰ ਸਕਦੇ ਹੋ। ਦੇਸੀ ਖਾਓ, ਰੂਪ ਪੰਜਾਬ ਤੇ ਤੰਦਰੁਸਤੀ ਪਾਓ। 905 874 3333 ਤੇ ਇਸ ਕੈਂਸਰ ਦੇ ਉੱਤੇ ਥੋੜੀ ਗੱਲਬਾਤ ਹੋਰ ਚੱਲਦੀ ਰਹੇਗੀ। ਸਵੇਰੇ ਕਈ ਵਾਰ ਇਦਾਂ ਸਬਜੈਕਟ ਤੁਸੀਂ ਕਹਿੰਦੇ ਵੀ ਚੰਗੇ ਨਹੀਂ ਲੱਗਦੇ, ਆਹ ਨਹੀਂ ਲੱਗਦਾ, ਲੇਕਿਨ ਸਾਡੀ ਸਿਹਤ ਦੇ ਨਾਲ ਜੁੜੀਆਂ ਇਹ ਪ੍ਰੋਬਲਮ ਸਾਨੂੰ ਜ਼ਰੂਰ ਇਹਨਾਂ ਉੱਤੇ ਗੱਲਬਾਤ ਕਰਨੀ ਚਾਹੀਦੀ ਤੇ ਕਰਦੇ ਰਵਾਂਗੇ ਤੇ ਕਰਦੇ ਰਹਿਣਾ ਵੀ ਚਾਹੀਦਾ। ਸਾਨੂੰ ਸੁਣਦੇ ਰਹੋ ਰੇਡੀਓ ਪ੍ਰੋਗਰਾਮ ਦਿਲ ਆਪਣਾ ਪੰਜਾਬੀ, ਇੱਕ ਕਮਰਸ਼ੀਅਲ ਬ੍ਰੇਕ ਤੋਂ ਬਾਅਦ। ਘਰ ਵਾਲੀ ਹੋਵੇ, ਸੋਹਣਾ ਜਿਹਾ ਘਰ ਹੋਵੇ, ਮਾਲਕ ਮਕਾਨ ਦਾ ਨਾ ਕੋਈ ਵੀ ਡਰ ਹੋਵੇ। ਸ਼ੇਰੋ ਸ਼ਾਇਰੀ ਵੀ ਕਰੋਗੇ ਜਾਂ ਕਿਸੇ ਨੂੰ ਕਾਲ ਵੀ ਕਰੋਗੇ? ਮੈਂ ਕਿਹਾ ਮਾਲਕੋ ਜ਼ਰੂਰ ਆਪਾਂ ਕਾਲ ਕਰਾਂਗੇ। ਮਨਜੀਤ ਕੌਰ ਚੀਮਾ ਜੀ ਜਿਹੜੇ ਸਾਨੂੰ ਘਰ ਬਾਰ ਦਾ ਜਾਇਦਾਦ ਕਿਸੇ ਵੀ ਏਰੀਏ ਵਿੱਚ ਦਵਾਉਂਦੇ ਨੇ, ਸਾਰਾ ਪ੍ਰਬੰਧ ਖੁਦ ਕਰਦੇ ਨੇ। ਮੌਰਗੇਜ ਤੋਂ ਲੈ ਕੇ ਲਾਇਰ ਦਾ ਤੇ ਹੋਮ ਇੰਸਪੈਕਸ਼ਨ ਦਾ ਸਾਰਾ ਕੰਮ ਖੁਦ ਕਰਵਾ ਕੇ ਦਿੰਦੇ ਨੇ। ਅੱਛਾ, ਚਿੰਤਾ ਫਿਕਰ ਤੇ ਛੱਡੋ ਸਕੀਮਾਂ, ਕਾਲ ਕਰੋ ਮਨਜੀਤ ਕੌਰ। ਜੀ ਹਾਂ, ਰੀਮੈਕਸ ਗੋਲਡ ਨਾਲ ਕੰਮ ਕਰਦੇ ਮਨਜੀਤ ਕੌਰ ਚੀਮਾ ਜੀ ਦੇ ਨਾਲ ਹੁਣੀ ਸੰਪਰਕ ਕਰੋ। 416 357 99 416357 9965। इस तरह है जिस तरह दिन रात विचला फासला। ਕਿਹੜਾ ਫਾਸਲਾ? ओ भरावा मॉर्गेज मिलन का फासला। मॉर्गेज लैंड विच नहीं रहेगा कोई फासला। कॉल करो तीरथ फासला। फर्स्ट सेकंड मॉर्गेज, ट्रक लोन, लाइन ऑफ इक्विटी या किसी भी तरह दी मॉर्गेज लई गोल्डन स्टार मॉर्गेज नाल काम करते तीरथ फासला नु आज ही कॉल करो। गोल्डन स्टार मॉर्गेज नाल काम करते तीरथ फासला नु 416 316 70 70 यानी 416 316 7777। ਓਹੋ, ਛੱਤ ਚੋਣ ਲੱਗੀ, ਹੋ ਗਿਆ ਫੇਰ ਖਰਚੇ ਨੂੰ ਥਾਂ। ਕੀ ਸੋਚੀ ਪਈ ਹੋ ਜਨਾਬ? ਘੱਟ ਖਰਚੇ ਤੇ ਛੱਤ ਚੇਂਜ ਕਰਵਾਉਣੀ ਹੈ। ਹਾਂਜੀ ਹਾਂ, ਤਾਂ ਫਿਰ ਜਲਦੀ ਪੀਲੈਸ ਰੂਫਿੰਗ ਨੂੰ ਫੋਨ ਲਗਾਓ। ਵਧੀਆ ਤਕਨੀਕ ਨਾਲ ਵਧੀਆ ਕੁਆਲਿਟੀ ਵਾਲੀ ਗਰੰਟੀ ਜੁਦਾ ਛੱਤ ਲਗਵਾਓ ਤੇ ਵੱਧ ਖਰਚੇ ਤੇ ਘਟੀਆ ਛੱਤਾਂ ਤੋਂ ਛੁਟਕਾਰਾ ਪਾਓ। ਪੀਲੈਸ ਰੂਫਿੰਗ 416 826 5800। ਪੀਲੈਸ ਰੂਫਿੰਗ। ਪਾਰਟੀ ਹੋ ਗਈ ਜੱਗੀ। ਉਹ ਕਾਹਦੀ? ਨਵੇਂ ਟਰੱਕ ਦੀ। ਉਹ ਸੌਰੀ ਯਾਰ, ਇਸ ਵਾਰ ਤਾਂ ਤੇਰੀ ਪਾਰਟੀ ਰਹਿ ਗਈ। ਕਿਉਂ? ਉਹ ਨਵਾਂ ਨਹੀਂ, ਨਵੇਂ ਵਰਗਾ ਬਣਾਇਆ ਕਿੰਗਸ ਮਿਲ ਵਾਲਿਆਂ ਤੋਂ। Kings Mill Sandblasting and Spray Painting, Mississauga, Ontario। ਇਹ ਟਰੱਕ ਚੈਸੀ, ਗ੍ਰੇਵਲ ਟ੍ਰੇਲਰ, ਡੰਪ ਟਰੱਕ, ਗੱਲ ਕੀ ਹਰੇਕ ਤਰ੍ਹਾਂ ਦੇ ਟ੍ਰੇਲਰ ਤੇ ਸੈਂਡ ਬਲਾਸਟਿੰਗ ਦਾ ਕੰਮ ਤਸੱਲੀ ਬਖਸ਼ ਕਰਦੇ ਹਨ। ਸੈਂਡ ਬਲਾਸਟ ਰਾਤੀ ਤੋਂ ਸਾਰਾ ਰਸਟ ਸਾਫ਼ ਕਰਕੇ ਬਣਾਉਂਦੇ ਤੁਹਾਡੇ ਟਰੱਕ ਨੂੰ ਚਮਕਦਾਰ ਤੇ ਬ੍ਰਾਂਡ ਨਿਊ। ਸੈਂਡ ਬਲਾਸਟ ਤੋਂ ਬਾਅਦ ਇਹ ਪ੍ਰਾਈਮ ਤੇ ਪੇਂਟ ਵੀ ਕਰਦੇ ਨੇ। ਟਰੱਕਾਂ ਦਾ ਬੋਡੀ ਵਰਕ ਕਰਵਾਓ ਤੇ ਚਾਹੇ ਕਰਵਾਓ ਰਿਪੇਅਰ। ਅੱਜ ਹੀ ਕਾਲ ਕਰੋ ਅਮਰਪ੍ਰੀਤ 905 782 5200 905 782 5200। ਫਲਾਈਂਗ ਜੀਏ ਦੇ ਨਾਲ ਪੈਂਦਾ ਤੁਹਾਡਾ ਆਪਣਾ ਕਿੰਗਸ ਮਿਲ ਸੈਂਡ ਬਲਾਸਟਿੰਗ ਐਂਡ ਸਪਰੇ ਪੇਂਟਿੰਗ, ਮਿਸੀਸਾਗਾ, ਓਨਟਾਰੀਓ। ਰੇਡੀਓ ਪ੍ਰੋਗਰਾਮ ਦਿਲ ਆਪਣਾ ਪੰਜਾਬੀ ਤੇ ਸਾਡੀ ਤੁਹਾਡੀ ਗੱਲਬਾਤ ਚੱਲਦੀ ਪਈ ਹੈ ਰੂਬਲ ਸਾਹਿਬ ਦੇ ਨਾਲ। 905 874 3333 ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਦੱਸਦੇ ਕਿ ਪ੍ਰੋਗਰਾਮ ਦਾ ਹਿੱਸਾ ਚਰਨ ਸਿੰਘ ਰਾਜ ਦੇ ਸਹਿਯੋਗ ਨਾਲ ਪੇਸ਼ ਕੀਤਾ ਜਾ ਰਿਹਾ। 416 ਪੂਰਾ 499 97। ਕਿਸੇ ਵੀ ਤਰੀਕੇ ਦੀ ਇੰਸ਼ੋਰੈਂਸ ਕਰਾਉਣੀ ਹੋਵੇ ਤੇ ਘਰ ਦੀ ਹੋਵੇ, ਗੱਡੀਆਂ ਦੀ ਹੋਵੇ ਜਾਂ ਇੱਕ ਪੈਕੇਜ ਡੀਲ, 416 ਪੂਰਾ 499 97 ਤੇ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ। ਭੁੱਲਰ ਲਾ ਆਫਿਸ 905 564 3230 ਦੇ ਉੱਤੇ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ। ਭੁੱਲਰ ਲਾ ਆਫਿਸ ਕੋਈ ਕਾਨੂੰਨੀ ਅੜਚਨ ਪੈ ਗਈ, ਕਾਨੂੰਨੀ ਸਲਾਹ ਮਸ਼ਵਰਾ ਲੈਣਾ ਚਾਹੁੰਦੇ 905 564 3230। ਦਾਸ ਆਪਟੀਕਲ 905 455 3227 ਦੇ ਉੱਤੇ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ। ਆਪਣੇ ਘਰ ਵਿੱਚ ਆਪਣੀ ਸਿਆਣਿਆਂ ਦੀ ਜਾਂ ਬੱਚਿਆਂ ਦੀ ਕਿਸੇ ਨਿਗਾਹ ਟੈਸਟ ਕਰਾਉਣੀ ਹੋਵੇ, ਡਾਕਟਰਾਂ ਦੀ ਟੀਮ ਦਾ ਪੂਰਾ ਪ੍ਰਬੰਧ ਹੁੰਦਾ ਹੈ। ਜਾਂ ਫਿਰ ਤੁਸੀਂ ਐਨਕਾਂ ਆਪਣੇ ਮਨਪਸੰਦ ਦੀਆਂ ਲੈਣੀਆਂ ਜਾਂ ਨਿਗਾਹ ਦੀਆਂ ਐਨਕਾਂ ਲੈਣੀਆਂ ਤੇ ਦਾਸ ਆਪਟੀਕਲ 905 455 3227 ਤੇ ਗੱਲਬਾਤ ਕੀਤੀ ਜਾ ਸਕਦੀ ਜੀ। ਰੂਬਲ ਸਾਹਿਬ ਕੰਟੀਨਿਊ ਕਰਦੇ ਜੀ ਕੈਂਸਰ। ਦੇਖੋ, ਜਦੋਂ ਅਸੀਂ ਗੱਲ ਕਰਦੇ ਹੈਗੇ ਆ ਇਹਨਾਂ ਚੀਜ਼ਾਂ ਦੀ ਜਾਂ ਕੈਂਸਰ ਵਗੈਰੀਆਂ ਭਿਆਨਕ ਬਿਮਾਰੀਆਂ ਦੀ, ਜਿਹੜੀਆਂ ਕਿ ਐਕਚੁਅਲੀ ਸਾਡੀਆਂ ਆਪਣੀਆਂ ਬਣਾਈਆਂ ਹੋਈਆਂ। ਜਦੋਂ ਅਸੀਂ ਆਯੁਰਵੈਦ ਦੇ ਵਿੱਚ ਵੀ ਕਹਿੰਦੇ ਹਾਂ ਕਿ ਭਾਈ ਆਪਣੀ ਜਿਹੜੀ ਪ੍ਰਕਿਰਤੀ ਦੇ ਹਿਸਾਬ ਦੇ ਨਾਲ ਤੁਹਾਨੂੰ ਰੋਟੀ ਪਾਣੀ ਜਿਹੜਾ ਉਹ ਖਾਣਾ ਚਾਹੀਦਾ, ਵਾਤ ਪਿੱਤ ਜਾਂ ਕਫ ਉਹਦੇ ਹਿਸਾਬ ਦੇ ਨਾਲ। ਹੁਣ ਪ੍ਰੋਬਲਮ ਇਹ ਕਿ ਅੱਜ ਕੱਲ੍ਹ ਦੇ ਇੰਡਸਟਰੀਅਲਾਈਜ਼ਡ ਵਰਲਡ ਦੇ ਵਿੱਚ ਜਿੱਥੇ ਅਸੀਂ ਰਹਿ ਰਹੇ ਹੈਗੇ ਹਾਂ, ਉਹਨਾਂ ਦੇ ਵਿੱਚ ਕੋਈ ਵੀ ਚੀਜ਼ ਨੈਚੁਰਲ ਐਕਚੁਅਲੀ ਰਹੀ ਨਹੀਂ। ਹੁਣ ਉਹਦੇ ਵਿੱਚ ਜਿਹੜੀ ਆ ਪ੍ਰੋਬਲਮ ਇਹੋ ਹੀ ਆ ਸਭ ਤੋਂ ਵੱਡੀ ਕਿ ਨੈਚੁਰਲ ਜਿਹੜੀ ਚੀਜ਼ ਕੋਈ ਰਹੀ ਨਹੀਂ। ਜੋ ਅਸੀਂ ਖਾ ਰਹੇ ਹਾਂ ਸਾਡੀ ਬਾਡੀ ਦੇ ਅੰਦਰ ਉਹ ਟੌਕਸਿਸਿਟੀ ਲੈਵਲਸ ਨੂੰ ਵਧਾ ਰਹੇ ਹੈਗੇ ਆ ਔਰ ਅਸੀਂ ਉਹਨਾਂ ਨੂੰ ਕੱਢ ਨਹੀਂ ਰਹੇ ਬਾਹਰ ਸੇਮ ਟਾਈਮ ਦੇ ਉੱਤੇ।
ਹੁਣ ਜੇ ਅਸੀਂ ਇਹੋ ਕਹਿ ਦਈਏ ਕਿ ਸਾਰੇ ਔਰਗੈਨਿਕ ਖਾਣਾ ਸ਼ੁਰੂ ਕਰ ਦਿਓ, ਹਾਂ ਅਜੇ ਵੀ ਆਪਸ਼ਨ ਹੈਗੀ ਆ ਔਰਗੈਨਿਕ ਖਾਣ ਦੀ, ਖਾਣੇ ਚਾਹੀਦੇ ਹੈਗੇ ਆ ਜੇ ਅਸੀਂ ਅਫੋਰਡ ਕਰ ਸਕਦੇ ਹੈਗੇ ਆ, ਇੰਨਾ ਕੋਈ ਵੱਡਾ ਫਰਕ ਨਹੀਂ ਪੈਂਦਾ। ਉਹ ਸਭ ਤੋਂ ਵਧੀਆ ਜਿਹੜੇ ਹੈਗੇ ਆ ਉਹ ਇਹੋ ਹੀ ਹੈ ਕਿ ਜਿਹੜਾ ਸਾਡੀਆਂ ਸਬਜ਼ੀਆਂ ਆ ਜਾਂ ਸਾਡੀ ਦਾਲਾਂ ਆ ਜਾਂ ਫਰੂਟਸ ਜਿਹੜੇ ਹੈਗੇ ਆ ਉਹ ਸਾਨੂੰ ਔਰ ਜਿੰਨੇ ਔਰਗੈਨਿਕ ਹੋਣ ਉਨੇ ਸਾਨੂੰ ਖਾਣੇ ਚਾਹੀਦੇ ਹੈਗੇ ਆ, ਉਹ ਸਭ ਤੋਂ ਵਧੀਆ। ਫਰੂਟਸ ਜਿਹੜੇ ਹੈਗੇ ਆ ਉਹ ਸਾਡਾ ਸਭ ਤੋਂ ਬੈਸਟ ਜਿਹੜੇ ਉਹ ਫਰੈਂਡ ਹੈ ਇਸ ਟਾਈਮ ਅੱਜ ਕੱਲ੍ਹ ਦੇ ਜ਼ਮਾਨੇ ਦੇ ਵਿੱਚ। ਐਂਡ ਸਪੈਸ਼ਲੀ ਜੇ ਕੋਈ ਵੀ ਬਿਮਾਰੀ ਹੈਗੀ ਹੈ, ਸਵੇਰੇ ਖਾਲੀ ਪੇਟ ਜਿਹੜਾ ਸਾਡਾ ਬ੍ਰੇਕਫਾਸਟ ਫਰੂਟਸ ਦੇ ਵਿੱਚ ਹੋਣਾ ਚਾਹੀਦਾ। ਫਰੂਟਸ ਤੋਂ ਤਾਂ ਸਾਨੂੰ ਸਾਰੇ ਮਿਨਰਲਸ ਵਾਈਟਾਮਿਨਸ ਜਿਹੜੇ ਆ ਉਹ ਸਾਰੇ ਦੇ ਸਾਰੇ ਮਿਲਦੇ ਹੈਗੇ, ਉਹ 'ਚ ਫਾਈਬਰ ਸਾਨੂੰ ਮਿਲਦਾ ਆ, ਸਾਨੂੰ ਨਾਲ ਦੇ ਨਾਲ ਪਾਣੀ ਦੀ ਮਾਤਰਾ ਕਾਫੀ ਹੁੰਦੀ ਉਹਦੇ ਵਿੱਚ, ਅਤੇ ਉਹ ਸਾਡੀ ਬੋਡੀ ਨੂੰ ਅੰਦਰੋਂ ਜਿਹੜੀ ਆ ਉਹ ਸਾਫ਼ ਕਰਦੇ ਹੈਗੇ, ਨਾਲੋਂ ਨਾਲ ਸਾਨੂੰ ਪੇਟ ਸਾਫ਼ ਹੁੰਦਾ ਰਹਿੰਦਾ ਹੈਗਾ। ਅੱਛਾ ਰੂਬਲ ਸਾਹਿਬ, ਫਰੂਟ ਦੀ ਤਾਂ ਤੁਸੀਂ ਗੱਲਬਾਤ ਕਰਤੀ, ਲੇਕਿਨ ਲੋਕਾਂ ਦੀ ਚਾਹ ਹੁੰਦੀ ਸਵੇਰ ਨੂੰ ਚਾਹ ਪੀਣ ਦੀ, ਵੀ ਫਰੂਟ ਤਾਂ ਖਾਧੇ ਜਾਣ, ਬ੍ਰੇਕਫਾਸਟ ਕੀਤਾ ਜਾਵੇ, ਤੇ ਉਸ ਤੋਂ ਬਾਅਦ ਫਿਰ ਚਾਹ ਕਦੋਂ ਪੀਣੀ ਹੈ? ਜਾਂ ਸਵੇਰੇ ਉੱਠ ਕੇ ਜਿਹੜੇ ਪਾਣੀ ਦੇ ਪੀਂਦੇ ਗਲਾਸ ਪੀਂਦੇ, 2 ਗਲਾਸ ਪੀਂਦੇ, ਤੇ ਉਸ ਤੋਂ ਬਾਅਦ ਫਿਰ ਬ੍ਰੇਕਫਾਸਟ ਜਿਹੜਾ ਕਰਨਾ ਉਹਦਾ ਪਾਣੀ ਦਾ ਕੋਈ ਇਫੈਕਟ ਤਾਂ ਨਹੀਂਗਾ? ਜਾਂ ਫਿਰ ਚਾਹ ਕਿੰਨੀ ਦੇਰ ਬਾਅਦ ਪੀਤੀ ਜਾਵੇ ਬਾਅਦ ਵਿੱਚ? ਦੇਖੋ ਸਾਡੀ ਪ੍ਰੋਬਲਮ ਹੀ ਇਹ ਹੈਗੀ ਆ ਕਿ ਅਸੀਂ ਚਾਹੁੰਦੇ ਤਾਂ ਹੈਗੇ ਆ ਕਿ ਅਸੀਂ ਜੀ ਚੰਗਾ ਚੀਜ਼ਾਂ ਖਾਈਏ, ਪਰ ਜਿਹੜੀਆਂ ਮਾੜੀਆਂ ਚੀਜ਼ਾਂ ਅਸੀਂ ਕਹਿੰਦੇ ਅਸੀਂ ਉਹ ਵੀ ਨਹੀਂ ਛੱਡਣੀਆਂ ਨਹੀਂ ਜਾਂ ਮਤਲਬ ਪ੍ਰੋਬਲਮ ਹੀ ਸਾਡੀ ਜਿਹੜੀ ਆ ਉਹ ਇੱਥੇ ਹੈਗੀ ਆ ਵੀ ਭਾਈ ਜੇ ਉਹ ਐਡੀ ਪ੍ਰੋਬਲਮ ਹੈਗੀ ਆ। ਦੇਖੋ ਦ ਰੀਜ਼ਨ ਅਸੀਂ ਜ਼ਿਆਦਾਤਰ ਸਾਰੇ ਚਾਹ ਸਵੇਰੇ ਪੀਂਦੇ ਹੈਗੇ ਆ ਉਹ ਇਸ ਕਰਕੇ ਕਿਉਂਕਿ ਉਹਦੇ ਵਿੱਚ ਮਿੱਠਾ ਹੈਗਾ ਆ, ਅਤੇ ਉਹ ਸਾਨੂੰ ਥੋੜ੍ਹੀ ਜਿਹੀ ਤਾਕਤ ਜਿਹੀ ਦਿੰਦੀ ਹੈਗੀ ਹੈ ਨਾ, ਮਤਲਬ ਇਸ ਤਰੀਕੇ ਦੇ ਨਾਲ ਉਹ ਅਸੀਂ ਯੂਜ਼ ਟੂ ਹੋਏ ਹਾਂ ਉਹਦੇ ਉੱਤੇ, ਹੋਰ ਕੁਛ ਨਹੀਂ ਹੈ, ਔਰ ਉਹ ਤੋਂ ਈਜ਼ਲੀ ਨਿਕਲਿਆ ਜਾ ਸਕਦਾ ਹੈਗਾ ਹੈ। ਮਤਲਬ ਤੁਸੀਂ ਦੇਖੋ ਕਿ ਇੱਕ ਚਾਹ ਜਿਹੜੀ ਹੈਗੀ ਹੈ ਅਤੇ ਇੱਕ ਜਿਹੜਾ ਐਪਲ ਹੈ, ਦੋਨਾਂ ਦੇ ਵਿੱਚ ਸੇਮ ਅਮਾਊਂਟ ਆਫ ਕੈਫੀਨ ਹੈ। ਮਤਲਬ ਜੇ ਤੁਸੀਂ ਸਵੇਰੇ ਐਪਲ ਇੱਕ ਖਾ ਲਓ ਤੁਹਾਨੂੰ ਉਹਦੇ ਨਾਲ ਵੀ ਬਹੁਤ ਵਧੀਆ ਸੁਸਤੀ ਤੁਹਾਡੀ ਜਿਹੜੀ ਉਹ ਲੱਥਣੀ ਹੈਗੀ ਹੈ। ਬਟ ਪ੍ਰੋਬਲਮ ਇਜ਼ ਕਿ ਅਸੀਂ ਚਾਹੁੰਦੇ ਤਾਂ ਅਸੀਂ ਖਾਣੀ ਚੰਗੀਆਂ ਖਾਈਏ, ਪਰ ਅਸੀਂ ਪੁਰਾਣੀਆਂ ਵੀ ਨਹੀਂ ਛੱਡਣੀਆਂ। ਆਹ ਹੁਣ ਜਿੱਦਾਂ ਹੁਣੀ ਤੁਸੀਂ ਕਹਿ ਦਿੱਤਾ ਕਿ ਵੀ ਫਰੂਟ ਤੋਂ ਕਿੰਨੇ ਚਿਰ ਬਾਅਦ ਚਾਹ ਪੀਏ। ਉਹੀ ਮੈਂ ਗੱਲ ਕੀਤੀ, ਬਹੁਤੇ ਲੋਕ ਜਿਹੜੇ ਹੈਗੇ ਨੇ ਵੀ ਫਿਰ ਬੰਦੇ ਦੀ ਚਾਹ ਜ਼ਰੂਰ ਰੱਖਦੇ ਵੀ ਚਾਹ ਵੀ ਆਪਾਂ ਹੁਣ ਫਰੂਟ ਖਾ ਲਿਆ, ਰੂਬਲ ਸਾਹਿਬ ਨੇ ਦੱਸਿਆ ਜੀ ਹੁਣ ਚਾਹ ਠਹਿਰ ਕੇ ਪੀਂਦੇ ਆ, ਚਾਹ ਦੇ ਨਾਲ ਆਹ ਚੀਜ਼ ਖਾ ਲਵਾਂਗੇ, ਉਹ ਚੀਜ਼ ਦਾ ਮੈਂ ਗੱਲ ਕਰਦਾ ਵੀ ਉਹ ਚੀਜ਼ ਫਿਰ ਬਿਲਕੁਲ ਹੀ ਚਾਹ ਦਾ ਬ੍ਰੇਕਫਾਸਟ ਤੁਹਾਡਾ ਬਿਲਕੁਲ ਸਕਿਪ ਕਰ ਦਿੱਤਾ ਜਾਵੇ। ਤੁਸੀਂ ਜੇ ਲੈਣੀ ਹੈ ਚਾਹ ਤੁਸੀਂ ਅਰਜਨਾ ਛਾਲ ਦੀ ਚਾਹ ਬਣਾ ਲਓ। ਅਰਜਨਾ ਜਿਹੜੀ ਛਾਲ ਹੈਗੀ ਆ ਕਿਸੇ ਵੀ ਉਮਰ ਦੇ ਵਿੱਚ ਜਿਹੜੀ ਆ ਉਹ ਲਈ ਜਾ ਸਕਦੀ ਹੈ, ਇਹਦਾ ਉਮਰ ਨਾਲ ਕੋਈ ਲੈਣਾ ਦੇਣਾ ਨਹੀਂ ਹੈਗਾ। ਇਹਦਾ ਮਤਲਬ ਫਰੂਟ ਦੇ ਨਾਲ ਉਹ ਚਾਹ ਲਈ ਜਾ ਸਕਦੀ ਹੈ ਬਾਅਦ ਚ? ਨਹੀਂ, ਫਰੂਟ ਜਿਹੜੇ ਹੁੰਦੇ ਹੈਗੇ ਆ ਇਟਸੈਲਫ ਉਹ ਲੈਣੇ ਚਾਹੀਦੇ ਹੈਗੇ, ਫਰੂਟ ਦੇ ਨਾਲ ਕੋਈ ਵੀ ਹੋਰ ਚੀਜ਼ ਨਹੀਂ ਲੈਣੀ ਚਾਹੀਦੀ ਹੈਗੀ। ਉਹ ਤੋਂ ਤੁਸੀਂ ਆਈ ਵੁੱਡ ਸੇ ਕਿ ਜੇ ਤੁਸੀਂ ਚਾਹ ਲੈਣੀ ਹੈ ਫਰੂਟ ਤੋਂ ਬਹੁਤ ਘੱਟ ਤੋਂ ਘੱਟ 2 ਘੰਟੇ ਬਾਅਦ ਜਿਹੜਾ ਉਹ ਤੁਸੀਂ ਲੈ ਸਕਦੇ ਹੈਗੇ ਹੋ ਜੇ ਤੁਹਾਨੂੰ ਲੱਗਦਾ। ਪਰ ਜਿਹਨਾਂ ਨੇ ਫਰੂਟ ਸ਼ੁਰੂ ਕਰ ਦਿੱਤਾ ਉਹਨਾਂ ਨੂੰ ਚਾਹ ਦੀ ਲੋੜ ਪੈਣੀ ਹੈ ਨਹੀਂ ਹੈਗੀ, ਇਹ ਤੁਹਾਨੂੰ ਆਪ ਹੀ ਪਤਾ ਲੱਗਣਾ ਸ਼ੁਰੂ ਹੋ ਜਾਣਾ, ਕਿਉਂਕਿ ਫਰੂਟਸ ਜਿਹੜੇ ਤੁਹਾਨੂੰ ਐਨਰਜੀ ਦਿੰਦੇ ਹੈਗੇ ਆ। ਜਿਹੜੀ ਚਾਹ ਹੈਗੀ ਉਹਦੇ ਵਿੱਚ ਸ਼ੂਗਰ ਜ਼ਿਆਦਾ ਹੈਗੀ ਆ, ਉਹਦੇ ਵਿੱਚ ਅਸੀਂ ਦੁੱਧ ਪਾਇਆ ਹੋਇਆ ਹੈਗਾ ਆ, ਉਹਨੇ ਜਿਹੜਾ ਉਹ ਸਾਡੇ ਸਗੋਂ ਡਾਈਜੈਸਟਿਵ ਸਿਸਟਮ ਨੂੰ ਖਰਾਬ ਕਰਦੀ ਹੈਗੀ ਹੈ। ਉਹ ਤੁਹਾਨੂੰ ਕੋਈ ਵਧੀਆ ਨਹੀਂ ਕੋਈ ਕਰ ਰਹੀ। ਮੰਡੇ ਆਉਣ ਵਾਲਾ ਤੇ ਨਵੀਂ ਸ਼ੁਰੂਆਤ ਕਰੋ, ਬੱਚਿਆਂ ਨੇ ਸਕੂਲ ਜਾਣਾ, ਸਕੂਲ ਜਾਣ ਦੇ ਨਾਲ ਲੱਗਦੇ ਬੱਚਿਆਂ ਨੂੰ ਵੀ ਵਧੀਆ ਤਰੀਕੇ ਦੀ ਪਲਾਨ ਕਰਕੇ ਦਿਓ ਤਾਂ ਆਪ ਵੀ ਉਸ ਤੋਂ ਬਾਅਦ ਤੁਸੀਂ ਚਾਹ ਛੱਡ ਦਿਓ। ਚਾਹ ਛੱਡ ਕੇ ਤੇ ਜੇ ਪੀਣੀ ਹੈ ਤਾਂ ਬਲੈਕ ਪੀਓ, ਜਾਂ ਚਾਹ ਪੀਓ ਨਹੀਂ ਉਹਦੇ ਨਾਲ ਤੁਸੀਂ ਜਾਂ ਫਿਰ ਗ੍ਰੀਨ ਟੀ ਪਾ ਕੇ ਪੀ ਸਕਦੇ ਹੋ। ਕਈ ਆਪਣੇ ਰੂਬਲ ਸਾਹਿਬ ਘਰਾਂ 'ਚ ਜਿਹੜੀ ਚਾਹ ਬਣਦੀ ਹੈ ਉਹਦੇ ਵਿੱਚ ਮਸਾਲੇ ਜ਼ਿਆਦਾ ਪਾਏ ਹੁੰਦੇ ਨੇ, ਪੱਤੀ ਉਹਦੀ ਥਾਂ ਤੇ ਕੱਢ ਦਿਓ ਤਾਂ ਉਹਦੇ ਵਿੱਚ ਅਰਜਨਾ ਛਾਲ ਪਾ ਲਓ, ਇੱਦਾਂ ਚੱਲੇਗੀ ਜੀ? ਬਿਲਕੁਲ 100%। ਬਟ ਰਿਮੈਂਬਰ ਉਹਦੇ ਵਿੱਚ ਇਹ ਨਹੀਂ ਕਿ ਵੀ ਸਾਰੇ ਜਿਹੜੇ ਚਾਹ ਪੀ ਰਹੇ ਹੋ ਕਿ ਸਾਰਿਆਂ ਨੇ ਉਹੀ ਮਸਾਲਾ ਪਾਉਣਾ ਹੀ ਪਾਉਣਾ ਚਾਹ ਦਾ। ਜੇ ਤੁਹਾਡੇ ਇਸ ਬੋਡੀ ਦੇ ਅੰਦਰ ਤੁਹਾਡੀ ਜਿਹੜੀ ਤਸੀਰ ਜਿਹੜੀ ਆ ਉਹ ਵਾਤ ਪਿੱਤ ਅਤੇ ਕਫ ਦੇ ਵਿੱਚ ਜਿਹੜੀ ਆ, ਐਗਜ਼ਾਮਪਲ ਦੇ ਤੌਰ ਦੇ ਉੱਤੇ ਜੇ ਪਿੱਤ ਪ੍ਰਧਾਨ ਬੋਡੀ ਹੈ ਤਾਂ ਉਹਦੇ ਵਿੱਚ ਤੁਹਾਡੇ ਮਸਾਲੇ ਨਹੀਂ ਚੱਲਦੇ ਹੁੰਦੇ। ਜੇ ਤੁਸੀਂ ਮਸਾਲੇ ਲਾਓਗੇ ਉਹਨੂੰ ਤੁਹਾਡਾ ਐਸੀਡਿਟੀ ਬਣਨੀ ਹੈਗੀ ਹੈ। ਕਿੰਨੇ ਲੋਕ ਆ ਜਿਹੜੇ ਤੁਸੀਂ ਦੇਖੋਗੇ ਸਵੇਰੇ ਚਾਹ ਪੀਂਦੇ ਆ ਅਤੇ ਨਾਲ ਦੀ ਨਾਲ ਕੈਪਸੂਲ ਵੀ ਖਾਂਦੇ ਹੈਗੇ ਆ ਹਾਰਟ ਬਰਨ ਦਾ, ਕਿਉਂਕਿ ਉਹ ਅੰਦਰ ਐਸਿਡ ਬਣਦਾ। ਉਸ ਜਿੰਨੇ ਖਾਂਦੇ ਉਹ ਸਾਰਿਆਂ ਦੀ ਤਸੀਰ ਜਿਹੜੀ ਆ ਉਹ ਪਿੱਤ ਪ੍ਰਧਾਨ ਹੈ ਬੋਡੀ ਵਿੱਚ। ਮੀਨਸ ਜੇ ਪਿੱਤ ਪ੍ਰਧਾਨ ਆ ਉਹਨਾਂ ਨੂੰ ਤਾਂ ਵੈਸੇ ਕੋਈ ਗਰਮ ਚੀਜ਼ ਨਹੀਂ ਖਾਣੀ ਚਾਹੀਦੀ। ਅਸੀਂ ਕੀ ਕਰ ਰਹੇ ਹੈਗੇ ਸਾਡੇ ਪੰਜਾਬੀ ਖਾਣੇ ਦੇ ਵਿੱਚ, ਅਸੀਂ ਚਾਹ ਦੇ ਵਿੱਚ ਵੀ ਗਰਮ ਮਸਾਲੇ, ਅਸੀਂ ਸਬਜ਼ੀਆਂ ਦੇ ਵਿੱਚ ਵੀ ਗਰਮ ਮਸਾਲੇ, ਦਾਲਾਂ ਦੇ ਵਿੱਚ ਵੀ ਗਰਮ ਮਸਾਲੇ ਇੰਨੇ ਕੁ ਮਤਲਬ ਅਸੀਂ ਲੈ ਰਹੇ ਹੈਗੇ ਆ। ਪਤਾ ਨਹੀਂ ਇਹ ਕਿੱਥੋਂ ਮਤਲਬ ਜਾਂ ਕਿਹੜੇ ਵੈਦ ਹਕੀਮ ਨੇ ਕਹਿ ਦਿੱਤਾ ਕਿ ਵੀ ਭਾਈ ਸਾਰੇ ਮਤਲਬ ਤੁਸੀਂ ਖਾਈ ਜਾਓ ਲਗਾਤਾਰ, ਜਦ ਕਿ ਇਹਨਾਂ ਦੇ ਸੀਜ਼ਨਸ ਹੁੰਦੇ ਆ। ਜਦੋਂ ਤੁਹਾਨੂੰ ਸੀਜ਼ਨਸ ਆਉਂਦੇ ਹੈਗੇ ਤੁਸੀਂ ਦੇਖੋ ਨਾ, ਅਜੇ ਵੀ ਮਾੜਾ ਮੋਟਾ ਅਸੀਂ ਕਰ ਤਾਂ ਰਹੇ ਹਾਂ ਕੋਈ ਸੀਜ਼ਨ ਦੇ ਵਿੱਚ, ਜੇ ਕੋਈ ਸਿਆਲ ਆ ਗਿਆ ਪੰਜੀਰੀ ਬਣਾ ਲਈ, ਉਹ ਪਰ ਉਹ ਜਿਹੜੀ ਚੀਜ਼ ਅਸੀਂ ਲਗਾਤਾਰ ਕਰਦੇ ਜਾ ਰਹੇ ਹਾਂ। ਮਤਲਬ ਪੂਰੀ ਸਾਲ ਹੀ ਪੂਰੇ ਸਾਲ ਹੀ ਮਤਲਬ ਅਸੀਂ ਜਿਹੜੇ ਆ ਗਰਮ ਮਸਾਲੇ ਅਸੀਂ ਖਾਈ ਜਾ ਰਹੇ ਹੈਗੇ ਆ ਐਵਰੀ ਡੇ, ਸਵੇਰੇ ਦੁਪਹਿਰੇ ਸ਼ਾਮ ਨੂੰ ਅਸੀਂ ਉਹੀ ਚੀਜ਼ਾਂ ਜਿਹੜੀਆਂ ਉਹ ਕਰਦੇ ਜਾ ਰਹੇ ਹਾਂ, ਜਿਹਦੇ ਕਰਕੇ ਸਾਡੀ ਬੋਡੀ ਦਾ ਇੰਟਰਨਲ ਇਨਵਾਇਰਮੈਂਟ ਜਿਹੜਾ ਆ ਉਹ ਖਰਾਬ ਹੁੰਦਾ ਆ। ਬੋਡੀ ਦੇ ਅੰਦਰ ਪਿੱਤ ਜਿਹੜੀ ਆ ਉਹ ਵੱਧਦੀ ਹੈ।
ਪਿੱਤ ਵਧਣ ਦੇ ਨਾਲ ਜਿਹੜਾ ਉਹ ਹਾਈਪਰ ਐਸੀਡਿਟੀ ਦੀ ਪ੍ਰੋਬਲਮ ਆਉਂਦੀ ਹੈਗੀ ਆ, ਉਹਦੇ ਕਰਕੇ ਸਾਡੀ ਬੋਡੀ ਦੇ ਅੰਦਰੋਂ ਜਿਹੜੀਆਂ ਨੁਕਸਾਨ ਪੈਦਾ ਹੋਣੇ ਸ਼ੁਰੂ ਹੋ ਜਾਂਦੇ ਆ। ਹੁਣ ਤੁਸੀਂ ਦੇਖੋ ਕਿ ਜਦੋਂ ਬੋਡੀ ਦੇ ਅੰਦਰ ਐਸੀਡਿਟੀ ਵੱਧ ਗਈ, ਜਦੋਂ ਐਸੀਡਿਟੀ ਵੱਧ ਗਈ ਤਾਂ ਸਾਡਾ pH ਲੈਵਲ ਜਿਹੜਾ ਉਹ ਖ਼ਰਾਬ ਹੋ ਜਾਂਦਾ। ਸੋ ਨੈਚੁਰਲ ਤੌਰ ਦੇ ਉੱਤੇ ਜਿਹੜਾ ਸਾਡਾ ਜਿਹੜਾ ਹਿਊਮਨਸ ਦਾ ਜਿਹੜਾ ਮਤਲਬ pH ਲੈਵਲ ਆ ਉਹ 6.5 ਤੋਂ ਲੈ ਕੇ 7.5 ਤੱਕ ਹੋਣਾ ਚਾਹੀਦਾ। ਕਿੰਨੇ ਕੁ ਲੋਕ ਹੈਗੇ ਪਹਿਲੀ ਗੱਲ ਕਿ ਸਾਡਾ ਆਪਣਾ pH ਲੈਵਲ ਵੀ ਚੈੱਕ ਕਰਦੇ ਹੈਗੇ ਆ। ਈਜ਼ੀਲੀ ਜਾ ਕੇ ਕਿਤੇ ਵੀ ਤੁਸੀਂ ਫਾਰਮੇਸੀ 'ਚ ਜਾ ਕੇ pH ਲੈਵਲ ਚੈੱਕ ਕਰਨ ਦੀਆਂ ਸਟ੍ਰਿਪਾਂ ਲੈ ਆਓ ਘਰੇ, ਬਹੁਤ ਚੀਪ ਹੁੰਦੀਆਂ ਹੈਗੀਆਂ। ਸਿੰਪਲੀ ਉਹਦੇ ਉੱਤੇ ਸਵੇਰੇ ਉੱਠ ਕੇ ਮਤਲਬ ਸਭ ਤੋਂ ਪਹਿਲਾਂ ਪਿਸ਼ਾਬ ਜਿਹੜਾ ਹੁੰਦਾ ਤੁਸੀਂ ਉਹਦੇ 'ਤੇ ਕਰਨਾ, ਅਤੇ ਉਹਦੇ ਨਾਲ ਤੁਸੀਂ ਉਹ ਆਪਣਾ ਚੈੱਕ ਕਰ ਸਕਦੇ ਹੋ ਕਿ ਤੁਹਾਡਾ pH ਲੈਵਲ ਬੋਡੀ ਦਾ ਹੈ ਕਿੰਨਾ। ਜਿੰਨਾ ਤੁਹਾਡਾ pH ਲੈਵਲ ਘੱਟ ਹੋਏਗਾ ਉਨੀਆਂ ਬਿਮਾਰੀਆਂ ਤੁਹਾਨੂੰ ਜ਼ਿਆਦੀਆਂ ਲੱਗਣੀਆਂ ਜੇ ਮਤਲਬ 6 ਤੋਂ ਥੱਲੇ ਆ। ਅਤੇ ਜੇ ਉਹ 7.5 ਉਸ 6.5 ਤੋਂ 7.5 ਦੇ ਵਿੱਚ ਚਾਹੀਦਾ ਹੈਗਾ, ਅਤੇ ਜੇ ਉਹ 7.5 ਤੋਂ ਵੀ ਉੱਤੇ ਆ ਉਹਦੇ 'ਚ ਵੀ ਪ੍ਰੋਬਲਮ ਹੈ, ਅਤੇ ਜੇ ਉਹ 6.5 ਤੋਂ ਥੱਲੇ ਆ ਤਾਂ ਉਹਦੇ 'ਚ ਬਹੁਤ ਪ੍ਰੋਬਲਮਸ ਹੈਗੀਆਂ। ਸੋ ਬੋਡੀ ਦੀ ਹਾਈਪਰ ਐਸੀਡਿਟੀ ਨੂੰ ਘਟਾਉਣਾ ਚਾਹੀਦਾ। ਹੁਣ ਇਹ ਇੱਕ ਕੌਨਸੈਪਟ pH ਲੈਵਲ ਦਾ ਆਯੁਰਵੈਦ ਦਾ ਨਹੀਂ ਆ, ਇਹ ਮਾਡਰਨ ਮੈਡੀਕਲ ਦਾ, ਪਰ ਇਹ ਜਿਹੜੀ ਇਹਦਾ ਆਧਾਰ ਜੇ ਅਸੀਂ ਇਹਨੂੰ ਜੋੜਦੇ ਹੈਗੇ ਆਯੁਰਵੈਦ ਦਾ, ਉਹ ਪਿੱਤ ਹੀ ਹੈ ਕਿ ਅਸੀਂ ਪਿੱਤ ਨੂੰ ਕੰਟਰੋਲ ਕਰ ਰਹੇ ਹੈਗੇ। ਇਹਦੇ ਵਿੱਚ ਸਿਰਫ ਪਿੱਤ ਕੰਟਰੋਲ ਕੀਤੀ ਜਾ ਰਹੀ ਹੈ ਜਿਹੜੇ pH ਲੈਵਲ ਨੂੰ। ਹੋਪਫੁਲੀ ਅਗਲੇ 50-100 ਸਾਲਾਂ ਦੇ ਵਿੱਚ ਜਿਹੜੀ ਮਾਡਰਨ ਸਾਇੰਸ ਹੈ ਉਹ ਪਿੱਤ ਦੇ ਨਾਲ ਵਾਤ ਅਤੇ ਕਫ ਨੂੰ ਵੀ ਰੈਕੋਗਨਾਈਜ਼ ਕਰਨਾ ਸ਼ੁਰੂ ਕਰ ਦੇਗੀ। ਫਿਲਹਾਲ ਅਜੇ ਪਿੱਤ ਤੱਕ ਹੀ ਪਹੁੰਚੇ, ਉਹ ਵੀ ਡਾਇਰੈਕਟਲੀ ਨਹੀਂ ਉਹ ਕਹਿ ਰਹੇ ਕਿ ਉਹ ਪਿੱਤ ਵਧੀ ਹੋਈ ਹੈ, ਕਿਉਂਕਿ ਉਹਨਾਂ ਨੂੰ ਅਜੇ ਤੱਕ ਵੀ ਉਹ ਕੌਨਸੈਪਟ ਕਲੀਅਰ ਨਹੀਂ ਆ। ਉਹ ਆਪਣੇ ਹਿਸਾਬ ਦੇ ਨਾਲ ਦੇਖ ਰਹੇ ਆ ਕਿ ਜਦੋਂ ਬੋਡੀ ਦੇ ਅੰਦਰ ਪਿੱਤ ਵੱਧਦੀ ਹੈ ਜਿੱਦਾਂ ਅਸੀਂ ਕਹਿੰਦੇ ਹਾਂ, ਅਤੇ ਉਹਦੇ ਨਾਲ ਐਸਿਡ ਵੱਧ ਜਾਂਦਾ ਹੈਗਾ, ਯਥਰ ਅਗਨੀ ਵੱਧਦੀ ਹੈਗੀ ਆ, ਅਤੇ ਉਹ ਉਸ ਨੂੰ pH ਲੈਵਲ ਕਹਿ ਰਹੇ ਹੈਗੇ ਆ। ਸੋ ਦੈਟਸ ਫਾਈਨ, ਐਟਲੀਸਟ ਉਹ ਉਸ ਲੈਵਲ ਦੇ ਉੱਤੇ ਆ ਰਹੇ ਹੈਗੇ ਆ ਜਿੱਥੇ ਉਹਨਾਂ ਨੂੰ ਪਤਾ ਲੱਗ ਰਿਹਾ ਕਿ ਜਦੋਂ ਬੋਡੀ ਦੇ ਅੰਦਰ ਇਹ ਐਸਿਡ ਵੱਧਦੇ ਹੈਗੇ ਆ ਉਹਦੇ ਨਾਲ ਬਿਮਾਰੀਆਂ ਲੱਗਦੀਆਂ ਹੈਗੀਆਂ। ਆਯੁਰਵੈਦ ਦੇ ਵਿੱਚ ਆਪਣੇ ਕੁਐਸਚਨ ਸੀਗਾ ਆਪਣੇ ਵੀਰ ਦਾ, ਉਹ ਕਹਿੰਦੇ ਵੀ ਜਿਸ ਤਰੀਕੇ ਨਾਲ ਤੁਸੀਂ ਫਰੂਟ ਦੀ ਗੱਲ ਕਰ ਰਹੇ ਹੋ, ਚਾਹ ਸਾਡੀ ਬਿਲਕੁਲ ਬੰਦ ਕਰਾਈ ਜਾ ਰਹੇ ਹੋ, ਤੇ ਸ਼ੂਗਰ ਪੇਸ਼ੈਂਟ ਉਮਰ ਉਹ ਨਹੀਂ ਦੱਸੀ 60-70 ਸਾਲ ਦੀ, ਵੈਸੇ ਕਿਸੇ ਵੀ ਬੰਦੇ ਵਾਸਤੇ ਕਹਿੰਦੇ ਵੀ ਕਿ ਸ਼ੂਗਰ ਪੇਸ਼ੈਂਟ ਫਰੂਟ ਖਾ ਸਕਦੇ ਨੇ, ਜੇ ਖਾ ਸਕਦੇ ਨੇ ਤੇ ਕਿਹੜੇ ਕਿਹੜੇ ਖਾ ਸਕਦੇ ਨੇ ਤੇ ਕਿੰਨੇ ਕੁ ਖਾ ਸਕਦੇ ਨੇ, ਉਹਦੇ ਬਾਰੇ ਕਹਿੰਦੇ ਪਤਾ ਕਰਕੇ ਦੱਸ ਦਿਓ ਵੀ ਜਿਹਦੇ ਨਾਲ ਸ਼ੂਗਰ ਨੂੰ ਕੋਈ ਇਫੈਕਟ ਨਾ ਹੋਵੇ। ਦੇਖੋ ਇਹ ਇੰਗਲਿਸ਼ ਦੇ ਵਿੱਚ ਕਿਹਾ ਜਾਂਦਾ ਹੈਗਾ ਕਿ ਜਿਹੜੇ ਫਰੂਟ ਹੈ ਜਿਨ੍ਹਾਂ ਦੇ ਵਿੱਚ ਹਾਈ ਸ਼ੂਗਰ ਹੈਗੀ ਹੈ ਉਹ ਨਹੀਂ ਖਾਣੇ ਚਾਹੀਦੇ। ਆਯੁਰਵੈਦ ਦੇ ਵਿੱਚ ਅਸੀਂ ਕਹਿੰਦੇ ਆ ਕਿ ਤੁਸੀਂ ਖਾਲੀ ਪੇਟ ਫਰੂਟ ਖਾਣੇ ਹੁੰਦੇ ਸਵੇਰੇ ਬ੍ਰੇਕਫਾਸਟ ਦੇ ਵਿੱਚ। ਉਹਦੇ 'ਚ ਭਾਵੇਂ ਤੁਸੀਂ ਮਿੱਠੇ ਤੋਂ ਮਿੱਠਾ ਫਰੂਟ ਜਿਹੜਾ ਤੁਸੀਂ ਖਾਓ, ਉਹ 'ਚ ਕੋਈ ਪ੍ਰੋਬਲਮ ਨਹੀਂ ਹੈਗੀ। ਭਾਵੇਂ ਤੁਸੀਂ ਉਹ 'ਚ ਕੇਲੇ ਖਾਓ, ਉਹਦੇ ਵਿੱਚ ਅੰਬ ਖਾਓ, ਉਹਦੇ ਵਿੱਚ ਹਦਵਾਣੇ ਖਾਓ, ਜੋ ਮਰਜ਼ੀ ਖਾਓ। ਸ਼ਰਤ ਸਿਰਫ ਇੱਕ ਹੈਗੀ ਹੈ ਕਿ ਉਹ ਖਾਲੀ ਪੇਟ ਖਾਂਦੇ ਹੋਣੇ ਚਾਹੀਦੇ ਹੈਗੇ। ਇਹ ਸ਼ੂਗਰ ਵਾਲਿਆਂ ਵਾਸਤੇ ਆ ਮਤਲਬ। ਬਾਕੀ ਇਨ ਜਨਰਲ ਜਿਹੜੇ ਲੋਕ ਹੈਗੇ ਉਹ ਤਾਂ ਚਲੋ ਇਨ ਬਿਟਵੀਨ ਸਨੈਕਸ ਵਗੈਰਾ ਵੀ ਲੈ ਸਕਦੇ ਆ, ਬਟ ਸਪੈਸੀਫਿਕਲੀ ਸ਼ੂਗਰ ਦੇ ਵਾਸਤੇ ਜਿਹੜੇ ਆ ਉਹ ਇੱਦਾਂ ਹੋਣੇ ਚਾਹੀਦੇ। ਦੂਸਰੀ ਗੱਲ ਜਿਹੜੀ ਉਹਦੇ ਵਿੱਚ ਮੈਂ ਇੱਕ ਪੁਆਇੰਟ ਇਹ ਰੱਖਣਾ ਚਾਹੁੰਦਾ ਕਿ ਇੱਕ ਅਸੀਂ ਖਾਈ ਤਾਂ ਜਾ ਰਹੇ ਹੈਗੇ ਹਾਂ, ਐਂਡ ਬਹੁਤੇ ਲੋਕ ਜਿਹੜੇ ਸਾਨੂੰ ਇਹੀ ਪੁੱਛਦੇ ਆ ਵੀ ਭਾਈ ਕੀ ਖਾਈਏ। ਹੁਣ ਵੀ ਤੁਸੀਂ ਪੁੱਛ ਰਹੇ ਕਿ ਕੀ ਖਾਈਏ। ਅੱਜ ਕੱਲ੍ਹ ਦੇ ਜ਼ਮਾਨੇ ਦੇ ਵਿੱਚ ਜਿਹੜੀਆਂ ਬਿਮਾਰੀਆਂ ਲੱਗ ਰਹੀਆਂ ਉਹ ਜ਼ਿਆਦਾ ਖਾਣ ਦੀ ਵਜ੍ਹਾ ਦੇ ਕਰਕੇ ਲੱਗ ਰਹੀਆਂ, ਨਾ ਕਿ ਘੱਟ ਖਾਣ ਦੀ ਵਜ੍ਹਾ ਦੇ ਕਰਕੇ। ਸੋ ਸਾਨੂੰ ਐਕਚੁਅਲੀ ਘੱਟ ਖਾਣਾ ਚਾਹੀਦਾ ਹੈਗਾ, ਨਾ ਕਿ ਜ਼ਿਆਦਾ। ਖਾਣੇ ਦੇ ਉੱਤੇ ਨਾ ਇੰਨਾ ਫੋਕਸ ਨਾ ਇੰਨਾ ਕਰੋ ਜ਼ਿਆਦਾ ਮਤਲਬ ਮਾਤਰਾ ਦੇ ਵਿੱਚ। ਆਲਰੇਡੀ ਬਹੁਤ ਲੋਕ ਹੈਗੇ ਆ ਜਿਹੜੇ ਕਿ ਜ਼ਿਆਦਾ ਹੀ ਖਾ ਰਹੇ ਹੈਗੇ ਆ, ਜਿਹਨਾਂ ਦੇ ਢਿੱਡ ਨਿਕਲੇ ਹੋਏ ਹੈਗੇ ਆ ਜਾਂ ਜਿਹਨਾਂ ਨੂੰ ਬਿਮਾਰੀਆਂ ਲੱਗੀਆਂ ਹੋਈਆਂ ਹੈਗੀਆਂ। ਸੋ ਉਹਦੇ ਵਿੱਚ ਸਾਨੂੰ ਐਕਚੁਅਲੀ ਘਟਾਉਣ ਦੀ ਜ਼ਰੂਰਤ ਹੁੰਦੀ ਹੈ ਸਾਡੀ ਰੋਟੀ ਪਾਣੀ ਨੂੰ। ਉਹਨੂੰ ਕੁਆਲਿਟੀ ਚੀਜ਼ ਜਿਹੜੀ ਸਾਨੂੰ ਚਾਹੀਦੀ ਹੈ ਸਾਨੂੰ ਉਹ ਲੈਣ ਦੀ ਜ਼ਰੂਰਤ ਹੈ। ਇਹਦੇ ਵਿੱਚ ਸਭ ਤੋਂ ਬੈਸਟ ਅੱਜ ਕੱਲ੍ਹ ਦੇ ਜ਼ਮਾਨੇ ਦੇ ਵਿੱਚ ਗੁਰਪਾਲ ਜੀ ਹੈਗਾ ਆ ਫਾਸਟਿੰਗ ਕਰਨੀ, ਜਿੱਦਾਂ ਆਪਾਂ ਪੰਜਾਬੀ 'ਚ ਆਪਾਂ ਕਹਿੰਦੇ ਹਾਂ ਕਿ ਵਰਤ ਰੱਖਣੇ। ਤਾਂ ਉਹ ਮਤਲਬ ਜਦੋਂ ਤੁਸੀਂ ਕਰਦੇ ਹੈਗੇ ਹੋ ਅਤੇ ਤੁਸੀਂ ਬਾਡੀ ਨੂੰ ਇੱਕ ਬ੍ਰੇਕ ਦੇ ਰਹੇ ਹੈਗੇ ਹੋ ਰੋਟੀ ਪਾਣੀ ਤੋਂ। ਹੁਣ ਉਹ ਫਾਸਟਿੰਗ ਭਾਵੇਂ ਤੁਸੀਂ ਪੂਰਾ ਦਿਨ ਪਾਣੀ ਪੀ ਜਾਓ, ਉਹ ਵੀ ਇੱਕ ਫਾਸਟਿੰਗ ਹੈ। ਕੋਈ ਜ਼ਰੂਰੀ ਨਹੀਂ ਹੈ ਕਿ ਵੀ ਕੁਛ ਖਾਣਾ ਬਿਲਕੁਲ ਹੀ ਸਭ ਕੁਛ ਤਿਆਗ ਦਿਓ। ਪਾਣੀ ਦੀ ਫਾਸਟਿੰਗ ਦੀ ਤੁਸੀਂ ਹੁਣ ਗੱਲਬਾਤ ਕੀਤੀ। ਸ਼ੂਗਰ ਪੇਸ਼ੈਂਟ ਜਿਹੜੇ ਹੈਗੇ ਆ, ਸ਼ੂਗਰ ਪੇਸ਼ੈਂਟ ਦਾ ਧਿਆਨ ਪਤਾ ਵੀ ਉਹਨਾਂ ਨੂੰ ਟੋਟ ਲੱਗਦੀ ਹੈ, ਥੋੜੀ ਦੇਰ ਬਾਅਦ ਕੁਛ ਨਾ ਕੁਛ ਖਾਧਾ ਹੈ, ਕਿ ਉਹ ਵੀ ਫਾਸਟਿੰਗ ਕਰ ਸਕਦੇ? 100% ਫਾਸਟਿੰਗ ਕਰ ਸਕਦੇ ਆ। ਉਹਨਾਂ ਦੇ ਵਾਸਤੇ ਸਭ ਤੋਂ ਬੈਸਟ ਫਾਸਟਿੰਗ ਵਾਸਤੇ ਹੈਗਾ ਆ ਹਦਵਾਣਾ, ਜਿਹਨੂੰ ਵਾਟਰਮੈਲਨ ਕਹਿੰਦੇ ਹਾਂ ਅਸੀਂ, ਤਰਬੂਜ ਸਭ ਤੋਂ ਬੈਸਟ ਹੈ, ਕਿਉਂਕਿ ਉਹਦੇ ਵਿੱਚ ਜਿਹੜੀ ਇਹ ਸ਼ੂਗਰ ਵੀ ਹੁੰਦੀ ਹੈਗੀ ਆ, ਉਹਦੇ ਨਾਲ ਉਹਦੇ 'ਚ ਐਨਰਜੀ ਵੀ ਹੈਗੀ ਆ, ਉਹਦੇ ਵਿੱਚ ਆਪਣੇ ਉਹਦੇ ਮਿਨਰਲਸ ਹੈਗੇ ਆ, ਵਾਈਟਮਿਨਸ ਹੈਗੇ ਆ। ਤੁਸੀਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਸਿਰਫ ਹਦਵਾਣਾ ਹੀ ਖਾਣਾ, ਹੋਰ ਕੱਖ ਨਹੀਂ ਖਾਣਾ। ਤੁਸੀਂ ਭਾਵੇਂ 4 ਹਦਵਾਣੇ ਖਾ ਲਓ, ਦੂਜੇ ਦਿਨ ਜਾ ਕੇ ਆਪਣੇ ਦਿਨ ਦੀ ਸ਼ੁਰੂਆਤ ਕਰਨੀ। ਬਿਲਕੁਲ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਆਏਗੀ। ਐਂਡ ਇਹ ਚੀਜ਼ ਜਿਹੜੀ ਹੈਗੀ ਆ ਕੋਈ ਵੀ ਕਰ ਸਕਦਾ, ਇਟਸ ਨਾਟ ਜਸਟ ਇਹਨਾਂ ਦੇ ਵਾਸਤੇ ਹੀ, ਸ਼ੂਗਰ ਪੇਸ਼ੈਂਟਸ ਦੇ ਵਾਸਤੇ ਕੋਈ ਵੀ ਕਰ ਸਕਦਾ ਹੈਗਾ। ਸ਼ੁਰੂ ਦੇ ਵਿੱਚ ਵੀਕ ਦੇ ਵਿੱਚ ਇੱਕ ਵਾਰੀ ਸ਼ੁਰੂ ਕਰੋ,
ਫਿਰ ਉਹਨੂੰ ਹੌਲੀ ਬਾਕੀ ਸਰੋਤਿਆਂ ਦੀ ਆਪੋ ਆਪਣੀ ਚੋਇਸ ਹੈ, ਜਿੱਦਾਂ ਦਾ ਕੰਮ ਕਾਰ ਕਰਦੇ ਨੇ ਉਦਾਂ ਕਰ ਸਕਦੇ। ਮੰਡੇ ਤੁਸੀਂ ਜੇਕਰ ਵੀਕਐਂਡ ਤੁਹਾਡਾ ਪ੍ਰੋਪਰ ਖਾਧਾ ਹੁੰਦਾ ਤਾਂ ਮੰਡੇ ਵਾਲੇ ਦਿਨ ਤੁਸੀਂ ਪੂਰਾ ਦਾ ਪੂਰਾ ਹਦਵਾਣਾ ਸਾਰਾ ਦਿਨ ਖਾ ਲਓ, ਤੇ ਉਸ ਤੋਂ ਬਾਅਦ ਫਿਰ ਫਰੂਟਾਂ ਤੋਂ ਬ੍ਰੇਕਫਾਸਟ ਤੁਸੀਂ ਆਪਣਾ ਸ਼ੁਰੂ ਕਰ ਲਓ, ਤੇ ਉਸ ਤੋਂ ਬਾਅਦ ਫਿਰ ਘੰਟੇ 2 ਘੰਟੇ ਬਾਅਦ ਆਪਣੀ ਅਰਜਨ ਸ਼ਾਲ ਦੀ ਚਾਹ ਪੀ ਸਕਦੇ ਆ। ਤੇ ਫਿਰ ਤੁਸੀਂ ਦੁਪਹਿਰ ਦੀ ਰੂਟੀਨ ਦੇ ਹਿਸਾਬ ਨਾਲ ਆਪਣੇ ਜੋ ਚੱਲਦਾ ਬਾਕੀ ਵੀਕ ਇੱਦਾਂ ਚੱਲਦਾ ਰੱਖੋ। ਅਜੇ ਬ੍ਰੇਕਫਾਸਟ ਤੇ ਆਪਣਾ ਮੰਡੇ ਵਾਲਾ ਦਿਨ ਵਰਤ ਵਾਲਾ ਸ਼ੁਰੂ ਕਰਕੇ ਦੇਖ ਲਓ। ਉਸ ਤੋਂ ਬਾਅਦ ਵੀਕ ਬਾਅਦ 2 ਵੀਕਾਂ ਬਾਅਦ ਰਿਜ਼ਲਟ ਸਾਨੂੰ ਦੱਸ ਦਿਓ। ਜੇ ਚੰਗੇ ਲੱਗੇ ਤਾਂ ਡੈਫੀਨੇਟਲੀ ਉਹਨਾਂ ਤੱਕ ਵੀ ਸ਼ੇਅਰ ਕरें, ਪਰ ਜਿਸ ਤਰ੍ਹਾਂ ਕਿ ਰੂਬਲ ਸਾਹਿਬ ਕਹਿੰਦੇ ਨੇ ਤੁਹਾਡੇ ਵਾਸਤੇ ਵਧੀਆ ਤੇ ਫਾਇਦੇਮੰਦ ਹੀ ਹੋਵੇਗਾ। ਮਿਨਰਲ ਵਗੈਰਾ ਸਾਰਾ ਕੁਝ ਤੁਹਾਨੂੰ ਫਰੂਟਾਂ ਵਿੱਚੋਂ ਮਿਲ ਜਾਣੇ, ਉਹਨੇ ਕਮੀਆਂ ਪੇਸ਼ੀਆਂ ਉਹਨੇ ਤੁਹਾਡੀਆਂ ਪੂਰੀਆਂ ਕਰ ਦੇਣੀਆਂ ਜੀ। ਦੇਖੋ ਕਈ ਤਰ੍ਹਾਂ ਦੇ ਕਰੋਨਿਕ ਪੇਸ਼ੈਂਟਸ ਹੁੰਦੇ ਹੈਗੇ ਆ ਜਿਨ੍ਹਾਂ ਨੂੰ ਸਾਨੂੰ ਜਿੱਦਾਂ ਰੱਖਣਾ ਪੈਂਦਾ ਹੁੰਦਾ ਸੁਪਰਵਿਜ਼ਨ ਦੇ ਅੰਡਰ। ਉਹ ਕੇਸਿਸ ਦੇ ਵਿੱਚ ਜਿਹੜੇ ਆ ਕਈ ਤਰ੍ਹਾਂ ਦੇ ਇੱਕ ਪੇਸ਼ੈਂਟਸ ਮੈਨੂੰ ਯਾਦ ਹੈ ਕਿ ਉਹ 21 ਦਿਨ ਦਾ ਫਾਸਟ ਰੱਖਿਆ ਜਾਂਦਾ ਆਯੁਰਵੈਦ ਦੇ ਵਿੱਚ। ਉਹਦੇ ਵਿੱਚ ਜਿਹੜਾ ਆ ਉਹ ਪਾਣੀ ਦਾ ਹੁੰਦਾ, ਪਰ ਉਹਦੇ ਵਿੱਚ ਥੋੜ੍ਹਾ ਜਿਹਾ ਨਿੰਬੂ ਪਾਇਆ ਜਾਂਦਾ ਪਾਣੀ ਦੇ ਵਿੱਚ। ਸੋ ਕਹਿ ਲਓ ਕਿ ਨਿੰਬੂ ਪਾਣੀ ਦਾ ਫਾਸਟ, ਉਹ ਜਿਹੜਾ ਫਾਸਟ ਹੈਗਾ ਆ ਉਹ ਇੰਨਾ ਕੁ ਕਾਰਾਗਰ ਸਾਬਤ ਹੁੰਦਾ ਹੈਗਾ ਕਿ ਜਿਹੜੇ ਲੋਕਾਂ ਨੂੰ ਕੋਲਨ ਕੈਂਸਰ ਹੈ, ਕੋਲਨ ਕੈਂਸਰ ਤੁਸੀਂ ਦੇਖੋ ਕਿ ਕੋਲਨ ਕੈਂਸਰ ਦੇ ਵਿੱਚ ਜਿਹੜਾ ਕੋਲਨ ਹੁੰਦਾ ਉਹ ਬਿਲਕੁਲ ਹੀ ਗਲੀ ਜਾਂਦਾ, ਖਤਮ ਹੋ ਜਾਂਦਾ, ਔਰ ਉਸ ਲੈਵਲ ਦੇ ਵਿੱਚ ਉਹ ਕੋਲਨ ਨੂੰ ਕੱਟ ਕੇ ਫਿਰ ਉਹਨੂੰ ਦੁਬਾਰਾ ਜੋੜਿਆ ਜਾਂਦਾ, ਉਹ ਹੋਰ ਛੋਟਾ ਹੋਈ ਜਾਂਦਾ ਹੌਲੀ ਹੌਲੀ। ਸਰਜਰੀਆਂ ਕੋਈ ਐਡੀਆਂ ਕੋਈ ਕਾਮਯਾਬ ਨਹੀਂ ਹੁੰਦੀਆਂ। ਐਂਡ ਐਟ ਦੀ ਐਂਡ ਜਿਹੜਾ ਹੁੰਦਾ ਫਿਰ ਉਹ ਕੋਲਨ ਕੱਢ ਦਿੱਤਾ ਜਾਂਦਾ, ਉਹਦੀ ਥਾਂ ਦੇ ਉੱਤੇ ਜੇ ਪਾਊਚ ਪਾ ਦਿੱਤਾ ਜਾਂਦਾ। ਉਹ ਫਿਰ ਉਹ ਪਾਊਚ ਹੁੰਦਾ ਜਿਹੜਾ ਕਿ ਬਾਹਰ ਹੀ ਲਟਕਿਆ ਹੁੰਦਾ। ਸੋ ਹੁਣ ਇਮੈਜਿਨ ਕਰੋ ਕਿ ਤੁਹਾਡੇ ਬੋਡੀ ਦਾ ਗੰਦ ਜਿਹੜਾ ਉਹ ਉੱਥੇ ਲਟਕ ਰਿਹਾ ਹੈਗਾ, ਉਹ ਤੁਹਾਨੂੰ ਆਪ ਸਾਫ਼ ਕਰਨਾ ਪੈਂਦਾ। ਕਿੰਨੀ ਮਤਲਬ ਸੋਚ ਕੇ ਜਿਹੜਾ ਉਹ ਅਜੀਬ ਲੱਗਦਾ, ਪਰ ਅਨਫੋਰਚੂਨੇਟਲੀ ਲੋਕ ਹੈ ਜਿਨ੍ਹਾਂ ਨੂੰ ਕਰਨਾ ਪੈਂਦਾ ਹੈਗਾ, ਜਿਨ੍ਹਾਂ ਨੂੰ ਪਾਊਚ ਲੱਗਦੇ ਹੈ। ਈਵਨ ਉਸ ਕੇਸ ਦੇ ਵਿੱਚ ਮਤਲਬ ਜਦੋਂ ਸਰਜਰੀ ਖੈਰ ਕੱਢ ਹੀ ਦਿੱਤਾ ਫਿਰ ਤਾਂ ਨਹੀਂ, ਮਤਲਬ ਜਦੋਂ ਗਲਣਾ ਸ਼ੁਰੂ ਹੋ ਜਾਂਦਾ ਹੈਗਾ ਉਸ ਕੇਸ ਦੇ ਵਿੱਚ 21 ਦਿਨ ਦਾ ਜਿਹੜਾ ਵਾਟਰ ਫਾਸਟ ਕੀਤਾ ਜਾਂਦਾ ਆਯੁਰਵੈਦ ਦੇ ਵਿੱਚ ਅੰਡਰ ਸੁਪਰਵਿਜ਼ਨ, ਆਪ ਨਹੀਂ ਤੁਸੀਂ ਕਰਨਾ ਹੁੰਦਾ ਇਹੋ। ਅਤੇ ਉਹਦੇ ਵਿੱਚ ਜਿਹੜਾ ਹੈ ਉਹ ਬੋਡੀ ਉਸ ਕੋਲਨ ਨੂੰ ਦੁਬਾਰਾ ਤੋਂ ਰਿਪੇਅਰ ਕਰਨਾ ਸ਼ੁਰੂ ਕਰ ਦਿੰਦੀ ਹੈ। ਦੇਖੋ ਬੋਡੀ ਜਿਹੜੀ ਹੈਗੀ ਆ ਉਹ ਆਪਣੇ ਆਪ ਨੂੰ ਰਿਪੇਅਰ ਕਰ ਸਕਦੀ। 21 ਦਿਨ ਬਿਲਕੁਲ ਸਿਰਫ ਤੇ ਸਿਰਫ ਪਾਣੀ ਹੀ ਪੀਣਾ। ਹਾਂਜੀ, ਉਹ 'ਚ ਪਾਣੀ ਹੁੰਦਾ, ਮਤਲਬ ਰਿਮੈਂਬਰ ਉਹ ਅੰਡਰ ਸੁਪਰਵਿਜ਼ਨ ਹੈਗਾ, ਆਪ ਨਾ ਕਰੇ ਕੋਈ ਵੀ, ਉਹ ਅੰਡਰ ਸੁਪਰਵਿਜ਼ਨ ਹੁੰਦਾ। ਹਾਂਜੀ, ਉਹਦੇ ਵਿੱਚ ਜਿਹੜਾ ਹੈਗਾ ਆ ਉਹ ਇੱਦਾਂ ਮਤਲਬ ਕੀਤਾ ਨਾਲ। ਉਹਦੇ ਵਿੱਚ ਅਨੀਮਾ ਵੀ ਕੀਤਾ, ਕਈ ਤਰ੍ਹਾਂ ਦੇ ਸਾਡੇ ਆਯੁਰਵੈਦ 'ਚ ਅਨੀਮਾਜ਼ ਹੁੰਦੇ ਆ। ਅਨੀਮਾਜ਼ ਕੀ ਹੁੰਦਾ ਕਿ ਜਿੱਥੋਂ ਏਨਸ ਦੇ ਥਰੂ ਕਈ ਤਰ੍ਹਾਂ ਦੀਆਂ ਹਰਬਸ ਜਿਹੜੀਆਂ ਹੈਗੀਆਂ ਆ ਉਹਨਾਂ ਨੂੰ ਪਾਣੀ ਦੇ ਵਿੱਚ ਉਬਾਲ ਕੇ ਉਹਨਾਂ ਨੂੰ ਭਾਫ਼ ਦਿੱਤੀ ਜਾਂਦੀ, ਉਹਨਾਂ ਨੂੰ ਬਿਠਾਇਆ ਜਾਂਦਾ ਆ, ਜਾਂ ਉਹਨਾਂ ਦੇ ਅੰਦਰ ਜਿਹੜੀਆਂ ਉਹਨਾਂ ਨੂੰ ਵਾਸ਼ ਕੀਤਾ ਜਾਂਦਾ। ਕਈ ਤਰ੍ਹਾਂ ਦੀਆਂ ਮਤਲਬ ਉਹ ਚੀਜ਼ਾਂ ਹੁੰਦੀਆਂ ਹੈਗੀਆਂ ਜਿਹੜੀਆਂ ਹੁੰਦੀਆਂ ਥੈਰੇਪੀਜ਼ ਜਿਹੜੀਆਂ ਹੈਗੀਆਂ ਉਸ ਹਿਸਾਬ ਦੇ ਵਿੱਚ, ਜਿਹੜੇ ਕੋਲਨ ਕੈਂਸਰ ਦੇ ਹਿਸਾਬ ਦੇ ਵਿੱਚ। ਸੋ ਉਹਦੇ ਵਿੱਚ ਜਿਹੜੀ ਹੈਗੀ ਆ ਉਹ ਬੋਡੀ ਆਪਣੇ ਆਪ ਨੂੰ ਰਿਪੇਅਰ ਕਰ ਸਕਦੀ। ਮੇਰੀ ਗੱਲ ਕਹਿਣ ਦਾ ਇਹ ਹੈਗਾ ਕਿ ਬੋਡੀ ਆਪਣੇ ਆਪ ਨੂੰ ਰਿਪੇਅਰ ਕਰ ਸਕਦੀ ਹੈਗੀ ਹੈ। ਹੁਣ ਸਾਡੇ ਮਾੜਾ ਜਿਹਾ ਕੋਈ ਸਕਿਨ 'ਤੇ ਕੱਟ ਲੱਗ ਜਾਵੇ, ਹੁਣ ਅਸੀਂ ਡਾਕਟਰ ਦੇ ਥੋੜ੍ਹਾ ਜਾਵਾਂਗੇ, ਉਹਨੂੰ ਅਸੀਂ ਟਾਂਕੇ ਥੋੜ੍ਹਾ ਲਵਾਵਾਂਗੇ। ਉਹ 2-3 ਵੀਕਾਂ ਦੇ ਵਿੱਚ ਆਪਣੇ ਆਪ ਹੀ ਹਾਂਜੀ ਉਹਨੇ ਹੀਲ ਹੋ ਜਾਣਾ। ਇਹੀ ਹਿਸਾਬ ਜਿਹੜਾ ਬੋਡੀ ਦੇ ਅੰਦਰਲਾ ਪ੍ਰੋਬਲਮ ਇਜ਼ ਕਿ ਅਸੀਂ ਹੁਣ ਹੱਡੀ ਤਾਂ ਟੁੱਟੀ ਹੈ ਸਾਡੀ, ਫੋਰ ਐਗਜ਼ਾਮਪਲ ਬਾਂਹ ਦੀ ਹੱਡੀ ਟੁੱਟੀ ਹੈ ਅਤੇ ਅਸੀਂ ਜਿੰਮ 'ਚ ਜਾ ਕੇ ਉਹ ਤੋਂ ਕਸਰਤ ਕਰ ਰਹੇ ਹੋ, ਕਿੱਦਾਂ ਠੀਕ ਹੋਊਗੀ? ਨਹੀਂ ਹੋਣੀ ਹੈ ਨਾ। ਉਹਦੇ ਵਾਸਤੇ ਸਾਨੂੰ ਉਹ ਚੀਜ਼ਾਂ ਨੂੰ ਰੋਕਣਾ ਪੈਣਾ ਜਿਹੜੀਆਂ ਕਿ ਅਸੀਂ ਰੋਜ਼ ਕਰਦੇ ਹਾਂ। ਇਹੋ ਹੀ ਸੇਮ ਚੀਜ਼ ਜਿਹੜੀ ਹੈ ਸਾਡੀ ਬੋਡੀ ਦੇ ਅੰਦਰ ਹੈ। ਜੇ ਬੋਡੀ ਦੇ ਅੰਦਰ ਕੋਈ ਪ੍ਰੋਬਲਮ ਆ ਰਹੀ ਹੈਗੀ ਆ ਅਤੇ ਉਸ ਨੂੰ ਠੀਕ ਕਰਨ ਦੇ ਵਾਸਤੇ ਸਾਨੂੰ ਜਿਹੜੀਆਂ ਚੀਜ਼ਾਂ ਅਸੀਂ ਖਾ ਰਹੇ ਹੈਗੀਆਂ ਅੰਦਰ ਲਿਜਾ ਰਹੇ, ਉਹਨਾਂ ਨੂੰ ਰੋਕਣਾ ਪੈਣਾ। ਤਾਂ ਹੀ ਬੋਡੀ ਜਿਹੜੀ ਹੈਗੀ ਆ ਉਹ ਆਪਣੇ ਆਪ ਨੂੰ ਹੀਲ ਕਰ ਸਕੇਗੀ। ਹੁਣ ਰੋਕਣਾ ਅਸੀਂ ਹੈ ਨਹੀਂ। ਅਸੀਂ ਸਭ ਤੋਂ ਪਹਿਲਾਂ ਇਹੀ ਚਾਹੁੰਦੇ, ਜਦੋਂ ਅਸੀਂ ਪਰਹੇਜ਼ ਦੱਸਦੇ ਹਾਂ ਨਾ ਪੇਸ਼ੈਂਟਸ ਨੂੰ, ਸਭ ਤੋਂ ਪਹਿਲਾ ਕੁਐਸਚਨ ਇਹੀ ਹੁੰਦਾ ਪੇਸ਼ੈਂਟ ਦਾ, ਇਹ ਕਿੰਨਾ ਚਿਰ ਕਰਾਂਗੇ ਜੀ ਅਸੀਂ? ਬਿਕੋਜ਼ ਉਹਨਾਂ ਨੂੰ ਲੱਗਦਾ ਇੱਦਾਂ ਆ ਕਿ ਵੀ ਉਹਨਾਂ ਦੇ ਉੱਤੇ ਪਤਾ ਨਹੀਂ ਕਿੱਡੀ ਕੁ ਵੱਡੀ ਜ਼ਿੰਮੇਦਾਰੀ ਪਾ ਦਿੱਤੀ ਹੈ ਕਿ ਇਹ ਤਾਂ ਸਾਡੇ ਕੋਲ ਹੋਣਾ ਹੀ ਹੈ ਨਹੀਂ ਹੈਗਾ। ਸੋ ਇਸ ਕਰਕੇ ਇਹਨੂੰ ਆਪਾਂ ਬਸ ਐਜ਼ ਏ ਦਵਾਈ ਦੀ, ਤਾਂ ਸਾਨੂੰ ਵੀ ਕਈ ਵਾਰੀ ਪੇਸ਼ੈਂਟ ਨੂੰ ਦੱਸਣਾ ਪੈਂਦਾ, ਚਲੋ ਠੀਕ ਹੈ ਜੀ ਜਿੰਨਾ ਚਿਰ ਤੁਸੀਂ ਦਵਾਈ ਖਾਂਦੇ ਹੋ ਐਟਲੀਸਟ ਉਨਾ ਚਿਰ ਕਰੋ। ਪਰ ਇਹ ਵੀ ਗਲਤ ਚੀਜ਼ ਹੈਗੀ ਹੈ, ਸਾਡੇ ਲਈ ਵੀ ਕਹਿਣੀ ਗਲਤ ਚੀਜ਼ ਆ, ਪੇਸ਼ੈਂਟ ਲਈ ਪੁੱਛਣੀ ਸਭ ਤੋਂ ਵੱਡੀ ਗਲਤ ਚੀਜ਼ ਹੈਗੀ ਹੈ ਕਿ ਤੁਸੀਂ ਮਤਲਬ ਜਿਹੜੀਆਂ ਚੀਜ਼ਾਂ ਖਾਣ ਦੀ ਵਜ੍ਹਾ ਦੇ ਕਰਕੇ ਤੁਹਾਨੂੰ ਬਿਮਾਰੀਆਂ ਲੱਗੀਆਂ, ਤੁਸੀਂ ਉਹ ਚੀਜ਼ਾਂ ਨੂੰ ਕਿੰਨੀ ਮਤਲਬ ਜਲਦੀ ਤੁਸੀਂ ਚਾਹ ਰਹੇ ਹੈਗੇ ਕਿ ਮੈਂ ਫਟਾਫਟ ਠੀਕ ਹੋ ਗਿਆ ਦੁਬਾਰਾ ਤੋਂ ਫਿਰ ਮੈਂ ਉਹ ਕੁਛ ਹੀ ਕਰਾਂ। ਮਤਲਬ ਕਿੰਨੀ ਇੱਕ ਚਾਈਲਡਿਸ਼ ਗੱਲ ਹੈਗੀ ਹੈ ਈਵਨ ਪੇਸ਼ੈਂਟ ਦੇ ਵਾਸਤੇ ਪੁੱਛਣਾ ਵੀ, ਜਾਂ ਸਾਨੂੰ ਵੀ ਦੱਸਣਾ, ਸਾਨੂੰ ਵੀ ਕਹਿਣਾ ਜਿਹੜਾ ਇੱਕ ਬੜੀ ਚਾਈਲਡਿਸ਼ ਹੈ ਕਿ ਸਾਨੂੰ ਵੀ ਕਈ ਵਾਰੀ ਕਹਿਣਾ ਪੈਂਦਾ ਕਿ ਠੀਕ ਹੈ ਜੀ ਐਟਲੀਸਟ ਜਿੰਨਾ ਚਿਰ ਤੁਸੀਂ ਦਵਾਈ ਖਾ ਰਹੇ ਹੋ ਉਹਨਾਂ ਚਿਰ ਤਾਂ ਕਰੋ। ਫਿਰ ਮੁੜ ਕੇ ਪੇਸ਼ੈਂਟ ਤੁਸੀਂ ਕਹਿ ਦਿਓ ਰੂਬਲ ਸਾਹਿਬ ਸੌਖਾ ਕਹਿ ਦਿਓ ਛੱਡ ਦੇ ਬੁਰੀਆਂ ਆਦਤਾਂ, ਉਮਰ ਬੀਤ ਗਈ ਬਾਹਲੀ। ਇਹੀ ਕਹਿ ਸਕਦੇ ਨਾ, ਉਮਰ ਕਈ ਵਾਰ ਬੰਦੇ ਦੀ ਬੀਤ ਜਾਂਦੀ ਪਰ ਆਦਤ ਨਹੀਂ ਬੰਦੇ ਦੀ ਜਾਂਦੀ। ਜੋ ਵੀ ਖਾਸ ਕਰਕੇ ਖਾਣ ਪੀਣ ਦੀ ਆਦਤਾਂ ਬੰਦਾ ਛੱਡ ਦੇ ਤੇ
ਤੇ ਚੰਗੇ ਪਾਸੇ ਨੂੰ ਰੁਝਾਨ ਬਣੇ ਤਾਂ ਵਧੀਆ ਹੋ ਸਕਦਾ। ਰੂਬਲ ਸਾਹਿਬ ਨਾਲ ਹੀ ਜਿੱਦਾਂ ਫਰੂਟ ਦੀ ਆਪਾਂ ਗੱਲਬਾਤ ਕੀਤੀ ਤੇ ਨਾਲ ਹੀ ਟੈਕਸ ਆਇਆ ਕਿ ਫਰੂਟ ਦੇ ਨਾਲ ਜੇ ਵੈਜੀਟੇਬਲਸ ਵਗੈਰਾ ਦਾ ਬ੍ਰੇਕਫਾਸਟ ਕਰਨਾ ਹੋਵੇ ਕਰ ਸਕਦੇ, ਕਿ ਉਹਦੇ ਉੱਤੇ ਨਿੰਬੂ ਨਿਚੋੜਿਆ ਜਾ ਸਕਦਾ, ਕਾਲੀ ਮਿਰਚ ਪਾਈ ਜਾ ਸਕਦੀ। ਇਹ ਕੁਐਸਚਨ ਇਹਦਾ ਕੁਐਸਚਨ ਦਾ ਆਨਸਰ ਲੈਣੇ, ਸਮਾਂ ਵੀ ਆਪਣਾ ਸਮਾਪਤੀ ਵੱਲ ਨੂੰ ਸ਼ਾਰਟ ਵਿੱਚ ਰੱਖਿਓ। ਤੇ ਉਸ ਤੋਂ ਪਹਿਲਾਂ ਦੱਸ ਦਈਏ ਕਿ ਪ੍ਰੋਗਰਾਮ ਦਾ ਹਿੱਸਾ ਡਿਕਸੀ ਫ੍ਰੇਸ ਸਿਸਟਮ ਦੇ ਸਹਿਯੋਗ ਨਾਲ ਪੇਸ਼ ਕੀਤਾ ਜਾ ਰਿਹਾ। 416 896 2390, ਈਮੇਲ 22 416 816 3965, ਜਿਮੀ ਝਾਂਡੀ 416 903 0234 ਤੇ ਇਸੇ ਤਰੀਕੇ ਨਾਲ ਲਵ ਤੰਦੂਰੀ 905 450 0000 ਤੇ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਗ੍ਰੈਂਡ ਓਪਨਿੰਗ ਇਹਨਾਂ ਦੀ ਇੱਕ ਕਿਸਮ ਦੀ ਹੋ ਚੁੱਕੀ ਹੈ, ਖੁੱਲਾ ਹਾਲ ਹੈ ਜਿੱਥੇ ਬੈਠ ਕੇ ਖਾਣਾ ਬੈਠ ਕੇ ਖਾ ਸਕਦੇ ਹੋ, ਘਰ ਲਿਆਉਣਾ ਘਰ ਲਿਆ ਸਕਦੇ ਹੋ, ਵੈਜ ਨੌਨ ਵੈਜ ਤੁਸੀਂ ਖਾਣਾ ਚਾਹੁੰਦੇ ਹੋ, ਪਾਰਟੀ ਕਰਨੀ ਚਾਹੁੰਦੇ ਹੋ ਤੇ ਲਵ ਤੰਦੂਰੀ ਵਾਲਿਆਂ ਨਾਲ ਸੰਪਰਕ ਕਰੋ। 905 450 0000 ਤੋਂ ਸੰਪਰਕ ਕੀਤਾ ਜਾ ਸਕਦਾ। ਇਨਵੈਸਟਮੈਂਟ ਤੁਸੀਂ ਕਰਨੀ ਚਾਹੁੰਦੇ ਹੋ, ਕੋਈ ਪ੍ਰਾਪਰਟੀ ਕੋਈ ਬਾਏ ਕਰਨੀ ਚਾਹੁੰਦੇ ਹੋ, ਕੋਈ ਸੈਲ ਕਰਨੀ ਚਾਹੁੰਦੇ ਹੋ ਤੇ ਮੇਰਾ ਫੋਨ ਨੰਬਰ ਨੋਟ ਕਰ ਲਓ 647 281 4857 6472814857। ਤੁਸੀਂ 60-70 ਏਕੜ ਦਾ ਲੈਂਡ ਲੈਣੀ ਚਾਹੁੰਦੇ ਹੋ ਜਾਂ ਫਿਰ ਤੁਸੀਂ ਫਾਰਮ ਲੈਂਡ ਲੈਣੀ ਚਾਹੁੰਦੇ ਹੋ। ਫਾਰਮ ਹੈ ਸਾਡੇ ਕੋਲ ਜਿਹਦੇ ਵਿੱਚੋਂ ਤੁਹਾਨੂੰ 10,000 ਦੀ ਇਨਕਮ ਵੀ ਹੋ ਰਹੀ ਹੈ, ਘਰ ਵੀ ਹੈ ਜਿਹਦੇ ਵਿੱਚ ਸ਼ੈੱਡ ਵੀ ਹੈ ਤੇ ਇਸ ਤੋਂ ਇਲਾਵਾ ਖੇਤੀਬਾੜੀ ਵੀ ਹੋ ਰਹੀ ਤੇ ਇਹਦੇ ਵਿੱਚ ਤੁਸੀਂ ਘਰ ਇੱਕ 10,000 ਸਕੁਅਰ ਫੁੱਟ ਦਾ ਹੋਰ ਪਾਉਣਾ ਚਾਹੁੰਦੇ ਹੋ, 15 ਦਾ ਪਾਉਣਾ ਚਾਹੁੰਦੇ ਹੋ, ਤੁਹਾਡੀ ਚੁਆਇਸ ਹੈਗੀ। ਉਹ ਕਹਿੰਦੇ ਇੱਕ ਘਰ ਹੋਰ ਬਣ ਸਕਦਾ ਹੈ। ਇਹ ਪ੍ਰਾਪਰਟੀ ਕੈਲਟਨ ਦੇ ਵਿੱਚ ਹੈ, ਇਹਦੀ ਜਾਣਕਾਰੀ ਲੈਣੀ ਚਾਹੁੰਦੇ ਹੋ ਜਾਂ ਕੈਲਟਨ ਦੇ ਵਿੱਚ ਜਿਹੜੀਆਂ ਸਾਡੇ ਕੋਲ ਪ੍ਰਾਪਰਟੀਆਂ ਜਿਨ੍ਹਾਂ ਦੇ ਵਿੱਚ ਸਾਡੇ ਕੋਲ ਘਰ ਵੀ ਆ ਤੇ ਜਿੱਥੇ ਨਾਲ ਤੁਹਾਨੂੰ ਕਮਰਸ਼ੀਅਲ ਦੇ ਤੌਰ ਤੇ ਜਾਂ ਕਹ ਲਓ ਸਿਟੀ ਵੱਲੋਂ ਪਰਮਿਟ ਜਿੱਥੇ ਗਰਾਜ ਵੀ ਮਿਲਣਗੇ, ਉਹ ਗਰਾਜ ਵੀ ਹੈਗੇ ਨੇ। ਬੇਸ਼ੱਕ ਕਾਰਪੈਂਟਰੀ ਦਾ ਕੰਮ ਕਰਨਾ ਚਾਹੁੰਦੇ ਹੋ, ਗੱਡੀਆਂ ਰਿਪੇਅਰ ਦਾ ਕੰਮ ਕਰਨਾ ਚਾਹੁੰਦੇ ਹੋ ਜਾਂ ਫਿਰ ਪੂਰੀ ਵਰਕਸ਼ਾਪ ਤੁਸੀਂ ਓਪਨ ਕਰਨੀ ਚਾਹੁੰਦੇ ਹੋ। 4,000 ਸਕੁਅਰ ਫੁੱਟ ਦੀ ਇੱਕ ਵਰਕਸ਼ਾਪ ਆ ਤੇ ਬਾਕੀ ਦੇ ਸਾਡੇ ਕੋਲ ਛੋਟੇ ਹੋਰ ਨਾਲ ਗਰਾਜ ਨੇ ਘਰ ਦੇ ਨਾਲ ਹੀ। ਤੇ ਜਾਂ ਫਿਰ ਤੁਸੀਂ 6 ਬੇ ਵਾਲਾ ਗਰਾਜ ਲੈਣਾ ਚਾਹੁੰਦੇ ਹੋ। ਬਹੁਤ ਸਾਰੀਆਂ ਪ੍ਰਾਪਰਟੀਆਂ ਦੀ ਲਿਸਟ ਸਾਡੇ ਕੋਲ ਲੰਬੀ ਹੈ। ਜੇਕਰ ਤੁਸੀਂ ਲੈਣਾ ਚਾਹੁੰਦੇ ਹੋ ਤਾਂ ਡੈਫੀਨੇਟਲੀ ਕਾਲ ਕਰੋ 647 281 4857 6472814857। ਤੇ ਜੇਕਰ ਤੁਹਾਡੇ ਕੋਲ ਵੱਡੇ ਤੋਂ ਵੱਡਾ ਕੋਈ ਪਲਾਜ਼ਾ ਹੈਗਾ ਸੇਲ ਦੇ ਉੱਤੇ ਵੇਚਣਾ ਚਾਹੁੰਦੇ ਹੋ, ਪ੍ਰਾਈਸ 10-20 ਮਿਲੀਅਨ ਤੱਕ ਦੀ ਵੀ ਹੋ ਸਕਦੀ, ਪਲੱਸ ਦੀ ਵੀ ਹੋ ਸਕਦੀ ਹੈ, ਡੈਫੀਨੇਟਲੀ ਸਾਡੇ ਨਾਲ ਸੰਪਰਕ ਕਰੋ। ਕੈਪਰੇਟ ਚੰਗਾ ਹੋਵੇ, ਸਹੀ ਟਿਕਾਣੇ ਤੇ ਹੋਵੇ ਤੇ ਵਿਕਰੀ ਤੁਹਾਡੀ ਸੂਨ ਕਰਾ ਦੇਵਾਂਗੇ। ਪਲਾਜ਼ੇ ਦੀ 647 281 4857 ਤੇ ਤੁਸੀਂ ਮੇਰੇ ਨਾਲ ਗੱਲਬਾਤ ਕਰ ਸਕਦੇ ਹੋ। ਜੀ ਰੂਬਲ ਸਾਹਿਬ, ਦੇਖੋ ਜਿੱਦਾਂ ਤੁਸੀਂ ਦੱਸਿਆ ਕਿ ਸਬਜ਼ੀਆਂ ਜਿਹੜੀਆਂ ਹੈਗੀਆਂ ਜਦੋਂ ਉਹਨਾਂ ਨੂੰ ਅਸੀਂ ਜਿਸ ਹਿਸਾਬ ਨਾਲ ਅਸੀਂ ਕੁੱਕ ਕਰਦੇ ਹਾਂ ਉਹ ਤਾਂ ਪੰਜਾਬੀ 'ਚ ਕਹਿ ਲਓ ਕਿ ਬੇੜਾ ਗਰਕੀ ਕਰ ਦਿੰਦੇ ਹਾਂ। ਜਿਹੜੀਆਂ ਸਬਜ਼ੀਆਂ ਹੈਗੀਆਂ ਉਹਨਾਂ ਨੂੰ ਵੱਧ ਤੋਂ ਵੱਧ ਜੇ ਤੁਸੀਂ ਲੈਣੇ, ਪਹਿਲੀ ਗੱਲ ਤਾਂ ਕੱਚੀਆਂ ਜਿਹੜੀਆਂ ਉਹ ਸਭ ਤੋਂ ਬੈਸਟ ਹੁੰਦੀਆਂ ਹੈਗੀਆਂ। ਕੈਰਟ ਨੂੰ ਜੇ ਅਸੀਂ ਉਹਨੂੰ ਪਕਾ ਲੈਂਦੇ ਹਾਂ ਤਾਂ ਉਹਦੇ 'ਚ ਸਭ ਕੁਝ ਹੀ ਨਸ਼ਟ ਹੋ ਜਾਂਦਾ। ਜੇ ਤੁਹਾਨੂੰ ਕਰਨਾ ਵੀ ਗੱਲ ਕਰਦੇ ਜਿੱਦਾਂ ਫਰੂਟ ਦੀ ਤੁਸੀਂ ਗੱਲ ਕੀਤੀ, ਉਹਨੇ ਕਹਿੰਦੇ ਕਿੱਦਾਂ ਲੈ ਸਕਦੇ ਹੋ ਥਾਂ ਦੇ ਨਾਲ। ਦੁਬਾਰਾ ਬੋਲਿਓ। ਜਿੱਦਾਂ ਸਵੇਰ ਨੂੰ ਤੁਸੀਂ ਬ੍ਰੇਕਫਾਸਟ ਦੱਸਿਆ ਨਾ ਫਰੂਟਸ ਦਾ, ਉਸੇ ਤਰੀਕੇ ਨਾਲ ਸਬਜ਼ੀਆਂ ਦਾ ਬ੍ਰੇਕਫਾਸਟ ਕੀਤਾ ਜਾ ਸਕਦਾ। ਸਬਜ਼ੀਆਂ ਦੇ ਵਿੱਚ ਜਿਹੜਾ ਹੈਗਾ ਆ, ਕਿਉਂਕਿ ਹੁਣ ਤੁਸੀਂ ਉਹਦੇ ਵਿੱਚ ਲੂਣ ਕਹਿ ਰਹੇ ਹੋ ਪਾ ਰਹੇ ਉਹਦੇ ਵਿੱਚ ਹੋਰ ਚੀਜ਼ਾਂ, ਸੋ ਨਹੀਂ ਉਹ ਐਡਾ ਇਫੈਕਟਿਵ ਨਹੀਂ ਹੈਗਾ। ਉਹਨੂੰ ਤੁਸੀਂ ਦੁਪਹਿਰੇ ਜਿਹੜਾ ਉਹਨੂੰ ਰੱਖ ਸਕਦੇ ਹੋ। ਦੁਪਹਿਰੇ ਐਕਚੁਅਲੀ ਜ਼ਿਆਦਾ ਬੈਟਰ ਹੈ, ਦੁਪਹਿਰੇ ਜਾਂ ਰਾਤ ਨੂੰ। ਬਟ ਸਵੇਰੇ ਜਿਹੜਾ ਦੇਖੋ ਜਦੋਂ ਅਸੀਂ ਸਵੇਰੇ ਉੱਠਦੇ ਹਾਂ ਨਾ ਸਾਡੀ ਬੋਡੀ ਨੂੰ ਇਸੇ ਕਰਕੇ ਉਹਨੂੰ ਬ੍ਰੇਕਫਾਸਟ ਕਿਹਾ ਜਾਂਦਾ ਨਾ, ਬ੍ਰੇਕਿੰਗ ਦਾ ਫਾਸਟ। ਅਸੀਂ ਉਹਨੂੰ ਫਾਸਟ ਨੂੰ ਬ੍ਰੇਕ ਕਰ ਰਹੇ ਹਾਂ। ਉਹਦੇ ਵਾਸਤੇ ਜਿਹੜੀ ਹੈ ਸਾਨੂੰ ਐਨਰਜੀ ਚਾਹੀਦੀ ਹੈ, ਬੋਡੀ ਨੂੰ ਕਾਰਬੋਹਾਈਡਰੇਟਸ ਚਾਹੀਦੇ, ਉਹਨੂੰ ਸ਼ੂਗਰ ਚਾਹੀਦੀ ਹੈਗੀ ਆ ਜਿਹੜੀ ਕਿ ਨੈਚੁਰਲ ਮਤਲਬ ਨੋਰਮਲ ਜਿਹੜੀ ਸਾਡਾ ਬ੍ਰੇਨ ਤੇ ਜਿਹੜਾ ਉਹਦੇ ਜਿਹੜਾ ਮੇਨ ਸੋਰਸ ਆਫ ਐਨਰਜੀ ਆ ਉਹ ਸ਼ੂਗਰ ਹੈ, ਨਾ ਕਿ ਉਹ ਫੈਟ ਹੈ ਨਾ ਉਹ ਪ੍ਰੋਟੀਨ ਹੈ। ਸੋ ਉਹ ਜਿਹੜੀ ਸ਼ੂਗਰ ਅਸੀਂ ਵੀ ਦੇਣੀ ਹੈਗੀ ਉਹ ਵੀ ਨੈਚੁਰਲ ਹੋਣੀ ਚਾਹੀਦੀ ਹੈਗੀ ਹੈ। ਸੋ ਇਸ ਕਰਕੇ ਉਹਨੂੰ ਅਸੀਂ ਆਪਣੇ ਆਪ ਨੂੰ ਜਦੋਂ ਪਰਕਅਪ ਕਰਨਾ ਹੈਗਾ ਤਾਂ ਉਹਦੇ ਵਾਸਤੇ ਜਿਹੜੀ ਹੈ ਸਾਨੂੰ ਸ਼ੂਗਰ, ਫਰੂਟਸ ਜਿਹੜੇ ਹੈਗੇ ਆ ਉਹਨਾਂ ਤੋਂ ਜਿਹੜੀ ਸ਼ੂਗਰ ਹੈ ਉਹ ਸਾਡੇ ਲਈ ਵਧੀਆ ਹੈਗੀ ਆ। ਨਾਲ ਦੀ ਨਾਲ ਜਿੱਦਾਂ ਤੁਸੀਂ ਦੱਸਿਆ ਕਿ ਲੂਣ ਜਿਹੜਾ ਹੈਗਾ ਆ ਅਸੀਂ ਬਹੁਤ ਜ਼ਿਆਦਾ ਐਕਚੁਅਲੀ ਖਾ ਰਹੇ ਹਾਂ ਸਾਰੇ ਜਾਣੇ। ਤੁਸੀਂ ਦੇਖੋ ਕਿ ਜਿਹੜੀ ਸਾਡੀ ਡੇਲੀ ਜਿਹੜੀ ਇਨਟੇਕ ਹੈਗੀ ਆ ਸਾਲਟ ਦੀ, ਸੋਡੀਅਮ ਦੀ ਜਿਹੜੀ ਆ ਉਹ ਬਹੁਤ ਜ਼ਿਆਦਾ ਹੈਗੀ ਆ। ਐਵਰੇਜਲੀ ਉਹ 1000 mg ਹੋਣਾ ਚਾਹੀਦਾ ਹੈਗਾ ਹੈ ਮੈਕਸੀਮਮ। ਅਤੇ ਜਿਹੜਾ ਸਾਡੀ ਬੋਡੀ ਨੂੰ ਚਾਹੀਦਾ ਉਹ ਸਿਰਫ ਹੁੰਦਾ 200 mg ਅਤੇ ਅਸੀਂ ਖਾ ਰਹੇ ਹੋ ਤੋਂ 3-4 ਗੁਣਾ ਜ਼ਿਆਦਾ। ਜਿੰਨਾ ਅਸੀਂ ਸਾਲਟ ਜ਼ਿਆਦਾ ਖਾਵਾਂਗੇ, ਰਿਮੈਂਬਰ ਜਿਹੜੀ ਸਾਲਟ ਹੈਗਾ ਜਦੋਂ ਅਸੀਂ ਖਾਂਦੇ ਹਾਂ ਤਾਂ ਉਹ ਬੋਡੀ ਦੇ ਵਿੱਚ ਪਾਣੀ ਨੂੰ ਰਿਟੇਨ ਕਰਦਾ ਹੈ ਨਾ, ਪਾਣੀ ਨੂੰ ਹੋਲਡ ਕਰਕੇ ਰੱਖਦਾ ਹੈਗਾ। ਅਤੇ ਉਹ ਜਦੋਂ ਪਾਣੀ ਨੂੰ ਉਹਨੇ ਹੋਲਡ ਕਰ ਲਿਆ ਅਤੇ ਫਿਰ ਉਹ ਤਾਂ ਸਾਡਾ ਜਿਹੜਾ ਪਾਥਵੇ ਸੀਗਾ ਜਿਹਨੇ ਸਾਡੀ ਬੋਡੀ ਨੂੰ ਕਲੀਅਰ ਕਰਨਾ ਵਿੱਚ ਉਹਦੇ ਜਿਹੜੀਆਂ ਗੰਦ ਮੱਲ ਜਿਹੜੇ ਆ ਉਹ ਤਾਂ ਫਿਰ ਰਹਿ ਗਏ ਬੋਡੀ ਦੇ ਵਿੱਚ। ਸੋ ਇਸ ਕਰਕੇ ਜਿਹੜੀ ਹੈਗੀ ਆ ਉਹਨੂੰ ਤੁਸੀਂ ਸਾਲਟ ਜਿੰਨਾ ਘੱਟ ਤੋਂ ਘੱਟ ਹੋ ਸਕੇ ਖਾਓ, ਕਿਉਂਕਿ ਸਾਲਟ ਜਿਹੜਾ ਜਿੰਨਾ ਸਾਡੀ ਬੋਡੀ ਨੂੰ ਚਾਹੀਦਾ ਆ ਉਹ ਵੈਸੇ ਸਾਰੀਆਂ ਸਬਜ਼ੀਆਂ ਦੇ ਵਿੱਚ ਨੈਚੁਰਲੀ ਤੌਰ ਦੇ ਉੱਤੇ ਹੁੰਦਾ ਆ। ਸੋ ਉਹ ਜਿਹੜੀ ਸਾਡੇ ਸਰੋਤਿਆਂ ਨਾਲ ਸਾਂਝਾ ਕਰ ਦਿਓ ਟਾਈਮ ਆਪਣੇ ਤੋਂ ਹੁਣ। ਜੀ ਹਾਂਜੀ, ਸੋਰੀ ਗੁਰਪਾਲ ਜੀ, ਬਿਲਕੁਲ ਜੀ।
ਹਾਂਜੀ ਸਾਡਾ ਜੇ ਕਿਸੇ ਨੂੰ ਵੀ ਕੋਈ ਕੁਐਸਚਨ ਹੈਗਾ ਆ, ਸਾਡੇ ਨਾਲ ਗੱਲਬਾਤ ਕਰਨੀ ਚਾਹੁੰਦੇ ਆ, ਟੋਰਾਂਟੋ ਟਾਈਮ 9 ਵਜੇ ਤੋਂ ਲੈ ਕੇ 5 ਵਜੇ ਤੱਕ ਸਾਨੂੰ ਕਾਲ ਕਰ ਸਕਦੇ ਆ। ਸਾਡਾ ਨੰਬਰ ਹੈ ਕਲੀਨਿਕ ਦਾ 905 874 3333 9058743333। ਗੱਲਾਂ ਬਾਤਾਂ ਦਾ ਸਿਲਸਿਲਾ ਅਸੀਂ ਇਸੇ ਤਰੀਕੇ ਦੇ ਨਾਲ ਹੀ ਅਗਲੇ ਵੀਕ ਵੀ ਜਾਰੀ ਰੱਖਾਂਗੇ। ਬਹੁਤ ਬਹੁਤ ਸ਼ੁਕਰੀਆ, ਸਤਿ ਸ਼੍ਰੀ ਅਕਾਲ ਜੀ। ਔਰ ਜਿਸ ਤਰੀਕੇ ਦੇ ਨਾਲ ਸਾਡੇ ਕਾਫੀ ਲੋਕ ਇੱਥੇ ਟਿਕਟੋਕ ਦੇ ਅਕਾਊਂਟ ਦੇ ਨਾਲ ਵੀ ਜੁੜੇ ਹੋਏ ਆ, ਸੋ ਬਹੁਤ ਬਹੁਤ ਸ਼ੁਕਰੀਆ। ਕਿਉਂਕਿ ਲਾਈਵ ਸ਼ੋਅ ਜਿਹੜਾ ਹੈ ਸਾਡਾ ਰੇਡੀਓ 'ਤੇ ਚੱਲਦਾ ਹਰ ਸੈਚਰਡੇ 5:30 ਤੋਂ ਲੈ ਕੇ 6:30 ਵਜੇ ਤੱਕ। ਔਰ ਉਸ ਸਮੇਂ ਦੇ ਦੌਰਾਨ ਤੁਹਾਡੇ ਜਿਹੜੇ ਕੁਐਸਚਨ ਸਿਰਫ ਪੜ੍ਹੇ ਜਾ ਸਕਦੇ ਆ, ਆਨਸਰ ਨਹੀਂ ਦਿੱਤਾ ਜਾ ਸਕਦਾ। ਪਰ ਜੇ ਤੁਸੀਂ ਮੈਨੂੰ ਫੋਲੋ ਕਰਦੇ ਹੈਗੇ ਹੋ ਟਿਕਟੋਕ ਅਕਾਊਂਟ ਦੇ ਵਿੱਚ, ਅਤੇ ਤੁਸੀਂ ਆਪਣੇ ਕੁਐਸਚਨ ਜਿਹੜੇ ਹੈਗੇ ਉਸ ਹਿਸਾਬ ਦੇ ਨਾਲ ਪੁੱਛਦੇ ਹੋ, ਅਤੇ ਅਸੀਂ ਹਰ ਇੱਕ ਕੁਐਸਚਨ ਦੀ, ਜੇ ਤੁਸੀਂ ਦੇਖੋ ਕਿ ਉਹਦੀ ਅਸੀਂ ਵੀਡੀਓ ਬਣਾ ਕੇ ਜਿਹੜਾ ਹੈ ਉਹ ਤੁਹਾਡੇ ਕੁਐਸਚਨਸ ਨੂੰ ਜਿਹੜੇ ਉਹ ਆਨਸਰ ਕੀਤੇ ਜਾਂਦੇ ਆ। ਸੋ ਸਾਡੇ ਟਿਕਟੋਕ ਦੇ ਇਸ ਅਕਾਊਂਟ ਨੂੰ ਫੋਲੋ ਕਰੋ, ਇਸ ਨੂੰ ਸ਼ੇਅਰ ਕਰੋ, ਅਤੇ ਆਪਣੀ ਜਾਣਕਾਰੀ ਦੇ ਵਿੱਚ ਜਿਹੜਾ ਉਹ ਵਾਧਾ ਕਰੋ। ਘਰ ਬੈਠੇ ਤੁਸੀਂ ਆਪਣੀ ਜਿਹੜੀ ਆ ਸਿਹਤ ਨੂੰ ਜਿਹੜਾ ਉਹ ਠੀਕ ਰੱਖ ਸਕਦੇ ਹੈਗੇ ਹੋ, ਉਹਦੇ ਵਾਸਤੇ ਸਾਨੂੰ ਫੋਲੋ ਕਰਦੇ ਰਿਹਾ ਕਰੋ। ਹਰ ਸੈਚਰਡੇ ਸਾਡਾ ਜਿਹੜਾ ਲਾਈਵ ਸ਼ੋਅ ਇਹ ਚੱਲਦਾ ਆ ਟੋਰਾਂਟੋ ਸਮੇਂ ਅਨੁਸਾਰ 5:30 ਤੋਂ ਲੈ ਕੇ 6:30 ਵਜੇ ਤੱਕ। ਬਹੁਤ ਬਹੁਤ ਸ਼ੁਕਰੀਆ ਜਿੰਨੇ ਵੀ ਲੋਕ ਜਿਹੜੇ ਆ ਉਹ ਸਾਡੀ ਇਸ ਲਾਈਵ ਫੀਡ ਦੇ ਨਾਲ ਜੁੜੇ ਆ। ਬਹੁਤ ਬਹੁਤ ਧੰਨਵਾਦ। ਰਿਮੈਂਬਰ ਇੱਕ ਵਾਰੀ ਫਿਰ ਜਿਹੜਾ ਤੁਸੀਂ ਸਾਨੂੰ ਜੇ ਕੋਂਟੈਕਟ ਕਰਨਾ ਚਾਹੁੰਦੇ ਹੋ ਥਰੂ ਟਿਕਟੋਕ ਵੀ, ਤੁਸੀਂ ਸਾਨੂੰ ਆਪਣੇ ਕੁਐਸਚਨ ਜਿਹੜੇ ਹੈਗੇ ਆ ਉਹਦੇ ਵਿੱਚ ਪਾ ਸਕਦੇ ਹੋ। ਸੋ ਬਹੁਤ ਬਹੁਤ ਸ਼ੁਕਰੀਆ ਜਿੰਨੇ ਲੋਕ ਅੱਜ ਲਾਈਵ ਫੀਡ ਦੇ ਨਾਲ ਜੁੜੇ। ਬਹੁਤ ਬਹੁਤ ਧੰਨਵਾਦ। ਅਗਲੇ ਵੀਕ ਜਿਹੜਾ ਅਸੀਂ ਫਿਰ ਇਸੇ ਸਮੇਂ ਦੇ ਦੌਰਾਨ ਜਿਹੜਾ ਆ ਲਾਈਵ ਹੋਵਾਂਗੇ। ਬਹੁਤ ਬਹੁਤ ਸ਼ੁਕਰੀਆ। ਸਤਿ ਸ਼੍ਰੀ ਅਕਾਲ ਜੀ।